हाँ जी दोस्तों, ਅੱਜ ਅਸੀਂ ਇੰਡੀਅਨ ਇਕਨੋਮਿਕ ਡਿਵੈਲਪਮੈਂਟ CBSE ਇਕਨੋਮਿਕਸ +2 ਦਾ ਚੈਪਟਰ 1 ਇੰਡੀਅਨ ਇਕਨੋਮੀ ਔਨ ਦਾ ਈਵ ਆਫ ਇੰਡੀਪੈਂਡੈਂਸ ਵਾਲਾ ਚੈਪਟਰ ਕਰਨ ਜਾ ਰਹੇ ਹਾਂ। ਠੀਕ ਹੈ ਜੀ। ਤੇ ਇਸ ਚੈਪਟਰ 'ਚ ਬੱਚੇ ਅਸੀਂ ਕੀ ਕਰ ਰਹੇ ਹਾਂ, ਅਸੀਂ ਇਹ ਸਮਝਾਂਗੇ ਵੀ ਕਿਸ ਤਰ੍ਹਾਂ ਬ੍ਰਿਟਿਸ਼ ਗਵਰਨਮੈਂਟ ਜਾਂ ਬ੍ਰਿਟਿਸ਼ ਰੂਲਿੰਗ ਪਾਰਟੀ ਸੀ ਜਿਸ ਟਾਈਮ ਇੰਡੀਆ ਦੇ ਵਿੱਚ, ਉਸਨੇ ਇੰਡੀਆ ਨੂੰ ਕਿਸ ਤਰ੍ਹਾਂ ਐਕਸਪਲੋਇਟ ਕੀਤਾ, ਸ਼ੋਸ਼ਣ ਕੀਤਾ, ਖਤਮ ਕੀਤਾ। ਕਲੋਨੀਅਲ ਐਕਸਪਲੋਇਟੇਸ਼ਨ ਬੋਲਦੇ ਆ ਬੱਚੇ ਉਸ ਸਿਚੁਏਸ਼ਨ ਨੂੰ ਜਦੋਂ ਆਪਾਂ ਕਿਸੇ ਕੰਟਰੀ ਨੂੰ ਇੱਕ ਰਣਨੀਤੀ ਦੇ ਨਾਲ ਜਿੱਤ ਲਈਏ, ਸਟ੍ਰੈਟਜੀ ਦੇ ਨਾਲ। ਮੀਨਸ ਅਸੀਂ ਕਿਸੇ ਕੰਟਰੀ ਦੀ ਲੇਬਰ ਔਰ ਉਸ ਕੰਟਰੀ ਦਾ ਕੱਚਾ ਮਾਲ, ਮਤਲਬ ਉਸ ਚੀਜ਼ ਦੀ ਕੰਟਰੀ ਦੀ ਬੇਸਿਕ ਰੀੜ ਦੀ ਹੱਡੀ ਤੇ ਸੱਟ ਮਾਰਨ ਵਾਲੀ ਗੱਲ ਹੋ ਗਈ। ਲੇਬਰ ਹੀ ਹੁੰਦੀ ਹੈ ਜਿਹੜੀ ਦੇਸ਼ ਨੂੰ ਖੜਾ ਕਰਦੀ ਹੈ, ਇਕਨੋਮੀ ਨੂੰ ਸਟਰੋਂਗ ਕਰਦੀ ਹੈ, ਬੂਸਟ ਕਰਦੀ ਹੈ। ਔਰ ਜਿਹੜਾ ਰਾ ਮਟੀਰੀਅਲ ਹੁੰਦਾ ਹੈ ਉਹ ਕੱਚਾ ਮਾਲ ਜ਼ਮੀਨ ਚੋਂ ਨਿਕਲਦਾ, ਹਵਾ ਚੋਂ ਨਿਕਲਦਾ ਜਾਂ ਪਾਣੀ ਚੋਂ। ਮਤਲਬ ਪਾਣੀ ਚੋਂ ਤੁਸੀਂ ਮਛਲੀ ਕਹਿ ਲਓ ਜਾਂ ਮਛਲੀ ਨਾਲ ਰਿਲੇਟਡ ਹੋਰ ਪਲਾਂਟਸ ਜਾਂ ਕੁਝ ਵੀ, ਸਿੱਪੀ ਜਾਂ ਮਤਲਬ ਸਮੁੰਦਰ ਦੇ ਵਿੱਚ ਬਹੁਤ ਕੁਝ ਹੈ। ਫਰਦਰ ਪ੍ਰੋਸੈਸਿੰਗ ਹੁੰਦੀ ਹੈ ਉਹਨਾਂ ਪ੍ਰੋਡਕਟਸ ਨੂੰ ਬਾਹਰ ਕੱਢਣ ਤੋਂ ਬਾਅਦ ਜ਼ਮੀਨ ਚੋਂ ਹਰ ਇੱਕ ਚੀਜ਼ ਨਿਕਲਦੀ ਹੈ। ਕੋਈ ਵੀ ਫਰੂਟ ਹੈ, ਜੂਸ ਹੈ, ਕੋਇਲਾ ਹੈ, ਖਾਨ, ਤੁਹਾਨੂੰ ਪਤਾ ਹੈ ਖਾਨ ਹੁੰਦੀ ਹੈ ਸੋਨੇ ਦੀ, ਚਾਂਦੀ ਦੀ, ਹੀਰੇ ਦੀ, ਲੋਹੇ ਦੀ, ਤਾਂਬੇ ਦੀ। ਸਟੀਲ ਵਗੈਰਾ ਫਿਰ ਬਣਦਾ ਹੈ ਧਾਤੂਆਂ ਨੂੰ ਮਿਕਸ ਕਰਕੇ। ਠੀਕ ਹੈ, ਅਲੋਏ ਤੁਹਾਨੂੰ ਪਤਾ ਹੀ ਹੈ। ਬੇਸਿਕ ਧਾਤੂਆਂ ਥੋੜੀਆਂ ਨਹੀਂ, ਬਾਕੀ ਤਾਂ ਸਭ ਸਿਸਟਮ ਜੋੜ ਤੋੜ ਦਾ ਬਣਿਆ ਹੋਇਆ ਸਿਸਟਮ। ਓਕੇ ਸਰ। ਤਾਂ ਬੱਚੇ ਕਿਸੇ ਕੰਟਰੀ ਨੂੰ ਜਿੱਤ ਲੈਣਾ ਉਸਦੀ ਲੇਬਰ ਨੂੰ ਕਾਬੂ ਕਰਕੇ ਜਾਂ ਉਸ ਕੰਟਰੀ ਦੇ ਰਾ ਮਟੀਰੀਅਲ ਦੇ ਰਿਸੋਰਸਸ ਨੂੰ ਕਾਬੂ ਕਰਕੇ। ਔਰ ਇਹ ਅੱਜ ਤੱਕ ਇਸ ਵਕਤ ਵੀ ਚੱਲ ਰਿਹਾ ਹੈ। ਠੀਕ ਹੈ, ਅਸੀਂ ਪੜ੍ਹ ਰਹੇ ਹਾਂ ਇੰਡੀਅਨ ਇਕਨੋਮੀ ਇੰਡੀਪੈਂਡੈਂਸ ਦੇ ਟਾਈਮ ਦੀ ਗੱਲ ਅਸੀਂ ਪੜ੍ਹ ਰਹੇ ਹਾਂ, ਲੇਕਿਨ ਇਹ ਅੱਜ ਵੀ ਹੋ ਰਿਹਾ ਹੈ, ਇਸ ਵਕਤ ਵੀ ਹੋ ਰਿਹਾ ਹੈ। ਇੰਡੀਆ ਦਾ ਟੈਲੈਂਟਡ ਸਟੂਡੈਂਟ ਜਾਂ ਅੱਛਾ ਬ੍ਰੇਨ ਇੰਡੀਆ ਤੋਂ ਬਾਹਰ ਜਾ ਰਿਹਾ ਹੈ ਵਾਇਆ ITI। ਠੀਕ ਹੈ, ਮਤਲਬ ਇੰਡੀਆ ਦਾ ਬ੍ਰੇਨ ਜੋ ਹੈ ਉਹ ਇੰਡੀਆ ਤੋਂ ਬਾਹਰ ਜਾ ਰਿਹਾ ਹੈ ਬੜੇ ਸਸਤੇ 'ਚ। ਜਿਹੜਾ ਇੰਡੀਆ 'ਚ 10-15 ਲੱਖ 'ਚ ਇੱਕ ਬੰਦਾ ਤਿਆਰ ਹੋ ਜਾਂਦਾ ਹੈ, ਉਹਨੂੰ ਅਮਰੀਕਾ, ਕੈਨੇਡਾ ਜਾਂ ਕੋਈ ਵੀ ਅੱਛੀ ਫੋਰਨ ਕੰਟਰੀ ਜਾਂ ਜਾਪਾਨ, ਕੋਰੀਆ, ਕੁਝ ਵੀ ਬੜੇ ਆਸਾਨੀ ਨਾਲ, ਬੜੇ ਸਸਤੇ 'ਚ ਲੈ ਜਾਂਦੇ ਨੇ। ਔਰ ਸਾਡੇ ਬੰਦੇ ਵੀ ਬੜੇ ਆਸਾਨੀ ਨਾਲ ਉੱਥੇ ਚਲੇ ਜਾਂਦੇ ਨੇ ਔਰ ਬੜੇ ਖੁਸ਼ ਹੁੰਦੇ ਨੇ ਜਾ ਕੇ। ਤਾਂ ਜੇ ਅਸੀਂ ਸਮਝਦੇ ਹਾਂ ਕਲੋਨੀਅਲ ਐਕਸਪਲੋਇਟੇਸ਼ਨ ਆਫ ਦੀ ਇੰਡੀਅਨ ਇਕਨੋਮੀ ਕਿਵੇਂ ਹੋਇਆ ਬ੍ਰਿਟਿਸ਼ ਰੂਲ 'ਚ। ਬੱਚੇ ਸਾਡੀ ਖੇਤੀਬਾੜੀ ਦਾ ਸਿਸਟਮ ਸੀ। ਜ਼ਿਮੀਂਦਾਰ ਸੀ ਜਿਹੜੇ, ਉਹ ਲੋਕ ਹੁੰਦੇ ਨੇ ਜਿਨ੍ਹਾਂ ਕੋਲ ਬਹੁਤ ਜ਼ਮੀਨ ਹੈ ਔਰ ਜ਼ਮੀਨ ਨੂੰ ਕਿਰਾਏ ਤੇ ਦਿੰਦੇ ਸੀਗੇ। ਲਗਾਨ ਵਾਲਾ ਸਿਸਟਮ ਸੀ। ਜੋ ਰਿਚ ਲੋਕ ਸੀ ਜਿਨ੍ਹਾਂ ਕੋਲ ਕਿਸੇ ਤਰੀਕੇ ਨਾਲ ਰਾਜੇ ਦੇ ਨਾਲ ਅੱਛੇ ਲਿੰਕ ਹੋਣ ਕਰਕੇ ਜ਼ਮੀਨ ਸੀਗੀ, ਉਹਨਾਂ ਨੇ ਆਪਣੀ ਜ਼ਮੀਨ ਨੂੰ ਕਿਰਾਏ ਤੇ ਦਿੱਤਾ ਔਰ ਕਿਰਾਇਆ ਵਗੈਰਾ ਉਹ ਉਸ ਬੰਦੇ ਤੋਂ ਲੈਂਦੇ ਸੀ ਜੋ ਅਸਲ ਚ ਰੀਅਲ ਚ ਕਿਸਾਨ ਸੀ, ਜ਼ਮੀਨ ਨੂੰ ਵਾਹੁੰਦਾ ਸੀ, ਕਲਟੀਵੇਟਰ ਸੀ ਉਸ ਵਕਤ। ਔਰ ਅੱਜ ਵੀ ਹੋ ਰਿਹਾ। ਅੱਜ ਅਸੀਂ ਇਹਨੂੰ ਕਹਿੰਦੇ ਹਾਂ ਠੇਕਾ ਲੈ ਰਹੇ ਹਾਂ ਜੀ, ਸਾਡੇ ਕੋਲ ਜ਼ਮੀਨ ਹੈ, ਅਸੀਂ ਜ਼ਮੀਨ ਦੇ ਮਾਲਕ ਹਾਂ, ਅਸੀਂ ਖੇਤੀ ਖੁਦ ਨਹੀਂ ਕਰਦੇ, ਠੇਕੇ ਤੇ ਦਿੱਤੀ ਹੋਈ ਹੈ। ਤਾਂ ਜਿਸ ਬੰਦੇ ਨੂੰ ਠੇਕੇ ਤੇ ਜ਼ਮੀਨ ਦਿੱਤੀ ਹੋਈ ਹੈ ਉਹ ਤੁਹਾਨੂੰ ਪੈਸੇ ਦਿੰਦਾ ਹੈ 1 ਸਾਲ ਦੇ, 1 ਬਿੱਗੇ ਦੇ, ਕਿੱਲੇ ਦੇ, ਜਿਵੇਂ ਵੀ ਤੁਹਾਡੀ ਆਪਸ ਚ ਡੀਲਿੰਗ ਹੈ, ਸੈਟੀਸਫੈਕਸ਼ਨ ਜਾਂ ਜੋ ਵੀ ਕੰਪਰੋਮਾਈਜ਼ ਹੋਣੇ ਕਰ ਰੱਖਿਆ। ਠੀਕ ਹੈ, ਜਿਸ ਤਰ੍ਹਾਂ ਤੁਹਾਡੀ ਸੈਟੀਸਫੈਕਸ਼ਨ ਹੈ ਉਸ ਤਰ੍ਹਾਂ ਤੁਹਾਡਾ ਸਿਸਟਮ ਬਣਾ ਰੱਖਿਆ। ਤਾਂ ਬੱਚੇ ਜਿਨ੍ਹਾਂ ਲੋਕਾਂ ਕੋਲ ਅੱਜ ਜ਼ਮੀਨ ਹੈ ਉਹ ਬਿਨਾਂ ਮਿਹਨਤ ਤੋਂ ਵੀ, ਕਈਆਂ ਲੋਕਾਂ ਕੋਲ ਜ਼ਮੀਨ ਹੈ, ਕਈਆਂ ਨੇ ਮਿਹਨਤ ਨਾਲ ਜ਼ਮੀਨਾਂ ਬਣਾਈਆਂ ਨੇ, ਕਈਆਂ ਨੂੰ ਉਸ ਵਕਤ ਸਰਕਾਰਾਂ ਜੋ ਉਸ ਵਕਤ ਰਾਜੇ ਸੀਗੇ, ਮੋਨਾਰਕ ਸੀਗੇ, ਜ਼ਮੀਨ ਦੇ ਮਾਲਕ ਸੀ, ਭੂਪਤੀ ਸੀ, ਤੁਸੀਂ ਉਹਨਾਂ ਨੂੰ ਖੁਸ਼ ਕੀਤਾ, ਉਹਨਾਂ ਨੇ ਤੁਹਾਨੂੰ ਜ਼ਮੀਨ ਦਿੱਤੀ। ਜ਼ਮੀਨ ਦੀ ਕੀਮਤ ਨਹੀਂ ਹੁੰਦੀ ਸੀ, ਵੈਲਿਊ ਨਹੀਂ ਹੁੰਦੀ ਸੀ। ਅੱਜ ਵੀ ਸ਼ਹਿਰੀ ਜ਼ਮੀਨ ਦੀ ਬਹੁਤ ਵੈਲਿਊ ਹੈ, ਲੇਕਿਨ ਪਿੰਡਾਂ ਵਿੱਚ ਜ਼ਮੀਨ ਦੀ ਵੈਲਿਊ ਇੰਨੀ ਨਹੀਂ ਹੈ, ਲੇਕਿਨ ਫਿਰ ਵੀ ਅੱਜ ਕੱਲ੍ਹ ਬਹੁਤ ਅੱਛੀ ਵੈਲਿਊ ਹੈ, ਲੋਕ ਅੱਛਾ ਯੂਜ਼ ਕਰਦੇ ਨੇ ਉਸ ਚੀਜ਼ ਦਾ। ਤਾਂ ਬ੍ਰਿਟਿਸ਼ ਗਵਰਨਮੈਂਟ ਨੇ ਕਿਸ ਤਰ੍ਹਾਂ ਇੰਡੀਅਨ ਇਕਨੋਮੀ ਨੂੰ ਖਤਮ ਕੀਤਾ, ਖਰਾਬ ਕੀਤਾ, ਉਸ ਚੀਜ਼ ਨੂੰ ਅਸੀਂ ਸਮਝਿਆ। ਜ਼ਮੀਂਦਾਰੀ ਸਿਸਟਮ ਸੀ, ਲੈਂਡ ਰੈਵਨਿਊ ਨਾਲ। ਔਰ ਜ਼ਮੀਂਦਾਰ ਹੁੰਦੇ ਸੀ, ਜ਼ਮੀਨ ਦੇ ਮਾਲਿਕ, ਔਰ ਕਿਸਾਨ ਤੋਂ ਉਹ ਮਨ ਮਰਜ਼ੀ ਨਾਲ ਵਧੀਆ ਪੈਸੇ ਵਸੂਲਦੇ ਸੀ, ਕਿਉਂਕਿ ਉਹਨਾਂ ਨੇ ਅੱਗੇ ਗਵਰਨਮੈਂਟ ਨੂੰ ਟੈਕਸ ਜਮ੍ਹਾਂ ਕਰਾਉਣਾ ਹੁੰਦਾ ਸੀ ਜਾਂ ਕਿਸੇ ਵੀ ਫਾਰਮ 'ਚ ਕੁਝ ਸ਼ੇਪਸ ਦੇਣਾ ਹੁੰਦਾ ਸੀ। ਔਰ ਇਸ ਚੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਮਾਰਿਆ ਜਾਂਦਾ ਸੀ ਟਿਲਰ, ਪੀਜ਼ੈਂਟ, ਫਾਰਮਰ, ਕਲਟੀਵੇਟਰ, ਜੋ ਅਸਲ 'ਚ ਜ਼ਮੀਨ ਨਾਲ ਲੜਦਾ ਸੀ, ਹੱਲ ਵਾਹੁੰਦਾ ਸੀ ਜ਼ਮੀਨ ਤੇ। ਔਰ ਕਿਸਾਨ ਉਸ ਵਕਤ ਦਾ ਜਿਹੜਾ ਸੀਗਾ ਮਸਾਂ ਹੀ ਆਪਣਾ ਜੀਵਨ ਜਿਉਣ ਦੇ ਜੋਗਾ ਪੈਸਾ ਇਕੱਠਾ ਕਰ ਪਾਉਂਦਾ ਸੀ, ਸਰਵਾਈਵਲ ਵਾਸਤੇ ਪੈਸਾ ਇਕੱਠਾ ਕਰ ਪਾਉਂਦਾ ਸੀਗਾ। ਔਰ ਜ਼ਮੀਂਦਾਰ ਹੁੰਦੇ ਸੀ ਜਿਹੜੇ, ਉਹ ਵਧੀਆ ਪੈਸਾ ਕਮਾਉਂਦੇ ਸੀ, ਲਗਜ਼ਰੀ ਲਾਈਫ ਜਿਉਂਦੇ ਸੀ, ਕਿਉਂਕਿ ਬਿਨਾਂ ਮਿਹਨਤ ਤੋਂ ਜਾਂ ਬਿਨਾਂ ਕਿਸੇ
ਕੰਮ ਤੋਂ ਜਾਂ ਮਤਲਬ ਇਨਵੈਸਟਮੈਂਟ ਤੋਂ, ਕਿਉਂਕਿ ਉਸ ਵਕਤ ਜ਼ਮੀਨ ਕੁਦਰਤੀ ਜਾਂ ਬਹੁਤ ਘੱਟ ਮਿਹਨਤ ਨਾਲ ਮਿਲਦੀਆਂ ਹੁੰਦੀਆਂ ਸੀ ਕਿਸੇ ਖਾਸ ਬੰਦੇ ਨੂੰ ਖੁਸ਼ ਕਰਨ ਤੇ, ਔਰ ਬਿਨਾਂ ਇਨਵੈਸਟਮੈਂਟ ਤੋਂ ਲਗਜ਼ਰੀ ਲਾਈਫ ਜਿਉਂਦੇ ਸੀ, ਜ਼ਮੀਂਦਾਰ ਸਿਸਟਮ ਹੁੰਦੇ ਸੀ। ਤੇ ਨੰਬਰ 2 ਬੱਚੇ ਕਲੋਨੀਅਲ ਐਕਸਪਲੋਇਟੇਸ਼ਨ ਹੋਇਆ ਇੰਡਸਟਰੀਅਲ ਸੈਕਟਰ ਦਾ ਇੰਡੀਆ ਦੇ। ਜਦੋਂ ਬ੍ਰਿਟਿਸ਼ ਇੰਡੀਆ 'ਚ ਨਹੀਂ ਆਇਆ ਸੀ, ਇਹ ਸਾਰੀ ਕਹਾਣੀ ਈਸਟ ਇੰਡੀਆ ਕੰਪਨੀ ਤੋਂ ਸ਼ੁਰੂ ਹੋਈ ਸੀ। ਉਹਨਾਂ ਨੇ ਦੇਖਿਆ ਇੰਡੀਅਨ ਨਾਦਾਨ ਨੇ, ਮੈਂ ਵਰਡ ਨਾਦਾਨ ਯੂਜ਼ ਕਰਨਾ ਚਾਹੂੰਗਾ, ਭੋਲੇ ਨੇ, ਬੜੇ ਸਾਨੂੰ ਅੱਛੇ ਲਾਲਚ ਦੇ ਕੇ ਇਹਨਾਂ ਨੇ ਸਾਡਾ ਬੜਾ ਅੱਛਾ ਸਿਸਟਮ ਚੱਲਦਾ ਹੁੰਦਾ ਸੀ ਹੈਂਡੀਕ੍ਰਾਫਟ ਦਾ। ਹੈਂਡੀਕ੍ਰਾਫਟ ਹੈਂਡਮੇਡ ਥਿੰਗਸ ਹੁੰਦੀਆਂ ਸੀਗੀਆਂ। ਫੌਜ 'ਚ, ਆਰਮੀ 'ਚ, ਜਾਂ ਜਦੋਂ ਰਾਜੇ ਮਹਾਰਾਜੇ ਆਪਣਾ ਦਰਬਾਰ ਲਗਾਉਂਦੇ ਸੀ, ਉਦੋਂ ਬੜੇ ਅੱਛੇ ਲੋਕ ਸੱਜ ਕੇ ਆਉਂਦੇ ਸੀ ਉਹ ਚੀਜ਼ਾਂ ਪਹਿਨ ਕੇ। ਬੜਾ ਮਤਲਬ ਸ਼ਿੰਗਾਰ ਦਾ, ਬੰਦੇ ਹੁਣ ਸ਼ਿੰਗਾਰ ਵਰਡ ਬੋਲਦਾ ਮੈਂ, ਮੇਕਅਪ ਦਾ, ਬੰਦਿਆਂ ਨੇ ਅੱਛੇ ਸੂਟ ਜਾਂ ਉਹਨਾਂ ਨੇ ਆਪਣੇ ਜੋ ਵੀ ਹੈਂਡੀਕ੍ਰਾਫਟ ਦੇ ਬਹੁਤ ਪ੍ਰੋਡਕਟ ਯੂਜ਼ ਹੁੰਦੇ ਸੀ। ਰੈਪੂਟੇਸ਼ਨ ਸੀ ਇੰਡੀਆ ਦੇ ਉਸ ਪ੍ਰੋਡਕਟਸ ਦੀ ਵਰਲਡ ਵਾਈਡ ਰੈਪੂਟੇਸ਼ਨ ਸੀਗੀ। ਬਹੁਤ ਅੱਛੀ ਵੈਰਾਈਟੀ ਕੁਆਲਿਟੀ ਦੀ ਚੀਜ਼ਾਂ ਦੇ ਰਹੇ ਸੀਗੇ। ਇਹ ਸਭ ਚੀਜ਼ਾਂ ਡਿਸਟਰੋਏ ਹੋ ਗਈਆਂ। ਬ੍ਰਿਟਿਸ਼ ਗਵਰਨਮੈਂਟ ਨੇ ਦੋ ਤਰੀਕੇ ਨਾਲ ਕੀਤਾ। ਫੋਰਨ ਡਿਮਾਂਡ ਹੈ ਜਿਹੜੀ ਇੰਡੀਅਨ ਹੈਂਡੀਕ੍ਰਾਫਟ ਦੀ, ਉਹਨੂੰ ਖਤਮ ਕਰਨ ਦੀ ਬਹੁਤ ਬੜਾ ਟੈਕਸ ਲਾਤਾ ਕਿ ਲੋਕ ਇੰਡੀਆ ਤੋਂ ਉਹ ਚੀਜ਼ ਖਰੀਦਣ, ਤਾਂ बहुत टैक्स लाता, हैवी ड्यूटी लगाती एक्सपोर्ट पे। इंडिया से बाहर जाओगा, अच्छा जाओ, कोई बात नहीं, हम रोक नहीं रहे, लेकिन टैक्स इतना है। टैक्स है तो भाई वो महंगी होगी, चीज महंगी होगी तो फिर बाहर वाला बंदा कैसे खरीदेगा उसको, ठीक है। और इंडिया की जी खुद की डिमांड सी हैंडीक्राफ्ट की, उस चीज ਨੂੰ भी ब्रिटिश गवर्नमेंट ने खत्म करने ਲਈ अपनी कंट्री च कोई सस्ती मशीन मेड चीज बनाती और इंडिया ਦੇ ਵਿੱਚ ਉਹਨੂੰ ਐਕਸਪੋਰਟ ਕਰਤਾ। ਮਤਲਬ ਇੰਡੀਆ ਲੋਕਾਂ ਨੂੰ ब्रिटिश का सामान इंपोर्ट करने की आदत पाती, और लोग कहते ब्रिटिश का सामान बड़ा अच्छा है, ब्रिटेन से आया है, लंदन से आया है, इंग्लैंड से आया है, हमें ये चाहिए। अरे इंडिया का ये तो देसी है, ये तो घटिया है। मतलब इदा दी लोग गल्लां करन लग गए क्योंकि उन्होंने इंपोर्ट फ्री करता। इंडियन चीज इंडियन लोगों को महंगी पैन लगी और फॉरेन कंट्री की चीज इंडियन लोगों को सस्ती पैन लगी। ये खत्म किया उन्होंने अपने बिजनेस को हौली। फिर साढ़े इंटरनेशनल ट्रेड खत्म किया। इंडिया का इंटरनेशनल ट्रेड उन्होंने डिस्क्रिमिनेशन किया। डिस्क्रिमिनेशन मतलब होता है भेदभाव करना, एक ही चीज का एक व्यक्ति को बहुत कम रेट लगाना और उसी चीज का दूसरे व्यक्ति को बहुत ज्यादा रेट लगाना, या किसी भी तरह का भेदभाव, रंग रूप का भेदभाव, आपको सबको पता है। तो वो तो चलो हुआ ही, लेकिन हमारे इंटरनेशनल ट्रेड में भी इन्होंने हमें डिस्क्रिमिनेटरी टैरिफ पॉलिसी दी। टैरिफ मीन्स होता है रेट लिस्ट। जैसे आप अगर मोबाइल की लाइन में जाते हो तो आप कहते हो कौन सा रिचार्ज करवाना है, तो वहां आपको प्लान दिखाते हैं, सारे टैरिफ प्लान होते हैं वो। इसी तरह इंपोर्ट एक्सपोर्ट का प्लान होता है, उसको टैरिफ पॉलिसी या प्लान बोलते हैं। ड्यूटी, हमारा जो इंडिया का कच्चा माल है इसको तो भाई बाहर भेजना बड़ा सस्ता कर दिया, एक्सपोर्ट करना आसान कर दिया, ड्यूटी फ्री कर दिया। ड्यूटी होता है वस्तुओं पर टैक्स। ड्यूटी मतलब यहाँ पे ड्यूटी नहीं है, ड्यूटी मीन्स वस्तुओं पर जरा टैक्स लगता बच्चे, वो वाला, ठीक है। तो ਤਾਂ ਬੱਚੇ ਹੁੰਦਾ ਹੋਇਆ ਕਿ ਇੰਡਸਟਰੀ ਜਿਹੜੀ ਬ੍ਰਿਟੇਨ ਦੀ ਸੀਗੀ, ਬ੍ਰਿਟੇਨ ਦੀ ਇੰਡਸਟਰੀ, ਉਹਨੂੰ ਜੋ ਕੱਚਾ ਮਾਲ ਚਾਹੀਦਾ ਸੀ ਉਹ ਇੰਡੀਆ ਤੋਂ ਖਰੀਦਦੀ ਸੀ ਬੜਾ ਸਸਤਾ, ਕਿਉਂਕਿ ਐਕਸਪੋਰਟ ਇੰਡੀਆ ਨੂੰ ਸਸਤਾ ਕਰਤਾ ਔਰ ਬ੍ਰਿਟੇਨ ਨੂੰ ਇੰਪੋਰਟ ਆਸਾਨੀ ਨਾਲ ਮਿਲਣ ਲੱਗ ਗਿਆ। ਔਰ ਬ੍ਰਿਟਿਸ਼ ਤੋਂ ਤਿਆਰ ਮਾਲ ਇੰਡੀਆ ਦੀ ਮਾਰਕੀਟ ਉਹ ਵੀ ਬੜਾ ਅੱਛਾ, ਆਰਾਮ ਨਾਲ ਸਸਤਾ, ਠੀਕ ਹੈ। ਲੋਕ ਫਿਰ ਇੰਡੀਆ ਦੇ ਵਿੱਚ ਬਣੀ ਹੋਈ ਚੀਜ਼ ਕਿਉਂ ਖਰੀਦਣਗੇ? ਇੱਕ ਤਾਂ ਵਲੈਤੀ ਹੋ ਗਈ, ਬੜਾ ਲੋਕਾਂ ਦੇ ਵਿੱਚ ਚੱਲਦਾ ਸੀ ਯਾਰ ਵਲੈਤੀ ਹੈ, ਬਾਹਰ ਲੈ ਅੱਛਾ ਸਮਾਨ ਹੈ, ਅਸੀਂ ਖਰੀਦ ਲਾਂਗੇ, ਠੀਕ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਭੇਦਭਾਵ ਵਾਲੀਆਂ ਪਾਲਿਸੀ ਸੀਗੀਆਂ, ਇੰਪੋਰਟ ਵਗੈਰਾ ਨੂੰ ਖਰਾਬ ਕਰਨਾ, एक्सपोर्ट इंक्रीज कर देना कच्चे, मतलब इंडिया कच्चा माल बना के बाहर दोगा तो इंडिया की इंडस्ट्री कितने जाऊगी? इंडिया की इंडस्ट्री तो वैनिश करती, डिटीरियोरेट करती, बिगड़ती। इसी तरह इन्होंने सानू खत्म किया। बच्चे इंडियन इकोनॉमी दी हालात जो सीगे वो की सीगे जिस वक्त असी देश नू आजाद करवाया अंग्रेजों के कोलों, उस वक्त साडे की हालात सीगे? इंडिपेंडेंस के टाइम ते साडी इकोनॉमी स्टैगनेंट इकोनॉमी सी, मंदी इकोनॉमी सी, ढीली इकोनॉमी सी, कलंकित इकोनॉमी सी एक तरह की। बच्चे बहुत ही ज्यादा बुरे हाल सीगे साडे, बहुत ही लिटल ग्रोथ, बहुत ही लिटल इनकम होंदी सी। बच्चे मैं तुहानूं भी चीज़ दसना चाहना, तुहाडी बुक दे विच डाटा बहुत है और उस डाटे नूं अंडरस्टैंड करन दे लई बच्चे तुहानूं एक स्टार्टिंग डाटा, एक एंडिंग डाटा, वो घट्टो घट्ट मिनीमम तौर पर याद करना पैना है तुहानूं, ठीक है। जिवें फॉर एग्जाम्पल लिखा है भी 1860 तो 1945 दे विच एक समा है, ठीक है। ये कुछ 90 साल, 90-95 साल की गल करदा। कहंदा प्रति व्यक्ति आमदन सी जिहड़ी वो बहुत घट सीगी।
ਇੰਨੀ ਘੱਟ ਸੀਗੀ ਕਿ ਉਹਦੀ ਗਰੋਥ ਸੀ ਜਿਹੜੀ, ਠੀਕ ਹੈ, ਉਹ 0.5% ਸੀਗੀ, ਬਹੁਤ ਥੋੜੀ ਸੀ। ਔਰ 1925 ਤੋਂ 1950 ਤੱਕ ਇਹ ਜਸਟ 0.1% ਰਹਿ ਗਈ, ਮਤਲਬ ਹਾਫ ਤੋਂ ਵੀ ਬਹੁਤ ਥੱਲੇ, ਹਾਫ ਦਾ ਵੀ ਪੰਜਵਾਂ ਹਿੱਸਾ। ਬਹੁਤ ਮਾੜਾ ਕੰਮ ਸੀ। ਇਸ ਮੰਦੀ ਕਰਕੇ ਜਿਹੜੀ ਇੰਡੀਆ ਦੀ ਜਨਸੰਖਿਆ ਸੀ, ਪੋਪੂਲੇਸ਼ਨ ਸੀ, ਉਹ ਬਹੁਤ ਗਰੀਬੀ ਚ ਰਹਿੰਦੀ ਸੀ ਔਰ ਬਹੁਤ ਹੀ ਲੋਅਰ ਸਟੈਂਡਰਡ ਆਫ ਲਿਵਿੰਗ ਸੀ ਸਾਡਾ, ਬਹੁਤ ਹੀ ਦੁਖਦਾਈ ਤੇ ਬਹੁਤ ਹੀ ਨੀਚਾ, ਮਿਜ਼ਰੇਬਲੀ ਲੋ। ਐਪੀਡੈਮਿਕਸ ਮਤਲਬ ਮਹਾਮਾਰੀ, ਭੁੱਖਮਰੀ, ਇਹ ਤਾਂ ਆਮ ਚੀਜ਼ਾਂ ਸੀ ਜਿਹੜੀਆਂ ਦੇਖੀਆਂ ਜਾ ਸਕਦੀਆਂ ਸੀ ਇੰਡੀਆ ਦੇ ਵਿੱਚ, ਠੀਕ ਹੈ। ਔਰ ਅੱਜ ਕੱਲ ਤੁਹਾਨੂੰ ਕਰੋਨਾ ਦੇਖਿਆ, ਇਟ ਇਜ਼ ਅ ਪੈਂਡੈਮਿਕ, ਠੀਕ ਹੈ। ਐਪੀਡੈਮਿਕ ਹੁੰਦਾ ਮਹਾਮਾਰੀ, ਪੈਂਡੈਮਿਕ ਹੁੰਦੇ ਆ ਬਹੁਤ ਬੜੀ ਮਹਾਮਾਰੀ ਜਾਂ ਵੈਸ਼ਵਿਕ ਮਹਾਮਾਰੀ, ਠੀਕ ਹੈ। ਔਰ ਮੇਰੇ ਹਿਸਾਬ ਨਾਲ ਤਾਂ ਇਹ ਕੋਈ ਬਿਮਾਰੀ ਨਹੀਂ ਹੈਗੀ, ਮਹਾਮਾਰੀ ਤਾਂ ਬਹੁਤ ਬੜਾ ਵਰਡ ਦੇਤਾ ਹੈ ਇਸ, ਠੀਕ ਹੈ। ਬੱਚੇ ਨੰਬਰ 2, ਬੈਕਵਰਡ ਇਕਨੋਮੀ। ਇੰਡੀਅਨ ਇਕਨੋਮੀ ਬਹੁਤ ਹੀ ਪਿੱਛੇ ਗਿਰੀ ਹੋਈ ਸੀਗੀ ਆਜ਼ਾਦੀ ਦੇ ਟਾਈਮ ਤੇ, ਕਿਉਂਕਿ ਆਪਣੀ ਪ੍ਰਤੀ ਵਿਅਕਤੀ ਆਮਦਨ ਬਹੁਤ ਲੋ ਸੀਗੀ ਔਰ ਪ੍ਰਤੀ ਵਿਅਕਤੀ ਆਮਦਨ ਸਿਰਫ 230 ਰੁਪਏ ਸੀਗੀ ਆਜ਼ਾਦੀ ਵਾਲੇ ਸਾਲਾਂ ਦੇ ਵਿੱਚ। 1947 1948 ਦੇ ਵਿੱਚ ਇੱਕ ਵਿਅਕਤੀ ਇੱਕ ਸਾਲ ਦਾ 230 ਰੁਪਏ ਕਮਾਉਂਦਾ ਸੀਗਾ ਔਰ ਜ਼ਿਆਦਾਤਰ ਪੋਪੂਲੇਸ਼ਨ ਗਰੀਬ ਸੀਗੀ, ਬਿਨਾਂ ਭੋਜਨ ਤੋਂ, ਬਿਨਾਂ ਕੱਪੜੇ ਤੋਂ, ਬਿਨਾਂ ਮਕਾਨ ਤੋਂ, ਔਰ ਬੇਰੁਜ਼ਗਾਰੀ ਤਾਂ ਬਹੁਤ ਬੜੀ ਫਾਸਟਲੀ ਫੈਲੀ ਹੋਈ ਸੀ, ਰੈਂਪੈਂਟ ਸੀ, ਬਹੁਤ ਤੇਜ਼ੀ ਨਾਲ ਮਤਲਬ ਫੈਲੀ ਹੋਈ ਚੀਜ਼ ਜਿਹੜੀ ਕਹ ਲਓ ਬਹੁਤ ਜ਼ਿਆਦਾ ਸੀਗੀ। ਐਗਰੀਕਲਚਰਲ ਬੈਕਵਰਡਨੈਸ, ਖੇਤੀਬਾੜੀ ਵੀ ਸਾਡੀ ਬਹੁਤ ਹੀ ਪਿਛੜੀ ਹੋਈ ਸੀ। ਨੀਅਰਲੀ 72% ਕੰਟਰੀ ਜਿਹੜੀ ਕੰਮ ਕਰਦੀ ਸੀ। ਜੇ 100 ਬੰਦਾ ਇੰਡੀਆ 'ਚ ਰਹਿ ਰਿਹਾ ਔਰ 100 ਬੰਦਾ ਕੰਮ ਕਰਦਾ ਤਾਂ ਸੋਚੋ 72 ਬੰਦਾ ਸਿਰਫ ਖੇਤੀਬਾੜੀ 'ਚ ਲੱਗਿਆ ਹੋਇਆ ਔਰ ਖੇਤੀਬਾੜੀ ਦੇ ਵਿੱਚ ਸਿਰਫ 50% GDP ਦੇ ਵਿੱਚ ਉਹਦਾ ਹਿੱਸਾ ਸੀਗਾ ਖੇਤੀਬਾੜੀ ਦਾ। ਮਤਲਬ ਜੇ ਦੇਸ਼ 'ਚ 1000 ਰੁਪਏ ਦਾ ਕੰਮ ਹੁੰਦਾ ਤਾਂ 500 ਰੁਪਏ ਸਿਰਫ ਖੇਤੀਬਾੜੀ ਦਾ ਕੰਮ ਹੁੰਦਾ ਹੈ, ਲੇਕਿਨ 100 ਬੰਦੇ ਜਿਹੜੇ ਕਿ ਟੋਟਲ ਇੰਡੀਆ 'ਚ ਨੇ ਉਹ 'ਚੋਂ 72 ਬੰਦੇ ਸਿਰਫ ਖੇਤੀਬਾੜੀ 'ਚ ਲੱਗੇ ਹੋਏ ਨੇ। ਮਤਲਬ ਆਊਟਪੁੱਟ ਅੱਛੀ ਨਹੀਂ ਸੀਗੀ, ਪ੍ਰੋਡਕਟਿਵਿਟੀ ਬਹੁਤ ਘੱਟ ਸੀਗੀ, ਬਹੁਤ ਜ਼ਿਆਦਾ ਬੜੀ ਜ਼ਮੀਨ ਤੋਂ ਸਾਡੇ ਤੋਂ ਸਿਰਫ 1 ਹੈਕਟੇਅਰ ਚੋਂ ਸਿਰਫ ਅਸੀਂ 660 ਕਿਲੋਗ੍ਰਾਮ ਕਣਕ ਕੱਢ ਦਿੰਦੇ ਸੀ ਔਰ ਜਦ ਕਿ ਜਿਹੜੇ ਡਿਵੈਲਪਡ ਕੰਟਰੀ ਨੇ ਉਹਨਾਂ ਦੇ 5-5 6-6 ਹਜ਼ਾਰ ਕਿਲੋ ਨਿਕਲ ਜਾਂਦੀ ਸੀ ਉਹੀ ਉਨੀ ਕੀ ਜਗ੍ਹਾ ਚੋਂ। ਹਾਲਾਂਕਿ ਅਸੀਂ ਗ੍ਰੀਨ ਰੈਵੋਲੂਸ਼ਨ ਤੇ ਗਏ, ਹਰਿਤ ਕ੍ਰਾਂਤੀ ਤੱਕ ਪਹੁੰਚੇ, ਅਸੀਂ 3-3 ਹਜ਼ਾਰ 3.5 ਹਜ਼ਾਰ ਕਿਲੋ। ਦੇਖੋ ਬੱਚੇ ਮੇਰੇ ਡਾਟਾ ਪੜਿਆ ਹੋਇਆ ਇਸ ਕਰਕੇ ਮੈਨੂੰ ਬਹੁਤ ਹੀ ਰਾਉਂਡਡ ਫਿਗਰਸ ਯਾਦ ਨੇ ਕਿ ਅਸੀਂ ਹਰਿਤ ਕ੍ਰਾਂਤੀ 'ਚ ਉਹੀ ਹੈਕਟੇਅਰ ਜ਼ਮੀਨ ਤੋਂ 2500 2600 2300 ਜਾਂ 3-4-3000 ਕਿਲੋ ਕਣਕ ਕੱਢਣ ਲੱਗੇ, ਜਿੱਥੋਂ ਅਸੀਂ ਸਿਰਫ 600 ਕਿਲੋ ਕਣਕ ਕੱਢ ਪਾਉਂਦੇ ਸੀਗੇ ਇੱਕ ਸੀਜ਼ਨ ਦੇ ਵਿੱਚ, ਠੀਕ ਹੈ। ਔਰ ਰਾਈਸ ਅਸੀਂ 710 ਕਿਲੋ ਕੱਢ ਪਾਉਂਦੇ ਸੀਗੇ ਔਰ ਵੱਧ ਗਿਆ 6-6 ਗੁਣਾ 5-5 ਗੁਣਾ ਵੱਧ ਗਿਆ, 7-5 35 7-6 ਮਤਲਬ ਉਹੀ ਜ਼ਮੀਨ 'ਚੋਂ ਅਸੀਂ ਚਾਵਲ ਜ਼ਿਆਦਾ ਉਗਾਉਣ ਲੱਗੇ ਗ੍ਰੀਨ ਰੈਵੋਲੂਸ਼ਨ ਜਦੋਂ ਸਾਡੇ ਕੋਲ ਪਹੁੰਚਿਆ ਸੀਗਾ, ਠੀਕ ਹੈ। ਫੂਡ ਗ੍ਰੇਨ ਦੀ ਪ੍ਰੋਡਕਸ਼ਨ ਸੀ ਜਿਹੜੀ ਬੱਚੇ ਬਹੁਤ ਹੀ ਥੋੜੀ ਸੀ, ਬਸ ਲੋਕ ਉਗਾਉਂਦੇ ਸੀ ਅਨਾਜ ਔਰ ਜਿੰਨਾ ਖਾ ਲੈਂਦੇ ਸੀ ਬਸ ਖਤਮ ਹੋ ਜਾਂਦਾ ਸੀਗਾ, ਕਹਾਣੀ ਖਤਮ ਸੀਗੀ। ਬਹੁਤ ਹੀ ਜ਼ਿਆਦਾ ਲੋਅਰ ਲੈਵਲ ਤੇ ਸੀਗੇ ਔਰ 527 ਲੱਖ ਟਨ, ਸੌਰੀ ਯਾਦ ਕਰਨਾ ਪਊਗਾ ਬੱਚੇ, ਜਿੰਨਾ ਹੋ ਸਕੇ ਬਹੁਤ ਹੀ ਲਿਟਲ ਔਰ ਰਾਉਂਡਡ ਫਿਗਰਸ ਦੇ ਵਿੱਚ ਜੇ ਡਾਟਾ ਯਾਦ ਕਰ ਲਓਗੇ ਤਾਂ ਅੱਛਾ ਰਹੇਗਾ ਤੁਹਾਡੇ ਲਈ, ਠੀਕ ਹੈ। ਓਕੇ, ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਬੜੇ ਫੀਲ ਨਾਲ ਤੁਸੀਂ ਯਾਦ ਕਰ ਸਕਦੇ ਹੋ, ਜਿਵੇਂ ਇੰਡੀਆ ਦੇ ਵਿੱਚ 7,35,000 ਕੁਝ ਕੁ 100 ਪਿੰਡ ਹੈ, ਇੰਡੀਆ ਦੇ ਵਿੱਚ 12,000 500-700 ਮਤਲਬ ਪਿੰਡ ਹੈਗਾ ਪੰਜਾਬ 'ਚ, ਸੌਰੀ ਕੱਲੇ ਪੰਜਾਬ 'ਚ, ਠੀਕ ਹੈ। ਪੰਜਾਬ ਦੇ ਵਿੱਚ ਪਿੰਡ, ਹੁਣ ਇਹ ਪਿੰਡਾਂ ਦੀ ਇੱਕ ਗਿਣਤੀ ਹੈ ਆਪਣਾ, ਚਲੋ ਮਾੜਾ ਮੋਟਾ ਜਿਹੜੇ ਜਿਓਗ੍ਰਾਫੀ ਪੜ੍ਹਦੇ ਨੇ ਉਹਨਾਂ ਨੂੰ ਏਰੀਆਜ਼ ਵੀ ਯਾਦ ਰੱਖਣੇ ਪੈਂਦੇ ਨੇ, ਕਿਹੜਾ ਏਰੀਆ, ਇਹ ਕੋਈ ਬੜਾ ਡਾਟਾ ਨਹੀਂ ਹੈਗਾ। ਇੰਡਸਟਰੀਅਲ ਬੈਕਵਰਡਨੈਸ, ਸਾਡੀ ਇੰਡਸਟਰੀ ਵੀ ਬਹੁਤ ਬੈਕਵਰਡ ਸੀ। ਸਾਡੀ ਇੰਡਸਟਰੀ ਇੰਨੀ ਬੈਕਵਰਡ ਸੀ ਵੀ ਸਾਡੇ ਕੋਲ ਹੈਵੀ ਇੰਡਸਟਰੀ ਹੈ ਹੀ ਨਹੀਂ ਸੀ, ਸਟੀਲ ਵਗੈਰਾ ਦਾ ਜਾਂ ਹੋਰ ਬੜਾ ਜਿਹੜੀ ਬੇਸਿਕ ਇੰਡਸਟਰੀ ਹੁੰਦੀ ਹੈ ਜਿਹਦੇ ਸਿਰ ਤੇ ਅੱਗੇ ਇੰਡਸਟਰੀ ਬਣਦੀ ਹੈ, ਮਸ਼ੀਨਾਂ ਵਗੈਰਾ ਤਾਂ ਬਣਦੀਆਂ ਨਹੀਂ ਸੀ ਇੰਡੀਆ 'ਚ, ਇੰਪੋਰਟ ਤੇ ਸਾਡਾ ਜ਼ਿਆਦਾ ਸਹਾਰਾ ਹੁੰਦਾ ਸੀਗਾ। ਛੋਟੀ ਇੰਡਸਟਰੀ ਹੁੰਦੀ ਸੀ, ਕੋਟੇਜ ਇੰਡਸਟਰੀ ਹੁੰਦੀ ਸੀ, ਉਹ ਵੀ ਆਲਮੋਸਟ ਬਰਬਾਦ ਹੋ ਚੁੱਕੀ ਸੀ, ਰੂਇਨਡ ਹੋ ਚੁੱਕੀ ਸੀ, ਬਰਬਾਦ ਹੋਣਾ, ਵਿਨਾਸ਼ ਹੋਣਾ, ਖਰਾਬ ਹੋ ਜਾਣਾ, ਠੀਕ ਹੈ। ਤਾਂ ਜ਼ਿਆਦਾਤਰ ਜਿਹੜੀ ਕੈਪੀਟਲ ਗੁੱਡਸ ਸੀਗੀਆਂ ਉਹ ਅਸੀਂ ਇੰਪੋਰਟ ਕਰਦੇ ਸੀਗੇ ਬ੍ਰਿਟੇਨ ਤੋਂ। ਰੈਂਪੈਂਟ ਪੋਵਰਟੀ, ਬਹੁਤ ਹੀ ਗਰੀਬੀ ਫੈਲੀ ਹੋਈ ਸੀ, ਬਹੁਤ ਤੇਜ਼ੀ ਨਾਲ ਫੈਲੀ ਹੋਈ ਸੀ, ਬਹੁਤ ਫਾਸਟ ਗਰੀਬੀ ਫੈਲੀ ਹੋਈ। ਜ਼ਿਆਦਾਤਰ ਪੋਪੂਲੇਸ਼ਨ ਗਰੀਬ ਸੀ, ਪੀਪਲ ਸੀ ਜਿਹੜੇ ਉਹਨਾਂ ਨੂੰ 2 ਵਕਤ ਦਾ ਵੀ ਭੋਜਨ ਮਸਾਂ ਮਿਲਦਾ ਸੀਗਾ, ਕਈਆਂ ਕੋਲ ਘਰ ਨਹੀਂ ਸੀ, ਝੁੱਗੀਆਂ ਬਸਤੀਆਂ, ਹੋਰ ਕੱਪੜਾ, ਬਹੁਤ ਚੀਜ਼ਾਂ ਦੀ ਕਮੀ ਸੀ, ਬੇਰੁਜ਼ਗਾਰੀ ਬਹੁਤ ਜ਼ਿਆਦਾ ਸੀ ਔਰ ਅਨਪੜ੍ਹਤਾ ਬਹੁਤ ਬੜੇ ਲੈਵਲ ਤੇ ਫੈਲੀ ਹੋਈ ਸੀ, ਮੈਸਿਵ ਇਲਿਟਰੇਸੀ ਸੀਗੀ ਉਸ ਵਕਤ। ਪੂਰ ਇਨਫਰਾਸਟ੍ਰਕਚਰ ਹੁੰਦਾ ਕਿਸੇ ਦੇਸ਼ ਦੀ ਸੜਕ, ਕਿਸੇ ਦੇਸ਼ ਦੀ ਬਿਜਲੀ, ਉਸ ਦੇਸ਼ ਦਾ ਸਿਸਟਮ, ਗਵਰਨਮੈਂਟ ਦਾ, ਰਹਿਣ ਦਾ, ਖਾਣ ਦਾ, ਪੀਣ ਦਾ, ਡਰੇਨੇਜ, ਵਾਟਰ, ਮਤਲਬ ਇਨਫਰਾਸਟ੍ਰਕਚਰ ਬੋਲਦੇ ਆ ਇਸ ਨੂੰ, ਆਧਾਰਭੂਤ ਸੰਰਚਨਾ। ਜਿਸ ਦੇਸ਼ 'ਚ ਅੱਛੀਆਂ ਸੜਕਾਂ, ਅੱਛਾ ਬਿਜਲੀ, ਅੱਛਾ ਟਰਾਂਸਪੋਰਟ ਹੋਊਗਾ, ਅੱਛੀ ਗਵਰਨਮੈਂਟ ਹੋਊਗੀ,
अच्छा गैस सप्लाई होगा, अच्छा पानी सप्लाई होगा, अच्छा वेस्ट ड्रेनेज सिस्टम होगा, मतलब सीवरेज वगैरह। उस चीज ਨੂੰ ਉਸਨੂੰ ਅਸੀਂ ਕਹਾਂਗੇ ਅੱਛਾ ਇਨਫਰਾਸਟ੍ਰਕਚਰ। ठीक है, अच्छी अच्छी कंट्रियां देखो, अपनी इंडिया का इंफ्रास्ट्रक्चर माड़ा है क्योंकि ना तो अच्छी रेलवे है, ना ट्रांसपोर्ट सिस्टम है, ना सड़क अच्छी ने, लेकिन वैसे बाहर बिजली भी अच्छी ना जावे ना, मतलब बहुत इस चीज ਨੂੰ ਅਸੀਂ इंफ्रास्ट्रक्चर बोलते हैं कि ਜਿਹੜਾ ਸਾਡਾ ਬੇਸਿਕ ਸਪੋਰਟਿੰਗ ਸਿਸਟਮ ਹੈ ਕੰਟਰੀ ਦਾ। ਤੇ ਇੱਥੇ ਬੱਚੇ ਸਾਫ ਲਿਖਿਆ ਹੈ ਸਾਡੇ ਕੋਲ ਕਮਿਊਨੀਕੇਸ਼ਨ, ਟਰਾਂਸਪੋਰਟ, ਬਿਜਲੀ ਵਗੈਰਾ ਸਭ ਕੁਝ ਅਸੀਂ ਬਹੁਤ ਗਰੀਬ ਸੀ ਥੱਲੇ ਸੀਗੀ, ਔਰ ਸਾਡੀ ਸਿਰਫ 2100 ਮੈਗਾਵਾਟ ਦੀ ਪਾਵਰ ਸੀਗੀ 1948 ਦੇ ਵਿੱਚ ਬਿਜਲੀ ਦੀ। ਤੁਸੀਂ ਦੇਖੋ ਵੀ ਕਈ ਸ਼ਹਿਰਾਂ 'ਚ ਮਸਾਂ ਹੀ ਬਿਜਲੀ ਹੋਣੀ ਤੇ ਕਈ ਪਿੰਡਾਂ 'ਚ ਤਾਂ ਮਤਲਬ ਬਿਜਲੀ ਹੋਣੀ ਨਹੀਂ, ਇਸ ਤਰ੍ਹਾਂ ਦੇ ਹਾਲਾਤ। ਔਰ ਰੇਲਵੇ ਲਾਈਨ ਜਸਟ ਸਾਡੀ 53,500 ਕਿਲੋਮੀਟਰ ਸੀਗੀ ਬੱਚੇ। ਇਦਾਂ ਜਿਵੇਂ ਹੁਣ 53,596 ਇਹਨਾਂ ਐਗਜ਼ੈਕਟ ਫਿਗਰ ਯਾਦ ਕਰਨ ਦੀ ਜ਼ਰੂਰਤ ਨਹੀਂ, 53-54,000 ਵੀ ਯਾਦ ਕਰ ਲਓਗੇ ਨਾ, ਬਹੁਤ ਹੈ। ਠੀਕ ਹੈ, ਪੱਕੇ ਰੋਡ ਸੀ ਜਿਹੜੇ ਉਹ ਸਿਰਫ 155,000 ਕਿਲੋਮੀਟਰ ਸੀ। ਤੁਹਾਨੂੰ ਇਹ ਤੰਗ ਕਰਦਾ 155,000, 1.5 ਲੱਖ ਕਿਲੋਮੀਟਰ ਦੀ ਸੜਕ ਸੀ ਸਾਡੀ ਜਿਹੜੀ ਪੱਕੀ ਸੀਗੀ। ਬਸ ਇਦਾਂ ਯਾਦ ਕਰ ਲਓ। 2100 ਮੈਗਾਵਾਟ ਦੀ, 2100 ਮੈਗਾਵਾਟ ਦਾ ਯਾਦ ਕਰਨਾ ਪੈਣਾ, ਸਿਰਫ 2100 ਮੈਗਾਵਾਟ ਦੀ ਸਾਡੇ ਕੋਲ ਬਿਜਲੀ ਦੀ ਪਾਵਰ ਸੀ। 53,000 ਕਿਲੋਮੀਟਰ ਲੈਂਥ ਸੀ ਰੇਲਵੇ ਦੀ। ਅਸੀਂ ਜ਼ਿਆਦਾਤਰ ਟਰਸਟ ਕਰਦੇ ਸੀਗੇ ਇੰਪੋਰਟਸ ਤੇ 7 ਪੁਆਇੰਟ, ਹੈਵਿੰਗ ਡਿਪੈਂਡੈਂਸ ਔਨ ਇੰਪੋਰਟ। ਕੰਟਰੀ ਜਿਹੜੀ ਹੈਗੀ ਹੈ ਉਹ ਇੰਪੋਰਟ ਚਾਹੇ ਬੱਚੇ ਕਿਸੇ ਵੀ ਤਰ੍ਹਾਂ ਦੀ ਚੀਜ਼ ਹੈ, ਕੰਜ਼ਿਊਮਰ ਗੁੱਡਸ ਨੇ, ਮਸ਼ੀਨ ਹੈ, ਸਿਲਾਈ ਮਸ਼ੀਨ, ਮੈਡੀਸਨ, ਕੈਰੋਸਿਨ ਆਇਲ, ਬਾਈਸਾਈਕਲ, ਹਰ ਇੱਕ ਚੀਜ਼ ਅਸੀਂ ਕੀ ਫੋਰਨ ਤੋਂ ਇੰਪੋਰਟ ਕਰ ਰਹੇ ਹਾਂ। ਠੀਕ ਹੈ, ਤੇ ਆਰਮੀ ਜਿਹੜੀ ਹੈਗੀ ਹੈ ਉਹ ਵੀ ਸਾਡੀ ਡਿਫੈਂਸ ਇਕਵਿਪਮੈਂਟ ਲਈ ਫੋਰਨ ਤੇ मोदी साहब तो हले भी रफेल मंगा रहे हैं, वो भी इम्पोर्टेड ही। इम्पोर्ट। अरे भाई इजराइल से कुछ सीख लो, कहीं से कुछ ले लो, अपना मत बनाइए, बना रहे हैं हम अपना भी, लेकिन टेक्नोलॉजी ਲਈ ਸਾਨੂੰ ਫਿਰ ਵੀ ਬਾਹਰ ਜਾਣਾ ਪੈਂਦਾ। ਸਾਡੇ ਬੰਦੇ ਬਾਹਰ ਜਾ ਕੇ ਬਸ ਟੈਕਨੋਲੋਜੀ ਉਧਰ ਦੇ ਦਿੰਦੇ ਨੇ, ਉਹ ਬਣਾ ਕੇ ਫਿਰ ਸਾਨੂੰ ਵੇਚ ਦਿੰਦੇ ਨੇ। ਠੀਕ ਹੈ, ਲਿਮਿਟਡ ਅਰਬਨਾਈਜੇਸ਼ਨ, ਬੱਚੇ ਸ਼ਹਿਰੀਕਰਨ ਬਹੁਤ ਥੋੜਾ ਸੀਗਾ। ਸਿਰਫ ਬੱਚੇ 14% ਪੋਪੂਲੇਸ਼ਨ ਸ਼ਹਿਰਾਂ 'ਚ ਰਹਿੰਦੀ ਸੀਗੀ 1948 ਦੇ ਵਿੱਚ, ਔਰ 86% ਪੋਪੂਲੇਸ਼ਨ ਸੀ ਜਿਹੜੀ ਉਹ ਪਿੰਡਾਂ ਦੇ ਵਿੱਚ ਰਹਿੰਦੀ ਸੀ। ਰੂਰਲ ਪੋਪੂਲੇਸ਼ਨ ਜਿਹੜੀ ਹੈਗੀ ਆ ਬੱਚੇ, ਜਿਹੜੀ ਪਿੰਡਾਂ ਵਾਲੀ ਪੋਪੂਲੇਸ਼ਨ ਹੈ, ਜਿਹੜੀ ਬੱਚੇ ਆਪਣੇ ਕੋਲ ਪਿੰਡਾਂ ਵਾਲੀ ਪੋਪੂਲੇਸ਼ਨ ਹੈ, ਉਹਨਾਂ ਕੋਲ ਕੰਮ ਦੀ ਖੇਤੀਬਾੜੀ, ਕੰਮ ਲਈ ਸਿਰਫ ਖੇਤੀਬਾੜੀ ਹੀ ਮੇਨ ਮੌਕਾ ਹੁੰਦਾ ਸੀ, ਹੋਰ ਉਹਨਾਂ ਕੋਲ ਜ਼ਿਆਦਾ ਸਿਸਟਮ ਨਹੀਂ ਹੁੰਦਾ ਸੀ। ਇਸ ਕਰਕੇ ਉਹ ਫਿਰ ਗਰੀਬੀ ਹੋਰ ਗਰੀਬੀ ਸੀ, ਕਿਉਂਕਿ GDP 'ਚ ਤਾਂ ਕੰਟਰੀਬਿਊਸ਼ਨ ਹੈ ਨਹੀਂ ਨਾ ਇਹਨਾਂ, ਇਸ ਕਰਕੇ ਬੱਚੇ ਉਹ ਗਰੀਬੀ ਚ ਰਹਿੰਦੇ ਸੀ। ਸੈਮੀ ਫਿਊਡੀਅਲ ਇਕੋਨਮੀ ਮਤਲਬ ਸਾਮੰਤਵਾਦ ਸਿਸਟਮ ਸੀਗਾ। ਸਿਸਟਮ ਨੂੰ, ਸਰਕਾਰ ਨੂੰ ਉਹ ਲੋਕ ਚਲਾਉਂਦੇ ਸੀ ਜਿਨ੍ਹਾਂ ਕੋਲ ਕਾਫੀ ਪੈਸਾ ਹੁੰਦਾ ਸੀ ਜਾਂ ਜ਼ਮੀਨਾਂ ਦੇ ਮਾਲਕ ਹੁੰਦੇ ਸੀ, ਭੂਪਤੀ। ਫਿਊਡਲ ਸੀ, ਸਾਮੰਤਵਾਦ ਸਿਸਟਮ ਹੁੰਦਾ ਸੀਗਾ। ਠੀਕ ਹੈ, ਫਿਊਡਲ ਬੋਲਦੇ ਉਸਨੂੰ। ਆਜ਼ਾਦੀ ਦੇ ਟਾਈਮ ਤੇ ਇੰਡੀਅਨ ਇਕੋਨਮੀ ਸੀ ਜਿਹੜੀ ਨਾ ਤਾਂ ਹੋਲੀ ਫਿਊਡੀਅਲ ਸੀ, ਨਾ ਹੀ ਕੈਪੀਟਲਿਸਟ ਇਕੋਨਮੀ ਸੀ। ਕੈਪੀਟਲਿਸਟ ਇਕੋਨਮੀ ਹੁੰਦਾ ਜਿਹੜੇ ਬਿਜ਼ਨਸ ਲੋਕ ਨੇ, ਬਿਜ਼ਨਸਮੈਨ ਨੇ, ਉਹ ਬਿਜ਼ਨਸ ਕਰਦੇ ਨੇ ਤੇ ਆਪਣੀ ਮਰਜ਼ੀ ਨਾਲ ਸਾਰਾ ਸਿਸਟਮ ਚਲਾ ਰਹੇ ਨੇ, ਦੇਸ਼ ਚਲਾ ਰਹੇ ਨੇ। ਠੀਕ ਹੈ, ਇੱਕ ਮਿਕਸ ਸੀਗਾ ਜਿਸ 'ਚ ਅਮੀਰ ਲੋਕ ਔਰ ਬਿਜ਼ਨਸਮੈਨ ਲੋਕ ਜਾਂ ਸਰਕਾਰ ਰਲ ਮਿਲ ਕੇ ਸਿਸਟਮ ਚਲਾ ਰਹੀ ਸੀ। ਮਿਕਸਚਰ ਸੀ ਫਿਊਡਲਿਸਟਿਕ ਐਂਡ ਕੈਪੀਟਲਿਸਟਿਕ ਸਿਸਟਮ ਸੀਗਾ ਪ੍ਰੋਡਕਸ਼ਨ ਦਾ। ਠੀਕ ਹੈ, ਇਹਦੇ ਨਾਲ ਲੋ ਪ੍ਰੋਡਕਟਿਵਿਟੀ ਆਉਂਦੀ ਸੀ, ਕਿਉਂਕਿ ਜਦੋਂ ਤੁਹਾਨੂੰ ਆਪਣੇ ਪਰਸਨਲ ਪ੍ਰੋਫਿਟ ਦਾ ਪੈ ਜਾਂਦਾ ਹੈ ਕਿ ਮੈਂ ਕਮਾਣਾ ਹੈ, ਤਾਂ ਬੰਦਾ ਬੈਸਟ ਕਰਦਾ ਹੈ, ਅੱਛਾ ਕੰਮ ਕਰਦਾ ਹੈ, ਪ੍ਰੋਡਕਸ਼ਨ ਅੱਛੀ ਕਰਦਾ ਹੈ, ਕੋਈ ਵੀ ਕੰਮ ਅੱਛਾ ਕਰਦਾ ਹੈ। ਲੇਕਿਨ ਜਦੋਂ ਬੱਚੇ ਇੱਕ ਸਿਸਟਮ ਦੇ ਤਹਿਤ ਤੁਸੀਂ ਚੱਲਣਾ ਸ਼ੁਰੂ ਕਰਦੇ ਹੋ ਜਾਂ ਇੱਕ ਸਿਸਟਮ ਨੂੰ ਨਾਲ ਇਨਵੋਲਵ ਕਰ ਲੈਂਦੇ ਹੋ, ਉਸ ਵਕਤ ਇੱਕ ਹਲਕੀ ਫੀਲਿੰਗ, ਇੱਕ ਬਸ ਕੰਮ ਸਾਰਨ ਦੀ ਫੀਲਿੰਗ ਆਉਂਦੀ ਹੈ। ਤਾਂ ਇਹ ਤੁਹਾਨੂੰ ਬੱਚੇ ਸਿੱਖਣਾ ਪਊਗਾ। ਕਲੋਨੀਅਲ ਇਕੋਨਮੀ, ਇੰਡੀਅਨ ਇਕੋਨਮੀ ਜਿਹੜੀ ਸੀ ਉਹ ਬ੍ਰਿਟਿਸ਼ ਦੀ ਕਲੋਨੀ ਸੀ। ਬਸ ਬ੍ਰਿਟਿਸ਼ ਐ ਸਮਝ ਲਓ ਵੀ ਬ੍ਰਿਟਿਸ਼ ਗਵਰਨਮੈਂਟ ਜਿਵੇਂ ਚਾਹੁੰਦੀ ਸੀ ਉਵੇਂ ਕਰਵਾ ਲੈਂਦੀ ਸੀ ਇੱਕ ਤਰ੍ਹਾਂ ਦਾ। ਠੀਕ ਹੈ, ਕਿਉਂਕਿ ਉਹਦਾ ਇੱਕ ਪਾਰਟ ਸੀਗਾ। ਔਰ ਉਹਨਾਂ ਨੇ ਕੀ ਕਰਿਆ, ਇੰਡੀਆ ਦੀ ਡੋਮੈਸਟਿਕ ਇੰਡਸਟਰੀ ਨੂੰ ਖਤਮ ਕਰਤਾ, ਕਿਉਂਕਿ ਬਹੁਤ ਟੈਕਸ ਲਾਤੇ ਉਹਨਾਂ ਦੀ ਚੀਜ਼ਾਂ ਤੇ, ਔਰ ਆਪਣੀਆਂ ਚੀਜ਼ਾਂ ਬ੍ਰਿਟੇਨ ਤੋਂ ਬਣਾ ਕੇ ਇੰਡੀਆ 'ਚ ਭੇਜਤੀਆਂ, ਔਰ ਉਹ ਚੀਜ਼ਾਂ ਬੜੀਆਂ ਸਸਤੀਆਂ ਵੇਚੀਆਂ। ਇੱਕ ਵਾਰੀ ਆਦਤ ਲਗਾਉਣ ਵਾਲੀ ਗੱਲ ਹੈ, ਜਿਸ ਤਰ੍ਹਾਂ ਜੀਓ ਨੇ ਆਦਤ ਲਗਾਈ ਤੁਹਾਨੂੰ ਪਹਿਲਾਂ ਨੈਟ ਦੀ, ਤੁਸੀਂ ਇੱਕ GB ਇੱਕ ਮਹੀਨਾ ਚਲਾ ਲੈਂਦੇ ਸੀ, ਅੱਜ ਤੁਸੀਂ 1 GB ਇੱਕ ਦਿਨ 'ਚ, 1.5 GB ਤੁਹਾਨੂੰ ਵੀ ਥੋੜਾ ਲੱਗਦਾ ਵੀ ਕੀ ਚੀਜ਼ ਆ, ਖਤਮ ਹੋ ਗਿਆ। ਤੁਸੀਂ ਐਡਿਕਟਿਵ ਹੋ ਗਏ, ਆਦਤ ਪੈ ਗਈ ਤੁਹਾਨੂੰ ਹੱਦ। ਠੀਕ ਹੈ ਬੱਚੇ, ਦੇਖੋ ਇੰਡੀਅਨ ਆਰਟੀਸ਼ਨ ਮਤਲਬ ਕਲਾਕਾਰ, ਇੰਡੀਆ ਦੇ ਕਲਾਕਾਰਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਹੋਏ, ਆਪਣੀਆਂ ਛੋਟੀ ਇੰਡਸਟਰੀ ਨੂੰ ਖਤਮ ਕੀਤਾ ਗਿਆ। ਮਤਲਬ ਇਦਾਂ ਨਹੀਂ ਕਿ ਗੁੰਡੇ ਆਏ ਘੋੜਿਆਂ ਤੇ ਬੈਠ ਕੇ ਖਤਮ ਕੀਤਾ, ਟੈਕਸ ਲਾਏ, ਰੂਲ ਐਸੇ ਬਣਾਏ ਜਿਹੜੇ ਸਾਡੇ ਅਗੇਂਸਟ ਸੀ, ਹੌਲੀ ਸਾਨੂੰ ਖਤਮ ਕਰਤਾ। ਮਤਲਬ ਇੰਡੀਆ ਦਾ ਹੈਂਡੀਕ੍ਰਾਫਟ ਖਤਮ ਹੋ ਚੁੱਕਿਆ, ਸਿਸਟਮ ਖਤਮ ਹੋ ਚੁੱਕਿਆ। ਠੀਕ ਹੈ, ਇੰਡੀਆ 'ਚੋਂ ਜਿਹੜਾ ਮੇਨ ਮਸਾਲਾ, ਅੱਛੀਆਂ ਚੀਜ਼ਾਂ, ਕੱਚਾ ਮਾਲ, ਸਾਰਾ ਕੁਝ ਸਾਨੂੰ ਡਿਪਲੀਟ ਕਰਤਾ, ਔਰ ਬ੍ਰਿਟਿਸ਼ ਇੰਡਸਟਰੀ ਦੀ ਫੁੱਲ ਗਰੋਥ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਬੱਚੇ ਆਜ਼ਾਦੀ ਦੇ ਦਿਨਾਂ 'ਚ ਸਾਡੇ ਨਾਲ ਹੋਇਆ। ਖੇਤੀਬਾੜੀ ਦਾ ਕੀ ਹਾਲ ਸੀਗਾ ਇੰਡੀਪੈਂਡੈਂਸ
ਦੇ ਸਮੇਂ ਤੇ। ਦੇਖੋ ਇੱਕ ਬੱਚੇ ਡਾਟਾ ਹੈ, ਡਾਟੇ ਨੂੰ ਮੈਂ ਬਹੁਤ ਸ਼ਾਰਟਕਟ 'ਚ ਦੱਸੂੰਗਾ, ਤੁਸੀਂ ਇੱਕ ਵਾਰੀ ਰੀਡ ਭਾਵੇਂ ਕਰ ਲੈਣਾ, ਲੇਕਿਨ ਬਹੁਤ ਸ਼ਾਰਟਕਟ 'ਚ ਰੱਖਣਾ। ਸਾਡੀ ਪ੍ਰੋਡਕਸ਼ਨ ਬਹੁਤ ਥੋੜੀ ਸੀਗੀ, ਪ੍ਰੋਡਕਟਿਵਿਟੀ ਬਹੁਤ ਥੋੜੀ ਸੀ, ਲੋਕਾਂ 'ਚ ਅਕਲ ਵੀ ਘੱਟ ਸੀਗੀ ਚੀਜ਼ਾਂ ਨੂੰ ਪੈਦਾ ਕਰਨ ਦੀ, ਔਰ ਸਾਡੀ ਜ਼ਮੀਨਾਂ ਵੀ ਇੰਨੀਆਂ ਪਾਵਰਫੁਲ ਨਹੀਂ ਸੀ, ਪ੍ਰੋਡਕਸ਼ਨ ਲੋ ਹੁੰਦੀ ਸੀ। ਕਣਕ ਦੀ ਪੈਦਾਵਾਰ ਵਿੱਚ ਸਿਰਫ 660 ਕਿਲੋ ਹੁੰਦੀ ਸੀ 1 ਹੈਕਟੇਅਰ ਜ਼ਮੀਨ ਚੋਂ 1947 ਚ, ਲੇਕਿਨ ਅੱਜ 2016-17 ਦੇ ਵਿੱਚ ਇਹ 3200 ਕਿਲੋ ਪ੍ਰੋਡਕਸ਼ਨ ਹੁੰਦੀ ਹੈ ਜੀ ਕਣਕ ਦੀ, ਠੀਕ ਹੈ ਬੱਚੇ। ਔਰ ਚਾਵਲ ਦੀ ਪ੍ਰੋਡਕਸ਼ਨ 665 ਕਿਲੋ ਇੱਕ ਹੈਕਟੇਅਰ ਚੋਂ ਨਿਕਲਦੀ ਸੀਗੀ। ਆਈ ਥਿੰਕ 1 ਹੈਕਟੇਅਰ ਮੈਂ ਦੇਖਿਆ ਸੀਗਾ ਲਾਸਟ ਟਾਈਮ, ਮੇ ਵੀ ਕੁਝ ਕਿੱਲੇ ਹੁੰਦੇ ਨੇ। ਤੁਸੀਂ ਫਿਲਹਾਲ ਇਸ ਚੀਜ਼ ਤੇ ਜ਼ੋਰ ਨਾ ਪਾਈਓ, ਤੁਸੀਂ ਆਪਣਾ ਨੈਟ ਤੇ ਚੈੱਕ ਕਰਿਓ ਕਿ 1 ਹੈਕਟੇਅਰ ਕਿੰਨਾ ਹੈ, ਬਾਕੀ ਨਹੀਂ ਪਤਾ ਕਰਨਾ ਤਾਂ ਕੋਈ ਚੱਕਰ ਨਹੀਂ, ਬਸ ਯਾਦ ਰੱਖਿਓ ਆਪਣਾ। ਲੇਕਿਨ ਅੱਜ ਚਾਵਲ ਦੀ ਪੈਦਾਵਾਰ 2550 ਕਿਲੋ ਹੋ ਰਹੀ ਹੈ। ਹਾਂ, ਅਸੀਂ ਪੈਸਟੀਸਾਈਡ ਯੂਜ਼ ਕਰਦੇ ਹਾਂ, ਕੈਮੀਕਲ ਯੂਜ਼ ਕਰਦੇ ਹਾਂ, ਫਰਟੀਲਾਈਜ਼ਰ ਯੂਜ਼ ਕਰਦੇ ਹਾਂ, ਆਰਗੇਨਿਕ ਤਾਂ ਅਸੀਂ ਯੂਜ਼ ਕਰਦੇ ਨਹੀਂ ਨਾ। ਆਰਗੇਨਿਕ ਨਾਲ ਤਾਂ ਫਿਰ ਪ੍ਰੋਡਕਸ਼ਨ ਘਟਦੀ ਹੈ, ਲੇਕਿਨ ਫਿਰ ਉਹ ਜਿਹੀਆਂ ਸਾਨੂੰ ਬਿਮਾਰੀਆਂ ਦੇਖੀਆਂ, ਪੰਜਾਬ 'ਚ ਕੈਂਸਰ ਦੇਖਿਆ ਹਰ ਜਗ੍ਹਾ, ਠੀਕ ਹੈ। ਚਲੋ ਇੱਕ ਵੱਖਰਾ ਇਸ਼ੂ ਹੈ, ਇਸ ਚੀਜ਼ ਤੇ ਅਸੀਂ ਗੱਲ ਨਹੀਂ ਕਰਦੇ। ਪ੍ਰੋਡਕਸ਼ਨ ਦੀ ਕੁਆਂਟੀਟੀ ਦਿੱਤੀ ਹੋਈ ਹੈ ਵੀ ਸਿਰਫ 64 ਲੱਖ ਟਨ ਕਣਕ ਪੈਦਾ ਹੋਈ ਸੀਗੀ 1947 ਦੇ ਵਿੱਚ, ਲੇਕਿਨ 984 ਲੱਖ ਟਨ ਕਣਕ ਪੈਦਾ ਹੋਈ 16-17 ਦੇ ਵਿੱਚ। ਚਾਵਲ ਦਾ ਵੀ ਕੁਝ ਦੱਸਿਆ ਹੋਇਆ ਵੀ ਬਹੁਤ ਘੱਟ ਸੀ, 220 ਲੱਖ ਟਨ ਪ੍ਰੋਡਕਸ਼ਨ ਸੀਗੀ ਚਾਵਲ ਦੀ, ਔਰ ਅੱਜ 1102 ਲੱਖ ਟਨ ਪ੍ਰੋਡਕਸ਼ਨ ਹੈਗੀ ਹੈ। ਤਾਂ ਬੱਚੇ ਇਸ ਤਰ੍ਹਾਂ ਦਾ ਹਲਕਾ ਫੁਲਕਾ ਡਾਟਾ ਜਿਹੜਾ ਹੈਗਾ ਉਹ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਪ੍ਰੋਡਕਸ਼ਨ ਇਹਦੇ ਨਾਲੋਂ 5 ਗੁਣਾ ਵੱਧ ਗਈ, 6 ਗੁਣਾ ਵੱਧ ਗਈ ਜਾਂ 15 ਗੁਣਾ ਵੱਧ ਗਈ, ਇਸ ਤਰ੍ਹਾਂ ਦੀਆਂ ਛੋਟੀ-ਛੋਟੀਆਂ ਚੀਜ਼ਾਂ ਯਾਦ ਕਰਨੀਆਂ। ਬੱਚੇ ਅਸੀਂ ਜਦੋਂ ਆਜ਼ਾਦੀ ਦਾ ਟਾਈਮ ਸੀ, ਅਸੀਂ ਬਹੁਤ ਜ਼ਿਆਦਾ ਅਨਿਸ਼ਚਿਤਤਾ ਦੇ ਵਿੱਚ ਜਿਉਂਦੇ ਸੀ। ਸਰ ਇਹ ਕੀ ਚੀਜ਼ ਹੈ? ਮਤਲਬ ਬੱਚੇ ਜੇ ਮੀਂਹ ਪੈ ਗਿਆ ਤਾਂ ਫਸਲ ਅੱਛੀ ਹੋਗੀ, ਮੀਂਹ ਨਹੀਂ ਪਿਆ ਤਾਂ ਅੱਛੀ ਫਸਲ ਨਹੀਂ ਹੋਈ, ਦੇਵਤਿਆਂ ਨੂੰ ਪੂਜ ਲਓ, ਜੇ ਕਰ ਲਓ। ਅੱਜ ਕੱਲ ਤਾਂ ਚਲੋ ਆਪਣੇ ਕੋਲ ਸਬਮਰਸੀਬਲ ਹੈ, ਮੋਟਰ ਹੈ, ਕਹਿੰਦੇ ਮੋਟਰ ਹੈ, ਠੀਕ ਹੈ, ਡੀਜ਼ਲ ਹੈ, ਆਪਣੇ ਕੋਲ ਟਰੈਕਟਰ ਹੈ, ਬਿਜਲੀ ਨਹੀਂ ਵੀ ਹੈ ਤਾਂ ਵੀ ਪਹਿਲਾਂ ਬਿਜਲੀ ਦਾ ਰੌਲਾ, ਬਾਰਿਸ਼ ਦਾ ਰੌਲਾ, ਇਰੀਗੇਸ਼ਨ ਦੀ ਅਸੀਂ ਰੇਨਫਾਲ ਤੇ ਡਿਪੈਂਡ ਕਰਦੇ ਸੀ। ਔਰ ਪੂਅਰ ਇਨਸਾਨ ਜਿਹੜਾ ਹੈਗਾ ਉਹ ਨਾ ਤਾਂ ਕੋਈ ਅੱਛਾ ਖੂਹ, ਨਾ ਨਦੀ, ਨਾ ਸੂਆ, ਮਤਲਬ ਉਹਨੂੰ ਬੜਾ ਦਿੱਕਤ ਆਉਂਦੀ ਸੀਗੀ, ਠੀਕ ਹੈ। ਜ਼ਿਆਦਾਤਰ ਲੋਕ ਜਿਹੜੇ ਸੀਗੇ ਉਹ ਖੇਤੀਬਾੜੀ ਕਰਦੇ ਸੀ ਤੇ ਆਪਣੀ ਰੋਜੀ ਰੋਟੀ, ਆਪਣੀ ਕਣਕ, ਆਪਣਾ ਚਾਵਲ ਜਾਂ ਆਪਣੇ ਘਰ ਵਾਸਤੇ ਖਾਣ ਵਾਸਤੇ ਹੀ ਜ਼ਿਆਦਾਤਰ ਕਰਦੇ ਸੀ। ਉਹ ਕਮਰਸ਼ੀਅਲ ਨਹੀਂ ਸੀਗੇ, ਜ਼ਿਆਦਾ ਇਹ ਨਹੀਂ ਸੋਚਦੇ ਸੀ ਕਿ ਅਸੀਂ ਫਸਲ ਪੈਦਾ ਕਰੀਏ, ਵੇਚੀਏ, ਵੇਚ ਕੇ ਫਿਰ ਅਸੀਂ ਪੈਸੇ ਨਾਲ ਕੋਈ ਹੋਰ ਚੀਜ਼ ਖਰੀਦੀਏ। ਜ਼ਿਆਦਾਤਰ ਲੋਕ ਬਸ ਪ੍ਰੋਡਕਸ਼ਨ ਕਰਦੇ ਸੀਗੇ, ਪਿਛੜੇ ਹੋਏ ਸੀਗੇ, ਗਰੀਬ ਸੀਗੇ, ਔਰ ਆਪਣੀ ਜ਼ਰੂਰਤ ਨੂੰ ਬਸ ਫਸਲ ਤੋਂ ਪੂਰਾ ਕਰਦੇ ਸੀ। ਉਹਨਾਂ ਦੇ ਦਿਮਾਗ 'ਚ ਵਾਣਿਜ, ਕਮਰਸ, ਮਤਲਬ ਕਮਰਸ਼ੀਅਲ ਨਹੀਂ ਸੀ ਵੀ ਕਿ ਫਸਲ ਹੋ ਗਿਆ। ਅੱਜ ਮੈਂ ਬਹੁਤ ਬੰਦਿਆਂ ਨੂੰ ਜਾਣਦਾ, ਹਾਂਜੀ ਕਣਕ, ਹਾਂਜੀ ਆਪਣੇ ਵਾਸਤੇ ਜੀ ਅਸੀਂ ਕਣਕ ਉਗਾਈ ਹੈ ਬਿਨਾ ਫਰਟੀਲਾਈਜ਼ਰ ਤੋਂ, ਬਿਨਾ ਕਿਸੇ ਕੈਮੀਕਲ ਤੋਂ, ਤੇ ਲੋਕਾਂ ਵਾਸਤੇ ਤਾਂ ਇਹ ਉਗਾਈ ਹੋਈ ਹੈ ਬਹੁਤ ਵਧੀਆ। ਅੱਜ ਲੋਕਾਂ ਵਾਸਤੇ ਜ਼ਿਆਦਾ ਕਰਦੇ ਨੇ, ਮਤਲਬ ਵੇਚਣ ਵਾਸਤੇ ਜ਼ਿਆਦਾ ਕਰਦੇ ਨੇ, ਕਮਰਸ਼ੀਅਲ ਹੋ ਗਏ ਲੋਕ ਨੇ, ਪੈਸਾ ਕਮਾਉਣ ਦੇ ਪੁਆਇੰਟ ਆਫ ਵਿਊ 'ਚ ਜ਼ਿਆਦਾ ਸੋਚਦੇ ਨੇ। ਨੰਬਰ 4 ਪੁਆਇੰਟ ਬੱਚੇ, ਆਜ਼ਾਦੀ ਦੇ ਟਾਈਮ ਤੇ ਮਾਲਿਕ ਸੀ ਜਿਹੜੇ ਜ਼ਮੀਨ ਦੇ, ਤੇ ਅਸਲ ਜ਼ਮੀਨ ਵਾਹੁਣ ਵਾਲੇ ਕਿਸਾਨ ਸੀ ਜਿਹੜੇ, ਉਹਨਾਂ ਦੇ ਵਿੱਚ ਬਹੁਤ ਬੜਾ ਡਿਫਰੈਂਸ ਸੀ, ਗਲਫ ਸੀ, ਮਤਲਬ ਖਾੜੀ ਸੀ, ਖਾਈ ਸੀ, ਡਿਫਰੈਂਸ ਸੀ, ਫਰਕ ਸੀ, ਅੰਤਰ ਸੀ। ਇੱਕ ਬੰਦਾ ਤਾਂ ਬੱਚੇ ਅਮੀਰ ਹੈ, ਬੈਠਾ ਰੈਂਟ ਖਾ ਰਿਹਾ, ਪੈਸਾ ਖਾ ਰਿਹਾ, ਔਰ ਦੂਸਰਾ ਬੰਦਾ ਜ਼ਮੀਨ ਤੇ ਪਸੀਨਾ ਪਸੀਨੀ ਹੋ ਕੇ, ਜ਼ਮੀਨ ਨਾਲ ਮਿੱਟੀ ਹੋ ਕੇ ਉਹ ਮਿਹਨਤ ਕਰਕੇ ਪੈਸਾ ਕਮਾ ਰਿਹਾ, ਔਰ ਸਿਰਫ ਆਪਣੀ ਜੀਵਨ ਜਿਉ ਰਿਹਾ। ਉਹਦੇ ਕੋਲ ਇੰਨੇ ਪੈਸੇ ਨਹੀਂ ਬਚਦੇ ਸੀ ਕਿ ਉਹ ਖੇਤੀ 'ਚ ਇਨਵੈਸਟ ਕਰ ਸਕੇ ਪੈਸਾ, ਔਰ ਆਪਣੀ ਨਵੀਂ ਜ਼ਮੀਨ ਖਰੀਦ ਸਕੇ ਜਾਂ ਵਧਾ ਸਕੇ ਕੰਮ। ਉਹ ਜਸਟ ਇਹ ਸਿਸਟਮ ਇੰਨਾ ਗਰੀਬੀ ਵਾਲਾ ਸੀਗਾ ਕਿ ਕਿਸਾਨ ਜੇ ਅੱਛਾ ਬਾਰਿਸ਼ ਨਹੀਂ ਹੋਇਆ, ਉਹ ਕਰਜ਼ੇ 'ਚ ਫਸ ਕੇ ਖਰਾਬ ਹੋ ਜਾਂਦਾ ਸੀਗਾ। ਬੜਾ ਛੜਯੰਤਰਕਾਰੀ ਸਿਸਟਮ ਸੀਗਾ ਜਿਹਦੇ ਵਿੱਚ ਜ਼ਮੀਨ ਦੇ ਮਾਲਿਕ ਸੀਗੇ, ਉਹ ਜਿਹੜੀ ਲੇਬਰ ਕੰਮ ਕਰਨਾ ਨਹੀਂ, ਉਹ ਤੋਂ ਕੰਮ ਕਰਾ ਕੇ ਉਹਨੂੰ ਲੋਅਰ ਲੈਵਲ ਤੇ ਰੱਖਿਆ ਹੋਇਆ ਸੀਗਾ। ਔਰ ਅੱਜ ਕੱਲ ਵੀ ਇਹੀ ਕੁਝ ਚੱਲਦਾ। ਗਰੀਬ ਲੋਕ ਜਿਹੜੇ ਹੈਗੇ ਨੇ ਹੋਰ ਸਟੇਟਾਂ ਦੇ, ਉਹ ਪੰਜਾਬ ਦੇ ਵਿੱਚ ਆਉਂਦੇ ਨੇ, ਔਰ ਪੰਜਾਬ ਦੇ ਲੋਕ ਨੇ ਜਿਹੜੇ ਉਹਨਾਂ ਤੋਂ ਕੰਮ ਕਰਵਾ ਕੇ, ਬੜੇ ਸਸਤੇ 'ਚ ਕੰਮ ਕਰਵਾ ਕੇ ਆਪਣਾ ਕੰਮ ਸਾਰ ਲੈਂਦੇ ਨੇ, ਠੀਕ ਹੈ। ਹੁਣ ਆਪਾਂ ਕੀ ਕਹੀਏ ਕਿਹੜੀ ਸਟੇਟ ਦੇ ਕਿਵੇਂ ਆਉਂਦੇ ਨੇ, ਠੀਕ ਹੈ, ਆਪਾਂ ਸਾਇਲੈਂਟ ਹੀ ਰਹਿੰਦੇ ਆ। ਨੰਬਰ 5, ਸਮਾਲ ਐਂਡ ਫਰੈਗਮੈਂਟਡ ਹੋਲਡਿੰਗਸ। ਬੱਚੇ ਬਾਪ ਦੇ ਜੇ 4 ਪੁੱਤ ਨੇ ਤਾਂ ਜ਼ਮੀਨ ਹੈ, ਜ਼ਮੀਨ 4 ਭਾਗਾਂ 'ਚ ਵੰਡ ਗਈ, ਅਗਲੀ ਪੀੜ੍ਹੀ ਆਈ, ਅੱਗੇ ਜ਼ਮੀਨ ਵੰਡ ਗਈ, ਜ਼ਮੀਨ ਛੋਟੇ ਟੁਕੜੇ ਹੋ ਗਏ, ਫਰੈਗਮੈਂਟਸ ਹੋ ਗਏ, ਟੁਕੜੇ ਹੋ ਗਏ। ਔਰ ਜ਼ਿਆਦਾਤਰ ਲੋਕ ਸੀ ਜਿਹੜੇ ਉਹਨਾਂ ਕੋਲ ਛੋਟੀ ਜ਼ਮੀਨਾਂ ਸੀ। ਇੱਕ ਬੰਦਾ ਛੋਟੀ ਜ਼ਮੀਨ ਲਈ ਟਰੈਕਟਰ ਪਰਚੇਸ ਕਰਦਾ, ਉਹਨੂੰ ਮਹਿੰਗਾ ਪੈ ਜਾਂਦਾ ਹੈ, ਲੇਕਿਨ ਇੱਕ ਬੰਦੇ ਕੋਲ ਬਹੁਤ ਬੜੀ ਜ਼ਮੀਨ ਹੈ, ਉਹਨੂੰ ਵੀ ਇੱਕੋ ਹੀ ਟਰੈਕਟਰ ਪਰਚੇਸ ਕਰਨਾ ਪੈਂਦਾ ਹੈ, ਜਾਂ ਚਲੋ ਉਸ ਨੂੰ ਸਸਤਾ ਪੈਂਦਾ ਹੈ। ਤੇ ਬੱਚੇ ਸਮਾਲ ਲੈਂਡ ਹੋਲਡਿੰਗ ਵਾਲੇ ਜਿਹੜੇ ਕਿਸਾਨ ਸੀਗੇ, ਉਹਨਾਂ ਨੂੰ ਬੜਾ ਮਹਿੰਗਾ ਸਿਸਟਮ ਪੈਂਦਾ ਸੀਗਾ, ਠੀਕ ਹੈ। ਇਸ ਕਰਕੇ ਸਾਡੀ ਜਿਹੜੀ ਖੇਤੀ ਸੀ ਪਿਛੜੀ ਹੋਈ ਸੀ ਸਿਸਟਮ। ਕਰ ਸਿਸਟਮ ਸੀਗਾ, ਲਗਾਨ ਸਿਸਟਮ ਸੀ। ਸਾਰਿਆਂ ਨੇ ਆਮਿਰ ਖਾਨ ਦੀ ਲਗਾਨ ਫਿਲਮ ਦੇਖੀ ਹੋਈ ਹੈ, ਉਹਦੇ ਵਿੱਚ ਕਿਸ ਤਰ੍ਹਾਂ ਲੈਂਡ ਰੈਵਨਿਊ, ਜਿਹਨੂੰ ਲਗਾਨ ਕਹਿੰਦੇ ਸੀਗੇ, ਉਹ ਬ੍ਰਿਟਿਸ਼ ਰਾਜ ਦੇ ਵਿੱਚ ਹੁੰਦਾ ਸੀਗਾ। ਇਸ ਦੇ ਵਿੱਚ ਜ਼ਮੀਨ ਦੇ ਮਾਲਿਕ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਆਏਗਾ ਨਾ, ਕਿਉਂਕਿ ਜਿਸ ਟਿਲਰ ਨੇ, ਹਲ ਵਾਹਣ ਵਾਲੇ ਬੰਦੇ ਨੇ ਜ਼ਮੀਨ ਤੇ ਕੰਮ ਕਰਨਾ ਹੈ, ਉਸ ਬੰਦੇ ਨੇ ਤਾਂ ਸਾਰੀ ਮਿਹਨਤ ਕਰਨੀ ਹੈ, ਮਿਹਨਤ ਕਰਕੇ ਉਹਨੇ ਜੋ ਪੈਸਾ ਕਮਾਣਾ ਹੈ ਜ਼ਮੀਂਦਾਰ ਨੂੰ ਦੇ ਦੇਣਾ ਹੈ, ਜ਼ਮੀਂਦਾਰ ਨੇ ਉਹੀ ਪੈਸੇ ਦੇ ਵਿੱਚੋਂ ਬ੍ਰਿਟਿਸ਼ ਗਵਰਨਮੈਂਟ ਨੂੰ
कर दे देने, टैक्स दे देने, ड्यूटी दे देनी है, लगान दे देना, कुछ भी नाम ना बोलो। तो जमींदार से ਜਿਹੜੇ ਉਹ ਪਰਮਾਨੈਂਟ ਮਾਲਕ ਸੀਗੇ, ਜ਼ਮੀਂਦਾਰ ਸੀ, ਉਹ ਪੱਕੇ ਪੈਸੇ ਗਵਰਨਮੈਂਟ ਨੂੰ ਦਿੰਦੇ ਸੀਗੇ ਔਰ ਪੱਕੇ ਪੈਸੇ ਜ਼ਮੀਂਦਾਰ ਟਿਲਰ ਤੋਂ ਲੈ ਲੈਂਦੇ ਸੀ। ਹੁਣ ਅੱਗੇ ਕਿਸਾਨ ਦੀ ਫਸਲ ਅੱਛੀ ਹੋਈ ਮਾੜੀ ਹੋਈ ਜੋ ਹੋਈ, ਚਲੋ ਮਾੜਾ ਮੋਟਾ ਉਹਦੇ ਨਾਲ ਮਤਲਬ ਇੱਕ ਤਰ੍ਹਾਂ ਦਾ ਸ਼ੋਸ਼ਣ ਸੀ, ਧੱਕਾ ਸੀ, ਬਹੁਤ ਨਜਾਇਜ਼ ਸਿਸਟਮ ਗਲਤ ਸੀਗਾ ਉਸ ਟਾਈਮ। ਔਰ ਫਾਰਮਿੰਗ ਸੀ ਜਿਹੜੇ ਉਹ ਬਸ ਮਸਾਂ ਹੀ ਫਾਰਮਿੰਗ ਕਰ ਪਾਉਂਦੇ ਸੀ ਔਰ ਮਸਾਂ ਹੀ ਆਪਣਾ ਘਰ ਚਲਾ ਪਾਉਂਦੇ ਸੀਗੇ, ਠੀਕ ਹੈ। ਅਨਲਿਮਿਟਿਡ ਸ਼ੋਸ਼ਣ ਹੋਇਆ ਬੱਚੇ ਕਿਸਾਨਾਂ ਦਾ, ਠੀਕ ਹੈ। ਆਪਣੀ ਮਰਜ਼ੀ ਨਾਲ ਜਿਹੜੇ ਜ਼ਮੀਂਦਾਰ ਸੀਗੇ, ਸਾਮੰਤਵਾਦ ਸਿਸਟਮ ਸੀ, ਪੈਸੇ ਵਾਲੇ ਅਮੀਰ ਲੋਕ ਜਿਨ੍ਹਾਂ ਕੋਲ ਵੱਧ ਲੈ ਲਿਆ, ਟੈਕਸ ਘੱਟ ਲੈ ਲਿਆ, ਲਗਾਨ ਵੱਧ ਲੈ ਲਿਆ, ਠੀਕ ਹੈ। ਬੱਚੇ ਜਿਹੜੇ ਟੀਲਰ ਸੀਗੇ ਉਹਨਾਂ ਨੂੰ ਐ ਕਿਹਾ ਜਾਂਦਾ ਸੀਗਾ ਵੀ ਇਹ ਤਾਂ ਬਿਨਾਂ ਜ਼ਮੀਨ ਦੀ ਲੇਬਰ ਹੈ। ਲੇਬਰ ਮਤਲਬ ਇੱਕ ਹਲਕੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਕਿ ਇਹ ਤਾਂ ਹਲਕੇ ਗਰੀਬ ਲੋਕ ਨੇ, ਜ਼ਮੀਨ ਤੋਂ ਬਿਨਾਂ ਲੇਬਰ ਹੈ, ਇਹਨਾਂ ਦਾ ਕੀ ਹੈ, ਜਸਟ ਇੱਕ ਕਿਸਾਨ। ਲੈਂਡਲੈਸ ਲੇਬਰਰਸ ਜਿਹੜੇ ਉਹ ਜਸਟ ਆਪਣੀ ਦਿਹਾੜੀ ਪਾਉਂਦੇ ਸੀ ਔਰ ਰੋਜ਼ ਰੋਟੀ ਆਪਣੀ ਘਰ ਦੀ ਖਾ ਲੈਂਦੇ ਸੀ, ਠੀਕ ਹੈ। ਪਿਛਲਾਪਨ ਸੀਗਾ, ਬਹੁਤ ਜ਼ਿਆਦਾ ਪਿਛਲਾਪਨ ਸੀ ਔਰ ਬੈਠੇ ਬਿਠਾਏ ਜ਼ਮੀਂਦਾਰ ਆਪਣੀ ਲਗਜ਼ਰੀ ਲਾਈਫ ਜਿਉਂਦਾ ਸੀਗਾ। ਬੱਚੇ ਖੇਤੀਬਾੜੀ ਨੂੰ ਧੱਕੇ ਨਾਲ ਕਮਰਸ਼ੀਅਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਫੋਰਸਡ ਕਮਰਸ਼ੀਅਲਾਈਜੇਸ਼ਨ ਆਫ ਐਗਰੀਕਲਚਰ। ਕਮਰਸ਼ੀਅਲਾਈਜੇਸ਼ਨ ਮੀਨ ਹੁੰਦਾ ਤੁਸੀਂ ਪ੍ਰੋਡਕਸ਼ਨ ਕਰੋ ਔਰ ਮਾਰਕੀਟ 'ਚ ਵੇਚੋ, ਲੇਕਿਨ ਤੁਸੀਂ ਆਪਣੀ ਡਿਮਾਂਡ ਤਾਂ ਪੂਰੀ ਕਰ ਰਹੇ ਹੋ ਆਪਣੀ ਪ੍ਰੋਡਕਸ਼ਨ ਨਾਲ, ਲੇਕਿਨ ਮਾਰਕੀਟ 'ਚ ਸਪਲਾਈ ਕਰ ਰਹੇ ਹੋ, ਠੀਕ ਹੈ। ਫਾਰਮਰਸ ਨੂੰ ਸਮਝਾਇਆ ਗਿਆ ਤੁਸੀਂ ਇੰਡੀਗੋ ਮਤਲਬ ਨੀਲ, ਠੀਕ ਹੈ, ਟਾਈਪ ਕੋਈ ਚੀਜ਼ ਹੈ, ਕੋਈ ਫਸਲ ਨੂੰ ਉਗਾਓ। ਉਹ ਫਸਲ ਉਗਾਉਣ ਨਾਲ ਬੱਚੇ ਜ਼ਮੀਨਾਂ ਦੀ ਕੁਆਲਿਟੀ ਖਤਮ ਹੋ ਜਾਂਦੀ ਹੈ, ਜ਼ਮੀਨ ਦੇ ਵਿੱਚੋਂ ਪੋਸ਼ਕ ਤੱਤਵ ਖਤਮ ਹੋ ਜਾਂਦੇ ਨੇ, ਲੇਕਿਨ ਬੱਚੇ ਤੁਹਾਨੂੰ ਫੋਰਸ ਕੀਤਾ ਗਿਆ ਵੀ ਇਹ ਚੀਜ਼ ਬਣਾਓ, ਅਸੀਂ ਗਵਰਨਮੈਂਟ ਅਸੀਂ ਖਰੀਦਾਂਗੇ, ਠੀਕ ਹੈ। ਤਾਂ ਕਿਉਂਕਿ ਇੰਡੀਗੋ ਜਿਹੜਾ ਹੈਗਾ ਉਹ ਕੱਪੜੇ ਤੇ ਯੂਜ਼ ਹੁੰਦਾ, ਕੱਪੜੇ ਨੂੰ ਕਲਰ ਕਰਨ ਲਈ, ਡਾਈ ਕਰਨ ਲਈ, ਬਲੀਚ ਕਰਨ ਲਈ। ਬਲੀਚ ਦਾ ਮਤਲਬ ਹੁੰਦਾ ਰੰਗ ਉਤਾਰਨਾ, ਡਾਈ ਮਤਲਬ ਹੁੰਦਾ ਰੰਗ ਕਰਨਾ। ਟੈਕਸਟਾਈਲ ਮੀਨਸ ਕੱਪੜਾ, ਠੀਕ ਹੈ। ਬ੍ਰਿਟੇਨ ਨੂੰ ਇਹ ਚੀਜ਼ ਚਾਹੀਦੀ ਸੀ, ਉਹਨੇ ਕਿਸਾਨਾਂ ਨੂੰ ਲਾਲਚ ਦਿੱਤਾ ਜ਼ਮੀਨ ਤੇ ਇੰਡੀਗੋ ਉਗਾਓ, ਇੰਡੀਗੋ ਉਗਾਓ। ਉਹ ਆਪਣੀ ਕਣਕ ਚਾਵਲ ਨੂੰ ਛੱਡ ਕੇ ਉਗਾਉਣ ਲੱਗੇ, ਉਹਨਾਂ ਦੀ ਜ਼ਮੀਨ ਚੋਂ ਪਾਵਰ ਹੀ ਖਤਮ ਹੋ ਗਈ, ਜ਼ਮੀਨਾਂ ਉਹਨਾਂ ਦੀਆਂ ਫਰਟੀਲਾਈਜ਼ ਨਹੀਂ ਰਹੀਆਂ, ਉਪਜਾਊ ਨਹੀਂ ਰਹੀਆਂ, ਉਹਨਾਂ 'ਚ ਸ਼ਕਤੀ ਘਟ ਗਈ, ਠੀਕ ਹੈ। ਫਾਰਮਰ ਪਹਿਲਾਂ ਤਾਂ ਲਲਚਾ ਕੇ ਲਾਲਚ ਖਾ ਕੇ ਉਹਨਾਂ ਨੇ ਐਡਵਾਂਸ ਪੈਸੇ ਵੀ ਲਏ, ਲੇਕਿਨ ਹੌਲੀ ਹੌਲੀ ਬੱਚੇ ਇਸ ਚੀਜ਼ ਨੇ ਵੀ ਉਹਨਾਂ ਨੂੰ ਜਸਟ ਦਿਹਾੜੀ ਹੋਈ ਦਿੱਤੀ, ਆਪਣਾ ਜੀਵਨ ਨਿਰਵਾਹ ਕਰਨ ਲਈ ਜਿਹੜਾ ਪੈਸਾ ਚਾਹੀਦਾ ਹੁੰਦਾ ਸਿਰਫ ਉਹੀ ਦਿੱਤਾ, ਐਕਸਟਰਾ ਪੈਸਾ ਨਹੀਂ ਦਿੱਤਾ ਹੈਗਾ। ਫਾਰਮਰਸ ਨੇ ਜਿਹੜੇ ਉਹ ਬਸ ਫੈਮਿਲੀ ਦੀ ਕੰਜ਼ੰਪਸ਼ਨ, ਬਸ ਹਲਕਾ ਫੁਲਕਾ ਮਾਰਕੀਟ ਦਾ। ਕੁੱਲ ਮਿਲਾ ਕੇ ਬੱਚੇ ਲੰਬੇ ਸਮੇਂ 'ਚ ਇਹੀ ਹੋਇਆ ਕਿ ਕਿਸਾਨ ਕਰਜ਼ਦਾਰ ਹੋ ਚੁੱਕਿਆ, ਲਗਾਤਾਰ ਕਰਜ਼ਦਾਰ ਹੋ ਚੁੱਕਿਆ, ਸ਼ਾਸ਼ਵਤ ਕਰਜ਼ਦਾਰ ਹੋ ਚੁੱਕਿਆ। ਪਰਪੀਚੁਅਲ ਦਾ ਮਤਲਬ ਹੁੰਦਾ ਠੀਕ ਹੈ, ਲੰਬੇ ਸਮੇਂ ਦਾ ਕਰਜ਼ਦਾਰ ਜਾਂ ਸ਼ਾਸ਼ਵਤ ਜਾਂ ਹਮੇਸ਼ਾ ਲਈ। ਔਰ ਇਸ ਚੀਜ਼ ਨੇ ਖੇਤੀਬਾੜੀ ਤੇ ਇੱਕ ਬਹੁਤ ਹੀ ਮੰਦਾ ਕਲੰਕਿਤ ਦਾਗ ਲਗਾ ਦਿੱਤਾ, ਠੀਕ ਹੈ ਬੱਚੇ। ਬਰੀਫਲੀ ਇੰਡੀਪੈਂਡੈਂਸ ਦੇ ਸ਼ਾਮ ਨੂੰ ਇੰਡੀਅਨ ਐਗਰੀਕਲਚਰ ਸੀ ਜਿਹੜੀ ਉਹ ਬਹੁਤ ਹੀ ਪਿਛੜੀ ਹੋਈ, ਬਹੁਤ ਹੀ ਮੰਦੀ, ਬਹੁਤ ਹੀ ਕਲੰਕਿਤ, ਬਹੁਤ ਹੀ ਨਾਨ ਵਾਈਬ੍ਰੈਂਟ ਸੀਗੀ, ਠੀਕ ਹੈ। ਔਰ ਇਸ ਨੇ ਲੋ ਪ੍ਰੋਡਕਸ਼ਨ, ਲੋ ਪ੍ਰੋਡਕਟਿਵਿਟੀ, ਅਨਸਰਟੇਨਿਟੀ ਨੂੰ ਜਨਮ ਦਿੱਤਾ। ਸਿਰਫ ਲੋਕ ਜਿੰਦਾ ਰਹਿਣ ਲਈ ਬਸ ਰੋਜੀ ਰੋਟੀ ਲਈ ਖੇਤੀ ਕਰਦੇ ਸੀ। ਛੋਟੇ ਕਿਸਾਨਾਂ ਕੋਲ ਜ਼ਮੀਨਾਂ ਹੁੰਦੀਆਂ ਸੀ। ਮਾਲਿਕ ਜ਼ਮੀਨ ਦਾ ਔਰ ਜ਼ਮੀਨ ਦੇ ਉੱਤੇ ਖੇਤੀ ਕਰਨ ਵਾਲੇ ਬੰਦੇ ਦੇ ਵਿੱਚ ਬਹੁਤ ਫਰਕ ਹੁੰਦਾ ਸੀ। ਉਹਨਾਂ ਦੀ ਬਹੁਤ ਫਰਕ ਹੁੰਦਾ ਸੀ, ਉਹਨਾਂ 'ਚ ਗਲਤ ਸੀ ਬੜਾ। ਲੈਂਡ ਰੈਵਨਿਊ ਸਿਸਟਮ ਸੀ, ਬ੍ਰਿਟਿਸ਼ ਗਵਰਨਮੈਂਟ ਲੁੱਟਦੀ ਸੀਗੀ। ਫਿਰ ਉਸ ਤੋਂ ਬਾਅਦ ਖੇਤੀਬਾੜੀ ਦਾ ਧੱਕੇ ਨਾਲ ਕਮਰਸ਼ੀਅਲਾਈਜੇਸ਼ਨ ਕੀਤਾ ਗਿਆ। ਇੰਡੀਗੋ ਉਗਾਓ, ਤੁਹਾਡੀ ਜ਼ਮੀਨ ਦੀ ਕੁਆਲਿਟੀ ਖਤਮ ਕੀਤੀ ਗਈ, ਠੀਕ ਹੈ ਬੱਚੇ। ਜਿਹੜੇ ਹੋਟਸ ਹੈ ਜਾਂ ਇਹ ਗ੍ਰੀਨ ਜਾਂ ਛੋਟੇ ਮੋਟੇ ਕਲਰ ਵਾਈਜ਼ ਕਰਕੇ ਤੁਹਾਡੀ ਬੁੱਕ ਦੇ ਵਿੱਚ ਇਹ ਸ਼ੋਅ ਕਰ ਦਿੰਦੇ ਨੇ ਥੋੜਾ ਬਹੁਤਾ, ਇਹਨਾਂ ਤੇ ਵੀ ਫੋਕਸ ਦੇਣਾ ਹੈ, ਠੀਕ ਹੈ। ਇਹ ਵੀ ਬਹੁਤ ਅੱਛਾ ਪੁਆਇੰਟ ਹੈ। ਤੁਹਾਡੀ ਇੰਡਸਟਰੀ ਕਿਵੇਂ ਸੀਗੀ ਆਜ਼ਾਦੀ ਦੇ ਟਾਈਮ ਤੇ? ਇੰਡਸਟਰੀ ਬੱਚੇ ਤੁਹਾਡੀ ਅੱਛੀ ਸੀ, ਲੇਕਿਨ ਇੰਡਸਟਰੀ ਨੂੰ ਹੌਲੀ ਹੌਲੀ ਖਤਮ ਕੀਤਾ ਗਿਆ, ਡੀ ਇੰਡਸਟਰੀਅਲਾਈਜੇਸ਼ਨ ਕੀਤਾ ਗਿਆ। ਇੱਕ ਗੇਮ ਖੇਲ ਕੇ, ਇੱਕ ਛੋਟੇ ਸਮੇਂ 'ਚ ਨਹੀਂ ਹੋਇਆ ਕੰਮ, ਕਈ ਸਾਲਾਂ 'ਚ ਹੋਇਆ। ਕਈ ਸਾਲਾਂ 'ਚ ਬੱਚੇ ਤੁਹਾਡੀ ਹੈਂਡੀਕ੍ਰਾਫਟ ਨੂੰ ਡਿਕੇ ਕੀਤਾ ਗਿਆ। ਡਿਕੇ ਦਾ ਮਤਲਬ ਹੁੰਦਾ ਬੱਚੇ ਪਤਨ ਇੱਕਦਮ ਨਹੀਂ ਹੁੰਦਾ ਕਿ ਲੋਕ ਆਏ ਉਹਨਾਂ ਨੇ ਬੰਦੂਕਾਂ ਨਾਲ ਤੁਹਾਡੇ ਬਿਜ਼ਨਸ ਉਡਾਤੇ ਜਾਂ ਤੁਹਾਡੇ, ਇਦਾਂ ਨਹੀਂ ਹੁੰਦਾ। ਰੂਲ ਇਸ ਤਰ੍ਹਾਂ ਦੇ ਬਣਾਏ ਗਏ ਕਿ ਤੁਹਾਨੂੰ ਖਤਮ ਕਰ ਦਿੱਤਾ ਗਿਆ, ਠੀਕ ਹੈ। ਡਿਕੇ ਆਫ ਹੈਂਡੀਕ੍ਰਾਫਟ। ਬੱਚੇ ਇੰਡੀਆ ਦੀ ਇੰਨੀ ਰੈਪੂਟੇਸ਼ਨ ਸੀ, ਲੋਕ ਮੰਨਦੇ ਸੀ ਵੀ ਸਾਡੇ ਇੰਡੀਆ ਦੇ ਵਿੱਚ ਕਿਆ ਪ੍ਰੋਡਕਟ ਬਣਦੇ ਨੇ, ਕੱਪੜਾ, ਗਲੀਚਾ, ਹੱਥ, ਹੈਂਡਵਰਕ, ਮਿੱਟੀ ਦੇ ਭਾਂਡੇ, ਜਾਂ ਬੱਚੇ ਆਰਮੀ ਯੂਜ਼ ਕਰਦੀ ਹੈ ਜਿਹੜੇ ਆਪਣੇ ਹੈਂਡੀਕ੍ਰਾਫਟ ਵਗੈਰਾ, ਕੁਝ ਬਹੁਤ ਸਮਾਨ ਹੈ, ਬਹੁਤ ਚੀਜ਼ਾਂ ਨੇ ਬੱਚੇ। ਟੈਰਿਫ ਪੋਲਿਸੀ ਬੱਚਾ ਬੜਾ ਹੀ ਡਿਸਕ੍ਰਿਮੀਨੇਸ਼ਨ ਰੱਖਿਆ ਗਿਆ। ਬੱਚੇ ਦੇਖੋ ਪੁਰਾਣੇ ਪੁਆਇੰਟ ਨੇ, ਇੱਕ ਵਾਰੀ ਫਾਸਟ ਪੜ੍ਹਨਾ, ਕੁਝ ਵੀ ਨਵਾਂ ਨਹੀਂ, ਬਹੁਤ ਹੀ ਆਸਾਨ ਨੇ। ਇਹਨਾਂ ਨੇ ਸਾਰਾ ਜ਼ੋਰ ਲਾਇਆ ਕਿ ਇੰਡੀਆ ਤੋਂ ਕੱਚਾ ਮਾਲ ਬਾਹਰ ਭੇਜੀਏ, ਬੜਾ ਸਸਤਾ, ਔਰ ਉਧਰੋਂ ਸਸਤਾ ਮਾਲ ਤਿਆਰ ਕਰਕੇ ਇੱਧਰ ਭੇਜੀਏ, ਔਰ ਇੰਡੀਅਨ ਲੋਕਾਂ ਨੂੰ ਕੰਮ ਮਿਲੇ ਨਾ, ਔਰ ਜੋ ਇੰਡੀਅਨ ਲੋਕ ਕੰਮ ਕਰ ਰਹੇ ਨੇ ਪਹਿਲਾਂ ਹੀ ਉਹਨਾਂ ਦਾ ਕੰਮ ਖਤਮ ਹੋ ਜਾਵੇ, ਔਰ ਲੋਕਾਂ ਨੂੰ ਆਦਤ ਪਾ ਦਈਏ ਬਲੈਤੀ ਮਾਲ ਦੀ, ਫੋਰਨ ਕੰਟਰੀ ਦੇ ਪ੍ਰੋਡਕਟਸ ਦੀ, ਚੀਜ਼ਾਂ ਦੀ। ਤਾਂ ਲੋਕ ਇਸ ਤਰ੍ਹਾਂ ਹੋਏ ਵੀ, ਔਰ ਇਸੀ ਵਜ੍ਹਾ ਨਾਲ ਸਾਡਾ ਡਾਲਰ ਹੈ ਜਿਹੜਾ, ਸਾਡਾ ਰੁਪਈਆ ਜਿਹੜਾ ਉਹ ਡਾਲਰ ਦੇ ਮੁਕਾਬਲੇ ਬਹੁਤ ਨੀਚੇ ਚਲਾ ਗਿਆ। 1947-48
ਉਹ 47 ਛੱਡ ਦਿਓ, 48 49 50 ਦੇ ਵਿੱਚ $1 1 ਰੁਪਏ ਦੇ ਬਰਾਬਰ ਸੀ। ਔਰ ਸਾਡਾ ਚਾਂਦੀ ਦਾ ਸਿੱਕਾ ਜੇ ਅੱਜ ਵੀ ਪਿਆ ਹੋਵੇ, ਅੱਜ ਇਸ ਵਕਤ 610 ਰੁਪਏ ਤੋਲਾ ਚਾਂਦੀ ਹੈ, ਤਾਂ 1 ਤੋਲੇ ਦਾ ਲਗਭਗ ਉਹ ਸਿੱਕਾ ਹੁੰਦਾ ਸੀਗਾ, ਜਾਂ ਮੇ ਵੀ ਵੱਧ ਵੀ ਹੋ ਸਕਦਾ ਹੈ। ਤੇ ਅੱਜ ਵੀ ਉਹ ਸਿੱਕੇ ਨੂੰ ਅਸੀਂ ਕੰਪੇਅਰ ਕਰੀਏ ਡਾਲਰ ਨਾਲ, ਤਾਂ ਡਾਲਰ ਤਾਂ ਬਹੁਤ ਛੋਟਾ ਰਹਿ ਜਾਂਦਾ, ਉਹ 6-700 ਰੁਪਏ ਦਾ ਸਿੱਕਾ ਹੋ ਗਿਆ ਸਾਡਾ ਇੱਕ ਚਾਂਦੀ ਦਾ। ਚਲੋ ਇਹ ਗੱਲਾਂ ਇੱਕ ਅਲੱਗ ਨੇ, ਕਰੰਸੀ ਚੇਂਜ ਹੋਈ, ਹਲਕੀ ਹੋਈ, ਅੱਜ 1 ਰੁਪਏ ਦੀ ਵੈਲਿਊ ਕੀ ਰਹਿ ਗਈ ਹੈ। ਬੈਗਰਸ ਵੀ ਅੱਜ ਕੱਲ 10 ਰੁਪਏ ਮੰਗਦੇ ਨੇ ਘੱਟੋ ਘੱਟ, ਠੀਕ ਹੈ, ਤੁਹਾਨੂੰ ਸਭ ਨੂੰ ਪਤਾ। ਤਾਂ ਡਿਸਕ੍ਰਿਮੀਨੇਸ਼ਨ ਇੰਨਾ ਹੋਇਆ ਕਿ ਅੱਜ ਵੀ ਲੋਕ ਜੇ ਹਲੇ ਵੀ ਕਹਿਣ ਵੀ ਅਸੀਂ ਫੋਰਨ ਬਲੈਤੀ ਸਮਾਨ ਪਾਣਾ, ਤਾਂ ਇਹ ਇੱਕ ਤਰ੍ਹਾਂ ਦਾ ਇੰਡੀਅਨ ਸਿਸਟਮ ਨੂੰ, ਇੰਡਸਟਰੀ ਨੂੰ ਖਤਮ ਕਰਨ ਲੱਗਾ ਮੈਂ। ਬੱਚੇ ਪ੍ਰਿੰਸਲੀ ਕੋਟ ਖਤਮ ਕਰਤੇ, ਰਾਜੇ ਮਹਾਰਾਜੇ ਕੋਟ ਲਗਾਉਂਦੇ ਹੁੰਦੇ ਸੀਗੇ, ਰਾਜੇ ਪ੍ਰਿੰਸ ਮਤਲਬ ਰਾਜੇ ਮਹਾਰਾਜੇ, ਉਹ ਕੋਟ ਖਤਮ ਹੋ ਗਏ। ਤਾਂ ਕੋਟ 'ਚ ਲੋਕ ਸੱਚ ਕੇ ਆਉਂਦੇ ਸੀ, ਅੱਛੇ ਕੋਟ ਪਾ ਕੇ ਆਣਾ, ਹੈਂਡੀਕ੍ਰਾਫਟ ਚੀਜ਼ਾਂ। ਬੱਚੇ ਫਿਰ ਲੋਕਾਂ ਨੇ ਉਹ ਖਰੀਦਣਾ ਬੰਦ ਕਰਤਾ ਕਿਉਂਕਿ ਕੋਟ ਲੱਗਣੇ ਬੰਦ ਹੋ ਗਏ, ਠੀਕ ਹੈ। ਉਹ ਕਹਿੰਦੇ ਨਹੀਂ ਹੁੰਦੇ ਅਕਬਰ ਕੇ ਦਰਬਾਰ ਮੇਂ ਇਸਕੋ ਪੇਸ਼ ਕੀ, ਉਹ ਦਰਬਾਰ ਦੇ ਵਿੱਚ ਕਿੰਨੇ ਲੋਕ ਸੱਜ ਧੱਜ ਕੇ ਬੈਠਦੇ ਨੇ, ਉਹ ਸੱਜ ਧੱਜ ਕੇ ਬੈਠ ਕੇ ਚੀਜ਼ਾਂ ਪਾਉਂਦੇ ਨੇ, ਉਹ ਚੀਜ਼ਾਂ ਦੀ ਇੰਡਸਟਰੀ ਨੂੰ ਹੀ ਖਤਮ ਕਰਤਾ ਕਿਉਂਕਿ ਦਰਬਾਰ ਹੀ ਖਤਮ ਕਰਤੇ। ਦਰਬਾਰ ਖਤਮ ਹੋ ਗਏ ਬੱਚੇ, ਕੁੱਲ ਮਿਲਾ ਕੇ ਹੈਂਡੀਕ੍ਰਾਫਟ ਖਤਮ ਹੋ ਗਿਆ, ਹੈਂਡੀਕ੍ਰਾਫਟ ਖਤਮ ਹੋ ਗਿਆ। ਔਰ ਸਾਨੂੰ ਸੜਿਆ ਹੋਇਆ ਸਿਸਟਮ ਦੇ ਗਏ, ਕਿਹੜਾ? ਕਚਹਿਰੀਆਂ ਦਾ। ਕੇਸ ਲਾ ਲਓ ਜੀ, ਡਿਸਟ੍ਰਿਕਟ ਕੋਰਟ ਤੇ, ਲੋਕਲ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ, ਮੁੱਕਦੇ ਹੀ ਨਹੀਂ ਹੈਗੇ ਕੇਸ। 10 ਸਾਲ 20 ਸਾਲ 40 ਸਾਲ 50 ਸਾਲ ਕੁਛ ਮਰਜ਼ੀ ਲਾ ਲਓ, ਬੰਦੇ ਮਰ ਜਾਂਦੇ ਨੇ, ਕੇਸ ਹੀ ਖਤਮ ਹੋ ਜਾਂਦੇ ਨੇ, ਖਾਰਿਜ ਹੋ ਜਾਂਦੇ ਨੇ ਕੇਸ। ਇਹ ਬਹੁਤ ਹੀ ਗੰਦਾ ਤੇ ਬਹੁਤ ਹੀ ਸਲੋ ਸਿਸਟਮ ਸਾਨੂੰ ਜਸਟਿਸ ਦਾ ਦੇ ਕੇ ਗਏ ਨੇ ਜਿਹੜੇ। ਔਰ ਸਾਡਾ ਸਿਸਟਮ ਬਹੁਤ ਹੀ ਫਾਸਟ, ਰਾਜੇ ਮਹਾਰਾਜੇ ਨਿਆਂ ਕਰਦੇ ਸੀ, ਜਿਹੜਾ ਕੋਰਟ ਸਿਸਟਮ ਸੀਗਾ। ਬੱਚੇ ਬਸ ਕਹਿ ਨਹੀਂ ਸਕਦੇ ਤੁਹਾਨੂੰ। ਨੈਕਸਟ ਪੁਆਇੰਟ ਚੱਲਦੇ ਹਾਂ, ਠੀਕ ਹੈ। ਕੰਪੀਟੀਸ਼ਨ ਫਰਮ ਮਸ਼ੀਨ ਮੇਡ ਪ੍ਰੋਡਕਟ। ਬੱਚੇ ਇੱਕ ਹੈਂਡ ਮੇਡ ਪ੍ਰੋਡਕਟ ਹੈ। ਦੇਖੋ ਰਾਇਲਸ ਰੋਇਸ ਅੱਜ ਵੀ 20 ਕਰੋੜ 50 ਕਰੋੜ 100 ਕਰੋੜ ਦੀ ਕਾਰ ਬਣਾਉਂਦੀ ਹੈ, ਉਸ ਚੀਜ਼ ਨੂੰ ਲੋਕ ਲੈਂਦੇ ਨੇ, ਪਰ ਬਹੁਤ ਥੋੜੇ ਲੋਕ ਲੈਂਦੇ ਨੇ। ਸਾਡੀ ਇੰਡੀਅਨ ਹੱਥ ਨਾਲ ਬਣੀ ਹੋਈ ਚੀਜ਼ ਦੀ ਵੈਲਿਊ ਖਤਮ ਕਰਕੇ ਮਸ਼ੀਨ ਨਾਲ ਬਣੀ ਹੋਈ ਚੀਜ਼ ਨੂੰ ਲਿਆਤਾ ਗਿਆ ਔਰ ਬੜਾ ਸਸਤਾ ਕਰਵਾਇਆ ਗਿਆ, ਔਰ ਸਾਡੀ ਚੀਜ਼ ਨੂੰ ਖਤਮ ਕਰ ਦਿੱਤਾ ਗਿਆ। ਮਸ਼ੀਨ ਨਾਲ ਬਣੀ ਹੋਈ ਚੀਜ਼ ਦਾ ਮੁਕਾਬਲਾ ਨਹੀਂ ਕਰ ਸਕਦਾ ਹੱਥ ਨਾਲ ਬਣੀ ਹੋਈ ਚੀਜ਼। ਕਦੇ ਕਦੇ ਤਾਂ ਮਸ਼ੀਨ ਵਾਲੀ ਬਹੁਤ ਹਾਈ ਕੁਆਲਿਟੀ ਹੋ ਜਾਊਗੀ, ਕਦੇ ਕਦੇ ਹੱਥ ਨਾਲ ਬਣੀ ਹੋਈ ਬਹੁਤ ਹਾਈ ਕੁਆਲਿਟੀ ਹੋ ਜਾਊਗੀ, ਲੇਕਿਨ ਕਦੇ ਕਦੇ ਫਿਰ ਪ੍ਰਾਈਸ ਵੀ ਬਹੁਤ ਮੈਟਰ ਕਰ ਜੂਗਾ। ਤਾਂ ਕੁੱਲ ਮਿਲਾ ਕੇ ਸਾਡੀ ਇੰਡਸਟਰੀ ਨੂੰ ਖਤਮ ਕੀਤਾ ਗਿਆ ਕਿਉਂਕਿ ਸਾਨੂੰ ਸਾਡੇ ਹੈਂਡਮੇਡ ਪ੍ਰੋਡਕਟ ਨੂੰ, ਹੈਂਡੀਕ੍ਰਾਫਟ ਨੂੰ ਮਸ਼ੀਨ ਮੇਡ ਪ੍ਰੋਡਕਟ ਨਾਲ ਕੰਪੀਟੀਸ਼ਨ ਕਰਵਾਇਆ ਗਿਆ। ਨਵੇਂ ਕਿਸਮ ਦੀ ਡਿਮਾਂਡ ਪੈਦਾ ਕੀਤੀ, ਲੋਕਾਂ ਨੂੰ ਧੋਤੇ ਜਾਂ ਪੁਰਾਣੇ ਸਾਡੇ ਕਲਚਰ ਦੇ ਕੱਪੜੇ ਜਾਂ ਸਾਡੇ ਪੁਰਾਣੇ ਕਲਚਰ ਦੀਆਂ ਚੀਜ਼ਾਂ, ਪੁਰਾਣਾ ਲਾਈਫ ਸਟਾਈਲ ਜੋ ਇੰਡੀਆ ਦਾ ਓਰੀਜਨਲ ਹੈ, ਪਰੰਪਰਾਗਤ ਹੈ, ਟ੍ਰੈਡੀਸ਼ਨਲ ਹੈ, ਉਸ ਚੀਜ਼ ਨੂੰ ਖਤਮ ਕਰਕੇ ਵੈਸਟਰਨ ਸਟਾਈਲ ਦੇ ਵਿੱਚ ਕਨਵਰਟ ਕੀਤਾ ਗਿਆ ਸਾਨੂੰ। ਔਰ ਉਸੇ ਤਰ੍ਹਾਂ ਦੀਆਂ ਚੀਜ਼ਾਂ ਦੀ ਡਿਮਾਂਡ ਅੱਜ ਵੀ ਲੋਕ ਹੈ ਜਿਹੜੇ, ਜਾਂ ਮਤਲਬ ਕੋਈ ਲੜਕੀ ਜਾਂ ਲੜਕਾ ਜਾਂ ਉਹਨਾਂ ਦੀ ਡਿਮਾਂਡ ਕੀ ਹੈ, ਮਤਲਬ ਆਹੀ ਐਡੀਡਾਸ, ਨਾਈਕੀ, ਸਪਾਈ, ਪਤਾ ਨਹੀਂ ਕੀ ਕੁਝ ਕਰਦੇ ਨੇ ਉਹ, ਗੁੱਚੀ, ਪਤਾ ਨਹੀਂ, ਮਤਲਬ ਇੰਡੀਅਨ ਚੀਜ਼ਾਂ ਦੀ ਡਿਮਾਂਡ ਉਹ ਘੱਟ ਕਰਦੇ ਨੇ, ਲੇਕਿਨ ਫੋਰਨ ਚੀਜ਼ਾਂ ਦੀ ਡਿਮਾਂਡ ਕਰਦੇ ਨੇ। ਔਰ ਇਸ ਤਰ੍ਹਾਂ ਇੰਡੀਅਨ ਇੰਡਸਟਰੀ ਨੂੰ ਪੈਰਿਸ਼ ਕੀਤਾ ਗਿਆ, ਜੋਖਿਮ ਚ ਲਿਆਇਆ ਗਿਆ, ਖਤਮ ਕੀਤਾ ਗਿਆ, ਵਿਨਾਸ਼ ਕੀਤਾ ਗਿਆ, ਫਿਨਿਸ਼ ਕੀਤਾ ਗਿਆ। ਲੇਕਿਨ ਬੱਚੇ ਇੰਡੀਆ 'ਚ ਇੱਕ ਪੋਜ਼ਿਟਿਵ ਪੁਆਇੰਟ ਇਹ ਆਪਣੇ ਫਾਇਦੇ ਲਈ ਸਾਡਾ ਇਹ ਕਰ ਗਏ ਵੀ ਇੰਡੀਆ ਨੂੰ ਰੇਲਵੇ ਦੇ ਗਏ। ਔਰ ਇੰਡੀਅਨ ਰੇਲਵੇ ਬੱਚੇ ਅੱਜ ਵਰਲਡ ਦੀ ਸਭ ਤੋਂ ਲੈਂਦੀ ਰੇਲਵੇ ਲਾਈਨ ਹੈ ਔਰ ਬਹੁਤ ਹੀ ਸਟਰੋਂਗ ਹੈ। ਔਰ ਉਹਨਾਂ ਨੇ ਮੇਨਲੀ ਇੰਡੀਆ ਦੇ ਵਿੱਚੋਂ ਇੰਡੀਆ ਦਾ ਦੇਸੀ ਮਾਲ ਜਾਂ ਕੱਚਾ ਮਾਲ ਆਪਣੇ ਫੋਰਨ ਬ੍ਰਿਟੇਨ ਦੇ ਵਿੱਚ ਐਕਸਪੋਰਟ ਕਰਨ ਲਈ ਹੀ ਲਗਾਇਆ ਸੀਗਾ। ਔਰ ਸਾਡੀ ਟ੍ਰੇਨ ਚਲੋ ਹੈ ਤਾਂ ਉਹਨਾਂ ਦੀ ਉਹ ਟ੍ਰੇਨ, ਲੇਕਿਨ ਅੱਜ ਸਾਡੇ ਕੋਲ ਹੈ ਤਾਂ ਚੱਲ ਰਹੀ ਹੈ ਵਧੀਆ, ਠੀਕ ਹੈ। ਰੇਲਵੇ ਲਿਆਤੀ ਗਈ ਇੰਡੀਆ ਦੇ ਵਿੱਚ। ਇੰਡੀਅਨ ਪ੍ਰੋਡਕਟ ਨੂੰ ਵੇਚਣਾ ਜੇ ਹੋਵੇ ਤਾਂ ਉਹ ਰੇਲ ਤੇ ਜਾ ਸਕਦਾ ਸੀ, ਲੇਕਿਨ ਉਹਤੇ ਟੈਕਸ ਜ਼ਿਆਦਾ ਲਾਤਾ, ਚੁੰਗੀ ਲਗਾਤੀ ਜਾਂ ਵੀ ਨਾਮ ਦੇ ਟੈਕਸ ਸੀਗੇ ਜੋ ਵੀ ਹੈ। ਲੇਕਿਨ ਜਿਹੜਾ ਫੋਰਨ ਕੰਟਰੀ ਤੋਂ ਇੰਪੋਰਟ ਕਰਿਆ ਉਹਨੂੰ ਇੰਡੀਆ ਦੀ ਅਲੱਗ-ਅਲੱਗ ਮਾਰਕੀਟ 'ਚ ਵੇਚਣ ਲਈ ਰੇਲਵੇ ਸਿਸਟਮ ਲੈ ਕੇ ਆਤਾ ਗਿਆ। ਔਰ ਰੇਲਵੇ ਸਿਸਟਮ ਜਿਹਨੇ ਇੰਡੀਅਨ ਹੈਂਡੀਕ੍ਰਾਫਟ ਦੀ ਇੰਡੀਅਨ ਡਿਮਾਂਡ, ਲੋਕਲ ਡੋਮੈਸਟਿਕ ਘਰੇਲੂ ਮੰਗ ਨੂੰ ਖਤਮ ਹੀ ਕਰਤਾ। ਔਰ ਇਸ ਤਰ੍ਹਾਂ ਬੱਚੇ ਜਿਹੜਾ ਹੈਗਾ ਸਾਡੀ ਇੰਡਸਟਰੀ ਜਿਹੜੀ ਹੈਗੀ ਉਹ ਖਤਮ ਹੋ ਗਈ। ਕੁੱਲ ਮਿਲਾ ਕੇ ਬੱਚੇ ਅਗਲੇ ਪੁਆਇੰਟ ਦੇ ਵਿੱਚ ਇਹੀ ਲਿਖਿਆ ਹੋਇਆ ਹੈ, ਬਲੀਕ ਗਰੋਥ, ਮਤਲਬ ਬਹੁਤ ਹੀ ਮੰਦੀ, ਛੋਟੀ, ਤਿੱਖੀ ਵੀ ਨਹੀਂ ਕਹਾਂਗੇ, ਮੰਦ, ਸਲੋ ਚਾਲ ਵਾਲੀ ਗਰੋਥ ਸੀਗੀ। ਸਾਡਾ ਜਿਹੜੀਆਂ ਬ੍ਰਿਟਿਸ਼ ਰਾਜ ਦੇ ਵਿੱਚ ਬਹੁਤ ਹੀ ਸਲੋ ਗਰੋਥ ਹੋਈ। ਸੈਕਿੰਡ ਹਾਫ 19ਵੀਂ ਸਦੀ ਦੇ ਸੈਕਿੰਡ ਹਾਫ, ਮਤਲਬ ਤੁਸੀਂ ਇਹ ਕਹਿ ਲਓ 1950-60 ਦੇ ਸਮੇਂ 'ਚ, ਜਾਂ ਕਹਿ ਲਓ ਥੋੜੀ ਬਹੁਤੀ ਆਪਾਂ ਨੇ ਦੇਖੀ ਇੰਡਸਟਰੀ ਦੀ ਗਰੋਥ। ਤਾਂ ਕਿਉਂਕਿ ਬੱਚੇ ਇੰਡੀਆ ਦੇ ਵਿੱਚ ਆਇਰਨ ਸਟੀਲ ਦਾ ਕੰਮ ਸਿਰਫ ਟਾਟਾ ਆਇਰਨ ਐਂਡ ਸਟੀਲ ਕੰਪਨੀ ਕੋਲ ਸੀਗਾ। 1907 ਦੇ ਵਿੱਚ ਸ਼ੂਗਰ, ਸੀਮੈਂਟ ਤੇ ਪੇਪਰ ਇੰਡਸਟਰੀ ਵੀ ਬਹੁਤ ਥੋੜੀ ਸੀਗੀ। ਵਰਲਡ ਵਾਰ 1-2 ਲੱਗੀ, ਫਿਰ ਹੌਲੀ ਹੌਲੀ ਚਲੋ ਸਾਨੇ ਕੀਤਾ ਗਰੋਥ। ਲੇਕਿਨ ਕੁੱਲ ਮਿਲਾ ਕੇ ਬੱਚੇ ਜਿਹੜਾ ਹੈਗਾ ਇਹ ਬਲੀਕ ਗਰੋਥ ਵਾਲਾ ਪੁਆਇੰਟ ਹੈ, ਬਹੁਤ ਆਸਾਨ ਹੈ, ਇੱਕ ਵਾਰੀ ਤੁਸੀਂ ਪੜ੍ਹ ਸਕਦੇ ਹੋ, ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ, ਠੀਕ ਹੈ। ਬਸ ਬੱਚੇ ਪੁਰਾਣੀਆਂ ਗੱਲਾਂ ਨੇ, ਕੋਈ ਨਵੀਂ ਨਹੀਂ। ਤਾਂ ਬੱਚੇ 1-3 ਪੇਜ ਤੇ ਆਪਣੇ ਕੋਲ ਥੋੜਾ ਜਿਹਾ ਹੋਰ ਡਾਟਾ ਹੈ।
ਫੋਰਨ ਟ੍ਰੇਡ ਬ੍ਰਿਟਿਸ਼ ਰੂਲ ਦੇ ਵਿੱਚ ਕਿਸ ਤਰ੍ਹਾਂ ਸੀਗਾ ਜਾਂ ਕੈਸਾ ਸੀਗਾ ਬੱਚੇ? ਮੇਨਲੀ ਫੋਰਨ ਟ੍ਰੇਡ ਦੇ ਵਿੱਚ ਅਸੀਂ ਗੱਲ ਦੱਸਾਂਗੇ ਵੀ ਕੀ ਇੰਪੋਰਟ ਐਕਸਪੋਰਟ ਹੁੰਦਾ ਸੀਗਾ, ਠੀਕ ਹੈ। ਤਾਂ ਬੱਚੇ ਇੰਡੀਆ ਬਹੁਤ ਪੁਰਾਣੇ ਟਾਈਮ ਤੋਂ ਫੋਰਨ ਟ੍ਰੇਡ ਕਰਦਾ ਆ ਰਿਹਾ ਹੈ, ਕਿਉਂਕਿ ਸਾਡੇ ਪੂਰਵਜ ਸੀ ਜਿਹੜੇ ਆ ਪੁਰਾਣੇ ਟਾਈਮ ਦੇ ਵਿੱਚ ਬਹੁਤ ਚੀਜ਼ਾਂ ਇੰਪੋਰਟ ਐਕਸਪੋਰਟ ਕਰਦੇ ਸੀਗੇ ਇੰਡੀਆ ਦੇ ਵਿੱਚੋਂ। ਕੋਟਨ, ਕੱਪੜਾ, ਸਿਲਕ, ਆਇਰਨ, ਮਤਲਬ ਲੋਹੇ ਦੀਆਂ ਵਸਤੂਆਂ ਜਾਂ ਲੱਕੜ ਦੀਆਂ, ਠੀਕ ਹੈ, ਪ੍ਰੀਸ਼ੀਅਸ ਸਟੋਨਸ, ਇਵਰੀ ਵਰਕ, ਮਤਲਬ ਹਾਥੀ ਦਾਂਤ ਵਗੈਰਾ ਦਾ ਕੁਝ ਸਿਸਟਮ। ਬਟ ਬ੍ਰਿਟਿਸ਼ ਗਵਰਨਮੈਂਟ ਨੇ ਅਸਾਂ ਨੂੰ ਇਹ ਚੀਜ਼ਾਂ ਤਿਆਰ ਕਰਕੇ ਭੇਜਣ ਦੀ ਬਜਾਏ ਸਾਨੂੰ ਕੱਚਾ ਮਾਲ ਐਕਸਪੋਰਟ ਕਰਨ ਲਈ ਮਜਬੂਰ ਕਰਤਾ ਔਰ ਸਾਨੂੰ ਖਤਮ ਕਰਤਾ। ਬੱਚੇ ਪੁਰਾਣੀਆਂ ਗੱਲਾਂ ਆਣਗੀਆਂ, ਥੋੜੀ ਜੀ ਇਲੈਬੋਰੇਸ਼ਨ ਹੈ, ਮਤਲਬ ਥੋੜੀ ਜੀ ਜ਼ਿਆਦਾ ਡਿਟੇਲ ਦੇ ਵਿੱਚ ਆਵਾਂਗੇ। ਇੰਡੀਆ ਜ਼ਿਆਦਾਤਰ ਬਾਹਰੋਂ ਤਿਆਰ ਮਾਲ ਇੰਪੋਰਟ ਕਰਨ ਲੱਗ ਗਿਆ ਔਰ ਇੰਡੀਆ ਐਕਸਪੋਰਟ ਕਰਨ ਲੱਗ ਗਿਆ ਕੱਚਾ ਮਾਲ, ਔਰ ਸਾਡੀ ਇੰਡਸਟਰੀ ਠੰਡੀ ਪੈ ਗਈ। ਸਾਡਾ ਇੰਪੋਰਟ ਹੁੰਦਾ ਸੀ ਕੋਟਨ, ਸਿਲਕ, ਵੂਲਨ ਕਲੋਥ ਜਾਂ ਇਸ ਤਰ੍ਹਾਂ ਦੇ ਹੋਰ ਕੱਪੜੇ, ਮਹਿੰਗੀਆਂ ਚੀਜ਼ਾਂ ਇੰਗਲੈਂਡ 'ਚ ਬਣਦੇ ਆ ਔਰ ਕੱਚਾ ਮਾਲ ਅਸੀਂ ਭੇਜਦੇ ਸੀ। ਅੱਜ ਵੀ ਬੱਚੇ ਕੀ ਹੁੰਦਾ, ਸਾਡੀ ਅਫੀਮ ਹੈ ਜਿਹੜੀ ਬਹੁਤ ਹੀ ਅੱਛੀ ਮੈਡੀਸਨ ਹੈ, ਸਾਡੀ ਦਵਾਈ, ਉਹ ਇੰਡੀਆ ਤੋਂ ਐਕਸਪੋਰਟ ਹੁੰਦੀ ਹੈ। ਜੈਪੁਰ ਤੋਂ ਮਾਫੀ ਚਾਹੂੰਗਾ, ਜੈਪੁਰ ਰਾਜਸਥਾਨ ਤੋਂ ਜਾਂਦੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ, ਇੰਡੀਆ ਦੇ ਹੋਰ ਪਾਰਟਸ ਤੋਂ ਵੀ ਜਾਂਦੀ ਹੈ ਔਰ ਉਹੀ ਅੰਗਰੇਜ਼ੀ ਦਵਾਈਆਂ ਦੇ ਵਿੱਚ ਮੁੜ ਕੇ ਪੈ ਕੇ ਸਾਨੂੰ ਹੀ ਮਹਿੰਗੇ ਰੇਟ ਤੇ ਫਿਰ ਵਾਪਸ ਵਿਕਦੀ ਹੈ ਇੰਡੀਆ ਦੇ ਵਿੱਚ ਹੀ। ਹਾਂਜੀ ਬੱਚੇ, ਸੈਕਿੰਡ ਪੁਆਇੰਟ ਆਪਣੇ ਕੋਲੇ ਆ ਗਿਆ, ਮੋਨੋਪੋਲੀ ਕੰਟਰੋਲ ਆਫ ਇੰਡੀਆਜ਼ ਫੋਰਨ ਟ੍ਰੇਡ। ਇੰਡੀਆ ਦਾ ਟ੍ਰੇਡ ਹੈ ਜਿਹੜਾ, ਉਹਦੇ ਉੱਤੇ ਸਾਰਾ ਦਾ ਸਾਰਾ ਕੰਟਰੋਲ ਬ੍ਰਿਟਿਸ਼ ਗਵਰਨਮੈਂਟ ਨੇ ਕਰ ਲਿਆ। ਕਿ ਇਦਾਂ ਹੋਏਗਾ, ਇਦਾਂ ਨਹੀਂ ਹੋਏਗਾ। ਇੱਕ ਵਜੇ ਵਰਡ ਆਇਆ ਉੱਪਰ, ਆਈ ਥਿੰਕ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਸਾਡੇ ਇੰਪੋਰਟ ਐਕਸਪੋਰਟ ਦਾ ਜਿਹੜਾ ਕੰਪੋਜੀਸ਼ਨ ਹੈ, ਕੰਪੋਜੀਸ਼ਨ ਮਤਲਬ ਜਿਸ ਚੀਜ਼ ਨਾਲ ਇੰਪੋਰਟ ਐਕਸਪੋਰਟ ਮਿਲ ਕੇ ਬਣਿਆ, ਉੱਥੋਂ ਸਾਡੇ ਪਿਛੜੇਪਨ ਦਾ ਪਤਾ ਚੱਲਦਾ। ਅਟਰ ਮਤਲਬ ਉਚਾਰਨਾ। ਸਾਡੇ ਇੰਪੋਰਟ ਐਕਸਪੋਰਟ ਦੱਸ ਦਿੰਦਾ ਕਿ ਅਸੀਂ ਪਿਛੜੇਪਨ ਹਾਂ। ਅਟਰ ਮੀਨਸ ਹੁੰਦਾ ਉਚਾਰਨਾ, ਬੋਲਣਾ, ਕਹਿਣਾ ਜਾਂ ਦੱਸਣਾ ਜਾਂ ਇਸ਼ਾਰਾ ਕਰਨਾ, ਜਿਵੇਂ ਪ੍ਰੋਨਾਉਂਸ ਹੁੰਦਾ ਉਸ ਤਰ੍ਹਾਂ ਅਟਰ। ਤੇ ਬੱਚੇ ਇੰਡੀਆ ਦਾ ਫੋਰਨ ਟ੍ਰੇਡ, ਉਹਦੀ ਪੂਰੀ ਦੀ ਪੂਰੀ ਮੋਨੋਪੋਲੀ ਕੰਟਰੋਲ ਬ੍ਰਿਟਿਸ਼ ਗਵਰਨਮੈਂਟ ਨੇ ਰੱਖ ਰੱਖੀ ਸੀ ਇੰਪੋਰਟ ਐਕਸਪੋਰਟ ਤੇ। ਬੱਚੇ 50% ਇੰਡੀਆ ਦਾ ਫੋਰਨ ਟ੍ਰੇਡ ਸੀ ਜਿਹੜਾ, ਉਹ ਗ੍ਰੇਟ ਬ੍ਰਿਟੇਨ ਨੂੰ ਹੁੰਦਾ ਸੀਗਾ, ਗ੍ਰੇਟ ਬ੍ਰਿਟੇਨ ਨੂੰ। ਹੁਣ ਬੱਚੇ ਜੇ ਉਸ ਨੂੰ ਐਕਸਪੋਰਟ ਹੋ ਗਿਆ ਤਾਂ ਸਿੱਧਾ ਜਿਹਾ ਗੱਲ ਹੈ ਬੱਚੇ ਵੀ ਸਾਰਾ ਕੰਮ ਜਿਹੜਾ ਇੰਡਸਟਰੀ ਹੈਗੀ ਉਹ ਬ੍ਰਿਟੇਨ 'ਚ ਚੱਲ ਰਹੀ ਹੈ ਔਰ ਬ੍ਰਿਟੇਨ ਦੇ ਵਿੱਚੋਂ ਬੱਚੇ ਸਾਰਾ ਮਾਲ ਅੱਛਾ ਰੈਡੀ ਵਾਲਾ ਤਿਆਰ ਹੋ ਕੇ ਬਣ ਕੇ ਇੰਡੀਆ 'ਚ ਆ ਰਿਹਾ। ਜਦ ਕਿ ਐਕਸਪੋਰਟ ਸੀ ਜਿਹੜਾ ਪ੍ਰਾਇਮਰੀ ਪ੍ਰੋਡਕਟ ਉਹ ਇੰਡੀਆ ਤੋਂ ਜਾ ਰਿਹਾ ਸੀ ਬ੍ਰਿਟਿਸ਼ ਗਵਰਨਮੈਂਟ 'ਚ। ਇੰਪੋਰਟ ਕਰਨ ਤੋਂ ਬਾਅਦ ਬ੍ਰਿਟਿਸ਼ ਇੰਪੋਰਟ ਕਰਦਾ ਸੀ ਕੱਚੇ ਮਾਲ ਨੂੰ ਔਰ ਆਪਣਾ ਐਕਸਪੋਰਟ ਇੰਡੀਆ 'ਚ ਸਿੱਟ ਦਿੰਦਾ ਸੀ ਔਰ ਇੰਡੀਅਨ ਲੋਕਾਂ ਨੂੰ ਆਪਣੀਆਂ ਚੀਜ਼ਾਂ ਦੀ ਆਦਤ ਪਾਤੀ ਔਰ ਲੋਕਾਂ ਨੂੰ ਵੀ ਬੜੇ खुश हो गया, बड़े ब्रिटेन से आ रहा है, लंदन से, इंग्लैंड से आ रहा है माल, अच्छा है जो भी है, ठीक है। तो इंडिया की मार्केट एबोलिश करती, खत्म करती। बचे सरप्लस ट्रेड बट ओनली टू बेनिफिट द ब्रिटिश। अपना इंडिया दे विच कुछ इंडस्ट्री अच्छी चली क्योंकि कच्चा माल है वो ब्रिटेन च जा रहा है, तो लेकिन जी कुछ अच्छा होया तो ब्रिटेन वाले ने अपना अच्छा करने ਲਈ ਸਾਡਾ ਅੱਛਾ ਕੀਤਾ। ਇਹ ਪੁਆਇੰਟ ਇਹ ਹੈ। ਸਰਪ੍ਰਾਈਜ਼ਿੰਗਲੀ ਕਹਿੰਦੇ ਬ੍ਰਿਟਿਸ਼ ਜਦੋਂ ਰਜੀਮ ਸੀ, ਬ੍ਰਿਟਿਸ਼ ਰਜੀਮ ਮਤਲਬ ਬ੍ਰਿਟਿਸ਼ ਰਾਜ ਸੀ, ਬ੍ਰਿਟਿਸ਼ ਗਵਰਨਮੈਂਟ ਸੀ, ਸਾਡਾ ਐਕਸਪੋਰਟ ਸੀ ਜਿਹੜਾ, ਠੀਕ ਹੈ, ਉਹ ਜ਼ਿਆਦਾ ਸੀ ਸਾਡੇ ਇੰਪੋਰਟ ਨਾਲੋਂ। ਸਰ ਅੱਛੀ ਬਾਤ ਹੈ ਫਿਰ ਤਾਂ ਬੱਚੇ, ਪਰ ਅੱਛੀ ਬਾਤ ਕਾਦੀ ਹੋਈ? ਕੱਚਾ ਮਾਲ ਸਾਡਾ ਜਾ ਰਿਹਾ ਹੈ, बैलेंस ऑफ ट्रेड के पॉइंट ऑफ व्यू। लेकिन केयरफुली नोट करो भी इंडिया तो कच्चे माल का एक्सपोर्ट ज्यादा होंदा सी और कच्चे माल का एक्सपोर्ट तो बाद ब्रिटेन उस कच्चे माल का की करदा सी, बड़े सस्ते च साडे तो ले लैंदा सी और पूरी दुनिया दे विच चीजां बेचदा सी, इंडिया दे विच भी चीजां बेचदा सीगा। ਉਹ ਸਰਪਲਸ ਜਿਹੜਾ ਆਇਆ ਜਾਂ ਐਕਸਪੋਰਟ 'ਚ ਜ਼ਿਆਦਾ ਹੋਇਆ ਤਾਂ ਉਹ ਪੈਸੇ ਇੰਡੀਆ ਦੀ ਬ੍ਰਿਟਿਸ਼ ਗਵਰਨਮੈਂਟ, ਇੰਡੀਆ ਦੇ ਵਿੱਚ ਜਿਹੜੇ ਬ੍ਰਿਟਿਸ਼ ਗਵਰਨਮੈਂਟ ਦੇ ਖਰਚੇ ਨੇ ਉੱਥੇ ਖਰਚ ਕਰਦੀ ਸੀ ਉਹ, ਔਰ ਆਪਣੇ ਤੇ ਖਰਚ ਕਰੀ ਜਾਂਦੀ ਸੀ ਜਾਂ ਯੁੱਧ ਤੇ ਖਰਚ ਕਰੀ ਜਾਂਦੀ ਸੀ। ਇਹ ਨਹੀਂ ਹੈਗਾ ਕਿ ਇੰਡੀਆ ਦੇ ਲੋਕਾਂ ਦਾ ਫਾਇਦਾ ਕਰਤਾ, ਨਾ 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 ਨਾ। ਜਦੋਂ ਬੱਚੇ ਵਾਰ ਹੋਇਆ, ਐਡਮਿਨਿਸਟ੍ਰੇਟਿਵ ਐਂਡ ਵਾਰ ਐਕਸਪੈਂਸ, ਇਹਦੇ ਨਾਲ ਬਹੁਤ ਜ਼ਿਆਦਾ ਵੈਲਥ ਘਟੀ ਇੰਡੀਆ ਤੋਂ, ਤਾਂ ਇਹਦੇ ਨਾਲ ਫੇਰ ਇੰਡੀਆ ਇਕਨੋਮੀ ਪਿੱਛੇ ਹਟ ਗਈ ਜਾਂ ਪਿਛੜੀ ਗਈ, ਪਿਛੜੀਪਨ ਆ ਗਿਆ, ਉਹ ਬੈਕਵਰਡਨੈਸ। ਠੀਕ ਹੈ ਬੱਚੇ, ਬ੍ਰਿਟਿਸ਼ ਰੂਲ ਦੇ ਟਾਈਮ ਤੇ ਡੈਮੋਗ੍ਰਾਫਿਕ ਪ੍ਰੋਫਾਈਲ ਕੀ ਸੀ, ਜਨਸੰਖਿਆ ਵਗੈਰਾ ਨਾਲ ਰਿਲੇਟਡ ਵੀ, ਕਿੰਨੇ ਲੋਕ ਮਰਦੇ ਸੀ, ਜੰਮਦੇ ਸੀ, ਸ਼ਿਸ਼ੂ ਮ੍ਰਿਤਿੂ ਦਰ, ਮਾਂ ਦੀ ਮ੍ਰਿਤਿੂ ਦਰ, ਠੀਕ ਹੈ, ਲਾਈਫ ਦੀ ਐਕਸਪੈਕਟੈਂਸੀ, ਪੜ੍ਹੇ ਲਿਖੇ ਲੋਕ ਕਿੰਨੇ ਸੀ ਉਹ ਸੁਣਦੇ ਆ। ਬੱਚੇ ਜਿਹੜੀ ਬਰਥ ਰੇਟ ਸੀ ਤੇ ਡੈਥ ਰੇਟ ਸੀਗੀ ਉਹ ਦੋਹੀ ਜ਼ਿਆਦਾ ਸੀਗੇ, ਠੀਕ ਹੈ। ਮਤਲਬ ਜ਼ਿਆਦਾ ਆਪਾਂ ਦੇਖ ਲੈਂਦੇ ਆ ਕਿ ਡੈਥ ਰੇਟ ਸੀ ਜਿਹੜਾ ਉਹ ਵੈਰੀ ਹਾਈ ਸੀ, 48 ਤੋਂ 40 ਸੀਗਾ ਪਰ 1000, 1000 ਦੇ ਵਿੱਚੋਂ 40 ਤੋਂ 48 ਬੰਦਾ ਮਰ ਜਾਂਦਾ ਸੀ ਇੱਕ ਸਾਲ ਦੇ ਵਿੱਚ ਦਾ ਡਾਟਾ ਹੋਊਗਾ ਇਹ, ਜਾਂ ਬੱਚੇ ਇੰਨਾ ਕੀ ਹੁੰਦਾ, ਬਟ ਇਹਦੇ ਸਾਫ਼-ਸਾਫ਼ ਲਿਖਿਆ ਨਹੀਂ ਹੋਇਆ ਇੰਨਾ ਕੀ ਹੁੰਦਾ।
ਹਾਈ ਬਰਥ ਰੇਟ ਐਂਡ ਹਾਈ ਡੈਥ ਰੇਟ ਦਾ ਮਤਲਬ ਹੈ ਵੀ ਗਰੀਬੀ ਸੀ ਦੇਸ਼ ਦੇ ਵਿੱਚ, ਔਰ ਅੱਜ ਬੱਚੇ ਬੰਦਾ ਮਰਨ ਹੀ ਨਹੀਂ ਦਿੰਦੇ ਹੈਗੇ। ਹਸਪੀਟਲ 'ਚ ਲੈ ਜਾਓ, ਫਲਾਣਾ ਤਿਮਕਾ ਜੇ ਉਹ ਕਿੰਨੇ ਹਸਪੀਟਲ ਖੁੱਲ ਗਏ, ਕੀ ਕੁਝ ਹੋ ਗਿਆ, ਬੰਦੇ ਪੈਦਾ ਹੋ ਜਾਂਦੇ ਨੇ, ਮਰਦੇ ਹੈ ਨਹੀਂਗੇ। ਮਤਲਬ ਇੱਕ ਦੁਖੀ ਹੋਣ ਵਾਲੀ ਗੱਲ ਨਹੀਂ ਹੈਗੀ, ਲੇਕਿਨ ਅੱਜ ਅਸੀਂ ਹੈਲਥ ਫੈਸਿਲਿਟੀਜ਼ ਨੂੰ ਬਹੁਤ ਜ਼ਿਆਦਾ ਹਾਈ ਲੈਵਲ ਤੇ ਖਰਚਾ ਕਰ ਚੁੱਕੇ ਹਾਂ, ਉਹਨਾਂ ਨੂੰ ਵਧਾ ਚੁੱਕੇ ਹਾਂ ਆਪਾਂ ਬਹੁਤ ਜ਼ਿਆਦਾ ਹਾਈ ਲੈਵਲ ਤੇ, ਠੀਕ ਹੈ। ਇਨਫੈਂਟ ਮੋਰਟੈਲਿਟੀ ਰੇਟ, ਪੈਦਾ ਹੋਣ ਸਾਰ ਬੱਚੇ ਦਾ ਮਰ ਜਾਣਾ, ਉਸ ਨੂੰ ਅਸੀਂ ਇਨਫੈਂਟ ਮੋਰਟੈਲਿਟੀ ਰੇਟ ਕਹਿੰਦੇ ਆ। ਇਨਫੈਂਟ ਮੋਰਟੈਲਿਟੀ ਰੇਟ ਦੇ ਵਿੱਚ ਉਹਦੇ ਡੈਥ ਰੇਟ ਚਿਲਡਰਨ ਦੀ ਹੁੰਦੀ ਹੈ ਬਿਲੋ ਦਾ ਏਜ ਆਫ 1 ਈਅਰ। ਪੈਦਾ ਹੋਣ ਤੋਂ ਬਾਅਦ ਕੁਝ ਮੰਥ ਦੇ ਵਿੱਚ, ਕੁਝ ਡੇਜ਼ ਦੇ ਵਿੱਚ ਜਾਂ ਵਿਦਿਨ 1 ਈਅਰ ਉਹਦੀ ਡੈਥ ਹੋ ਜਾਂਦੀ ਹੈ। ਬਹੁਤ ਜ਼ਿਆਦਾ ਸੀਗਾ, 218 ਹਰ 1000 ਦੇ ਵਿੱਚੋਂ ਬੱਚਾ ਮਰ ਜਾਂਦਾ ਸੀਗਾ, ਜਦ ਕਿ ਅੱਜ ਸਿਰਫ 34 ਬੱਚਾ ਮਰਦਾ 1000 ਦੇ ਵਿੱਚੋਂ। ਜ਼ਿਆਦਾ ਬੱਚਿਆਂ ਦੀ ਮੌਤ ਦਾ ਮਤਲਬ ਹੈ ਬਹੁਤ ਹੀ ਘਟੀਆ ਕਿਸਮ ਦੀ ਹੈਲਥ ਦੀ ਕੇਅਰ ਤੇ ਬਹੁਤ ਗਰੀਬੀ ਦੀ ਔਰ ਇਹ ਇਸ਼ਾਰਾ ਕਰਦਾ ਹੈ। ਲਾਈਫ ਐਕਸਪੈਕਟੈਂਸੀ, ਬੱਚੇ ਲਾਈਫ ਐਕਸਪੈਕਟੈਂਸੀ ਸੀ ਜਿਹੜੀ ਇੱਕ ਬੰਦਾ ਨਾਰਮਲੀ 32 ਕੁ ਸਾਲ ਉਮਰ ਜਿਉਂਦਾ ਸੀਗਾ ਉਸ ਟਾਈਮ ਦੇ ਵਿੱਚ। ਬਿਮਾਰੀਆਂ ਲੱਗ ਜਾਂਦੀਆਂ ਸੀ ਜਾਂ ਖਾਣ ਪੀਣ ਵਧੀਆ ਨਹੀਂ ਸੀ ਜਾਂ ਕੁਝ ਵੀ ਹੈ ਜੋ ਵੀ ਹੈ। ਜਦ ਕਿ ਅੱਜ ਕਹਿੰਦੇ 68 ਸਾਲ ਹੈ, ਪਰ ਮੈਂ ਇਸ ਚੀਜ਼ ਤੋਂ ਜ਼ਿਆਦਾ ਸਹਿਮਤ ਨਹੀਂ ਨਾ। ਲੋ ਲਾਈਫ ਐਕਸਪੈਕਟੈਂਸੀ ਦਾ ਮਤਲਬ ਹੈ ਹੈਲਥ ਕੇਅਰ ਫੈਸਿਲਿਟੀਜ਼ ਘੱਟ, ਲੋਕਾਂ ਨੂੰ ਹੈਲਥ ਨਾਲ ਪ੍ਰਤੀ ਅਵੇਅਰਨੈਸ ਵੀ ਬਹੁਤ ਘੱਟ ਸੀਗੀ। ਲਿਟਰੇਸੀ ਰੇਟ ਸੀ ਜਿਹੜਾ ਮਤਲਬ ਬੱਚਿਆਂ ਦਾ ਜਿਹੜਾ ਪੜ੍ਹਨ ਦਾ ਸਿਸਟਮ ਸੀਗਾ ਜਾਂ ਪੜ੍ਹਨ ਦਾ ਬਹੁਤ ਘੱਟ ਸੀਗਾ। 16% ਸੀ ਜਿਹੜੇ ਲੋਕ ਉਹ ਪੜ੍ਹਦੇ ਸੀ, ਬਾਕੀ ਪਿਛੜਾਪਨ ਸੀਗਾ। ਇਕਨੋਮਿਕ ਬੈਕਵਰਡਨੈਸ, ਇਕਨੋਮਿਕਲੀ ਵੀ ਲੋਕ ਪਿੱਛੇ ਸੀਗੇ। ਫੀਮੇਲ ਲਿਟਰੇਸੀ ਰੇਟ ਸੀ ਜਿਹੜਾ ਉਹ ਹਲੇ ਵੀ ਬਹੁਤ ਬੁਰਾ ਹੈ, ਉਸ ਟਾਈਮ ਵੀ ਬੁਰਾ ਹੋਣਾ। 7% ਸਿਰਫ ਲੇਡੀ ਸੀ ਜਿਹੜੀਆਂ ਪੜ੍ਹਦੀਆਂ ਸੀਗੀਆਂ। ਜੈਂਡਰ ਵਾਈਜ਼ ਬਹੁਤ ਕਰਦੇ ਸੀਗੇ, ਲੜਕਾ ਲੜਕੀ ਦਾ ਡਿਫਰੈਂਸ ਫਰਕ ਪਾਣਾ, ਬੜਾ ਹੀ ਸਿਸਟਮ ਗੰਦਾ ਹੋ ਰੱਖਿਆ ਸੀ ਇਸ ਚੀਜ਼ ਦਾ। ਬਾਕੀ ਡੈਮੋਗ੍ਰਾਫਿਕ ਟ੍ਰਾਂਜੀਸ਼ਨ ਬਾਰੇ ਅਸੀਂ ਗੱਲ ਕਰਦੇ ਹਾਂ, ਠੀਕ ਹੈ। ਹਾਂਜੀ ਬੱਚੇ, ਡੈਮੋਗ੍ਰਾਫਿਕ ਟ੍ਰਾਂਜੀਸ਼ਨ ਮਤਲਬ ਬੱਚੇ ਕੁਝ ਡੈਮੋਗ੍ਰਾਫੀ ਦੇ ਇਹ ਕਰੈਕਟਰਿਸਟਿਕ ਸਮਝ ਲਓ ਉਸ ਟਾਈਮ ਕੀ ਸੀਗਾ। ਡੈਮੋਗ੍ਰਾਫਿਕ ਟ੍ਰਾਂਜੀਸ਼ਨ 1921 ਨੂੰ ਅਸੀਂ ਇਹ ਸਮਝਦੇ ਹਾਂ ਦ ਈਅਰ ਆਫ ਗ੍ਰੇਟ ਡਿਵਾਈਡ, ਮਤਲਬ ਇੱਕ ਚੇਂਜ ਆਇਆ, ਠੀਕ ਹੈ। ਟ੍ਰਾਂਜੀਸ਼ਨ ਵੀ ਉਸ ਸਮੇਂ ਤੋਂ ਪਹਿਲਾਂ ਹਾਲਾਤ ਕੀ ਸੀ, ਉਸ ਸਮੇਂ ਤੋਂ ਬਾਅਦ ਹਾਲਾਤ ਕੀ ਸੀ, ਬਹੁਤ ਜ਼ਿਆਦਾ ਫਰਕ ਆਇਆ। 1921 ਤੋਂ ਪਹਿਲਾਂ ਜਿਹੜਾ ਪੋਪੂਲੇਸ਼ਨ ਦਾ ਗਰੋਥ ਸੀਗਾ ਉਹ ਕੰਸਿਸਟੈਂਟ ਨਹੀਂ ਸੀ, ਮਤਲਬ ਸਥਿਰ ਨਹੀਂ ਸੀ, ਸਥਾਈ ਨਹੀਂ ਸੀ, ਇੱਕ ਚਾਲ ਨਹੀਂ ਸੀਗੀ ਉਸ ਚੀਜ਼ ਦੀ। ਪੋਪੂਲੇਸ਼ਨ ਕਦੇ ਫਲਕਚੁਏਟਿੰਗ ਹੁੰਦੀ ਸੀ, ਕਦੇ ਵੱਧ ਜਾਂਦੀ ਸੀ, ਕਦੇ ਘਟ ਜਾਂਦੀ ਸੀਗੀ। ਕਿਸੇ ਇੱਕ ਜਨਸੰਖਿਆ ਜਨਗਣਨਾ ਦੇ ਵਿੱਚ ਸੈਂਸਸ ਬੋਲਦੇ ਜਨਗਣਨਾ, ਕਦੇ ਤਾਂ ਬੱਚੇ ਪੋਪੂਲੇਸ਼ਨ ਘਟ ਜਾਂਦੀ ਸੀ, ਕਦੇ ਵੱਧ ਜਾਂਦੀ ਸੀ, ਜੋ ਵੀ ਤਾਂ। ਲੇਕਿਨ 1921 ਤੋਂ ਬਾਅਦ ਪੋਪੂਲੇਸ਼ਨ ਲਗਾਤਾਰ ਵਧੀ ਹੈ, ਘਟੀ ਨਹੀਂ ਹੈਗੀ। ਪਿੱਛੇ ਮੁੜ ਕੇ ਨਹੀਂ ਕਦੇ ਦੇਖਿਆ ਪੋਪੂਲੇਸ਼ਨ ਨੇ ਵੀ ਮੈਂ ਘਟਣਾ ਵੀ ਹੈ, ਔਰ ਅੱਜ ਤੱਕ ਬੱਚੇ ਪੋਪੂਲੇਸ਼ਨ ਦਾ ਰਿਕਾਰਡ ਰਿਹਾ ਹੈ ਵੀ ਅਸੀਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਪੋਪੂਲੇਸ਼ਨ ਵਧੀ ਹੋਈ ਹੈ। ਤੇ ਬੱਚੇ ਸੈਂਸਸ 1901 ਦਾ ਦੱਸਦਾ ਹੈ ਕਿ 0.04 ਕਰੋੜ ਬੰਦੇ ਘਟ ਗਏ। 1891 ਦੇ ਵਿੱਚ ਜਿਹੜਾ 23.83 ਕਰੋੜ ਸੀਗਾ, ਠੀਕ ਹੈ, ਸੌਰੀ ਬੱਚੇ 1891 ਚ 23.87 ਕਰੋੜ ਸੀਗਾ, ਉਹ 23.83 ਕਰੋੜ ਹੋ ਗਿਆ 1901 ਚ, ਮਤਲਬ ਜਨਸੰਖਿਆ ਘਟ ਗਈ ਓਵਰਆਲ। ਲੇਕਿਨ 1911 ਦੇ ਵਿੱਚ ਅਸੀਂ ਦੇਖਿਆ ਵੀ ਜਨਸੰਖਿਆ 1.38 ਕਰੋੜ ਵੱਧ ਗਈ, ਰਾਈਜ਼ ਹੋਇਆ। ਲੇਕਿਨ ਅਗੇਨ ਅਸੀਂ 1921 ਚ ਦੇਖਿਆ ਵੀ ਪੋਪੂਲੇਸ਼ਨ ਘਟ ਗਈ 0.07 ਕਰੋੜ। 0.07 ਕਰੋੜ ਦਾ ਮਤਲਬ 7 ਲੱਖ ਹੋ ਗਿਆ ਆਈ ਥਿੰਕ, ਹਾਂ ਠੀਕ ਹੈ। 1 ਕਰੋੜ ਨਹੀਂ 70,000 ਹੋਇਆ, ਚਲੋ ਜਿੰਨਾ ਵੀ ਹੋਇਆ, ਠੀਕ ਹੈ। 25.21 ਕਰੋੜ, 25.14 ਕਰੋੜ, ਕੁਝ ਹਜ਼ਾਰਾਂ ਚ ਇਹ ਫਿਗਰ ਖੇਲੂਗੀ, ਠੀਕ ਹੈ। ਤਾਂ ਬੱਚੇ ਉਸ ਤੋਂ ਬਾਅਦ 1921 ਤੋਂ ਬਾਅਦ ਅਸੀਂ ਦੇਖਿਆ ਕਿ ਪੋਪੂਲੇਸ਼ਨ ਕਦੇ ਵੀ ਘਟੀ ਨਹੀਂ ਅੱਜ ਤੱਕ। 1931 ਦੇ ਵਿੱਚ ਬੱਚੇ 3.25 ਕਰੋੜ ਜਨਸੰਖਿਆ ਵਧੀ, 1941 ਸਨ ਦੇ ਵਿੱਚ 4 ਕਰੋੜ ਜਨਸੰਖਿਆ ਵਧੀ, ਔਰ 1951 ਦੇ ਵਿੱਚ ਬੱਚੇ 4.25 ਕਰੋੜ ਜਨਸੰਖਿਆ ਵਧੀ, ਔਰ ਕਦੇ ਵੀ ਅਸੀਂ ਪਿੱਛੇ ਮੁੜ ਕੇ ਜਨਸੰਖਿਆ ਦੇ ਮਾਮਲੇ ਦੇ ਵਿੱਚ ਨਹੀਂ ਦੇਖਿਆ, ਵਧਦੀ ਹੋਈ ਗਈ, ਠੀਕ ਹੈ। ਔਰ ਇਸ ਪੋਪੂਲੇਸ਼ਨ ਦੇ ਵਧਣ ਦਾ ਭਾਰ ਜ਼ਰੂਰ ਪਿਆ ਗਵਰਨਮੈਂਟ ਤੇ ਪਿਆ, ਸਿਸਟਮ ਤੇ ਪਿਆ ਸਾਰਾ ਸਾਡਾ, ਠੀਕ ਹੈ। ਤਾਂ ਪੋਪੂਲੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਵੱਧ ਗਈ। ਪੋਪੂਲੇਸ਼ਨ ਦੇ ਵਧਣ ਨਾਲ ਗਵਰਨਮੈਂਟ ਤੇ ਬਰਡਨ ਪੈ ਗਿਆ। ਗਵਰਨਮੈਂਟ ਗਰੋਥ ਕਰਨ ਦੀ ਬਜਾਏ ਜਸਟ ਮੇਨਟੇਨੈਂਸ ਤੇ ਹੀ ਰਹਿ ਗਈ। ਤਾਂ ਗਰੋਥ ਓਰੀਐਂਟੇਸ਼ਨ ਸਾਡੀ ਘਟ ਗਈ, ਇਨਵੈਸਟਮੈਂਟ ਓਰੀਐਂਟੇਸ਼ਨ ਜ਼ਿਆਦਾ ਹੋ ਗਈ। ਔਰ ਉਸ ਦੇ ਬਾਵਜੂਦ ਵੀ ਇਨਵੈਸਟਮੈਂਟ ਜੇ ਗਵਰਨਮੈਂਟ ਜ਼ਿਆਦਾ ਵੀ ਕਰਦੀ ਹੈ ਤਾਂ ਪੋਪੂਲੇਸ਼ਨ ਜ਼ਿਆਦਾ ਹੋਣ ਨਾਲ ਪਰ ਪਰਸਨ ਇਨਵੈਸਟਮੈਂਟ ਵੀ ਘੱਟ ਹੈ, ਗਰੋਥ ਵੀ ਘੱਟ ਹੈ। ਤਾਂ ਕੁੱਲ ਮਿਲਾ ਕੇ ਬੱਚੇ ਅਸੀਂ ਇਹਨੂੰ ਕੰਕਲੂਡ ਕਰਦੇ ਹਾਂ, ਥੋੜਾ ਜਿਹਾ ਫਾਸਟ ਕਰਦੇ ਹਾਂ, ਖਤਮ ਹੈ ਇਹ। ਪੋਪੂਲੇਸ਼ਨ ਵਧਣ ਨਾਲ ਅਸੀਂ ਹੋਰ ਪਿਛੜੇਪਨ ਦੇ ਵਿੱਚ ਚਲੇ ਗਏ, ਹੋਰ ਮੰਦੀ ਦੇ ਵਿੱਚ ਚਲੇ ਗਏ, ਹੋਰ ਕਲੰਕਿਤ ਹੁੰਦੀ ਗਈ ਸਾਡੀ ਇਕਨੋਮੀ। ਤਾਂ 1951 ਤੱਕ ਵੀ ਬੱਚੇ ਇਹ ਕੁਝ ਚੱਲਦਾ ਰਿਹਾ। ਅਸੀਂ ਨਰਮ ਤੋਂ ਹੋਰ ਨਰਮ ਹੁੰਦੇ ਗਏ। 1951 ਇੰਡੀਆ ਦੀ ਜਿਹੜੀ ਪੋਪੂਲੇਸ਼ਨ ਹੈ
ਉਹ ਕਦੇ ਵੀ ਇਸ ਅਲਾਰਮਿੰਗ ਸਿਚੁਏਸ਼ਨ ਤੇ ਨਹੀਂ ਪਹੁੰਚੀ ਜੋ ਅੱਜ ਹਾਲਾਤ ਹੋਏ ਨੇ, ਜਾਂ 1951 ਚ ਵੀ ਜੋ ਹਾਲਾਤ ਹੋਏ ਸੀ। ਔਰ ਅੱਜ ਵੀ ਪੋਪੂਲੇਸ਼ਨ ਵੱਧਦੀ ਜਾ ਰਹੀ ਹੈ, 135-40 ਕਰੋੜ ਦੇ ਅਪਰੋਕਸੀਮੇਟ ਪੋਪੂਲੇਸ਼ਨ ਹੋਣੀ ਹੈ ਆਪਣੀ। ਔਰ ਇੰਡੀਆ ਪੋਪੂਲੇਸ਼ਨ ਵਾਈਜ਼ ਦੂਸਰਾ ਸਭ ਤੋਂ ਬੜਾ ਕੰਟਰੀ ਹੈ ਆਫਟਰ ਚਾਈਨਾ। ਔਰ ਜਿਓਗ੍ਰਾਫਿਕਲੀ ਦੇਖੀਏ ਤਾਂ ਜ਼ਮੀਨ ਬਹੁਤ ਥੋੜੀ ਆਪਣੇ ਕੋਲ, ਰਿਸੋਰਸਿਸ ਵਗੈਰਾ ਵੀ ਫਿਰ ਉਸ ਅਕੋਰਡਿੰਗ ਘਟ ਜਾਂਦੇ ਨੇ। ਤਾਂ ਪੋਪੂਲੇਸ਼ਨ ਐਕਸਪਲੋਜ਼ਨ ਹੈ ਜਿਹੜਾ, ਉਹਦੇ ਨਾਲ ਇੰਡੀਅਨ ਇਕਨੋਮੀ ਨੂੰ ਬਹੁਤ ਹੀ ਸੀਰੀਅਸ ਚੈਲੰਜ ਫੇਸ ਕਰਨਾ ਪੈ ਰਿਹਾ। ਬੱਚੇ ਨੈਕਸਟ ਪੁਆਇੰਟ ਆਪਣੇ ਕੋਲ ਆ ਗਿਆ, ਧੰਦਾ ਕਿਸ ਤਰ੍ਹਾਂ ਸੀਗਾ ਇੰਡੀਆ ਦੇ ਵਿੱਚ, ਧੰਦੇ ਦਾ ਢਾਂਚਾ ਕੀ ਸੀ ਆਜ਼ਾਦੀ ਦੇ ਦਿਨਾਂ 'ਚ, ਆਜ਼ਾਦੀ ਦੇ ਟਾਈਮ ਦੇ ਵਿੱਚ। ਬੱਚੇ ਜ਼ਿਆਦਾਤਰ ਲੋਕ ਪ੍ਰਾਇਮਰੀ ਸੈਕਟਰ 'ਚ ਸੀਗੇ। ਖੇਤੀਬਾੜੀ ਦੇ ਵਿੱਚ 1951 ਦੇ ਵਿੱਚ 50% ਲੋਕ ਸਿਰਫ ਖੇਤੀਬਾੜੀ 'ਚ ਸੀ, ਔਰ 19-20% ਦੇ ਨੇੜੇ ਜਿਹੜੇ ਖੇਤੀਬਾੜੀ ਦੀ ਲੇਬਰ 'ਚ ਸੀ। ਜੰਗਲ, ਮਛਲੀ ਤੇ ਐਨੀਮਲ ਵਗੈਰਾ ਜਾਂ ਪੌਦੇ ਵਗੈਰਾ ਦੇ ਕੰਮ 'ਚ 2.4% ਸੀਗਾ, ਠੀਕ ਹੈ। ਮਾਈਨਿੰਗ 'ਚ 0.6% ਸੀਗਾ। ਇਸ ਕਰਕੇ ਬੱਚੇ ਖੇਤੀਬਾੜੀ 'ਚ 72.7% ਆ ਗਿਆ, ਜਿਹਨੂੰ 73% ਰਾਉਂਡ ਆਫ ਕਰਕੇ ਅਸੀਂ ਕਹਿ ਸਕਦੇ ਹਾਂ। ਲੇਕਿਨ ਸੈਕੰਡਰੀ ਸੈਕਟਰ ਜਿਹੜਾ ਕਿ ਬਿਜ਼ਨਸ, ਇੰਡਸਟਰੀ, ਮੈਨੂਫੈਕਚਰਿੰਗ, ਪ੍ਰੋਡਕਸ਼ਨ ਸੈਕਟਰ ਸੀਗਾ, ਉਹ ਬਹੁਤ ਹੀ ਥੋੜਾ ਸੀ, ਓਨਲੀ 10.1% ਸੀ। ਬਿਲਡਿੰਗ ਕੰਸਟਰਕਸ਼ਨ 'ਚ 1.1% ਔਰ ਲਾਰਜ ਸਕੇਲ ਇੰਡਸਟਰੀ ਜਾਂ ਸਮਾਲ ਇੰਡਸਟਰੀ 'ਚ 9% ਸੀ। ਟਰਸ਼ਰੀ ਸੈਕਟਰ ਦੇ ਵਿੱਚ ਬੱਚੇ ਬਹੁਤ ਹੀ ਘੱਟ ਸੀਗਾ ਉਸ ਟਾਈਮ 'ਚ। ਨਾ ਬੈਂਕਿੰਗ, ਸੀਏ, ਵਕੀਲ, ਡਾਕਟਰ, ਟਰਾਂਸਪੋਰਟ, ਸਟੋਰੇਜ, ਕਮਿਊਨੀਕੇਸ਼ਨ। ਅੱਜ ਬੱਚੇ ਸਭ ਤੋਂ ਜ਼ਿਆਦਾ ਸਰਵਿਸਿਜ਼ ਦਾ ਪਾਰਟ ਹੈ। ਜੇ ਆਪਣੀ GDP 100 ਰੁਪਏ ਦੀ ਹੈ ਤਾਂ 50% ਉਹਦੇ ਵਿੱਚੋਂ ਸਰਵਿਸ ਨੂੰ ਜਾਂਦਾ ਹੈ ਪਾਰਟ, ਠੀਕ ਹੈ। ਸਰਵਿਸ ਨੂੰ ਉਸ ਟਾਈਮ 1951 ਦੇ ਵਿੱਚ ਜਸਟ 17.2% ਹਿੱਸਾ ਸੀਗਾ, ਜਿਸ 'ਚ ਟ੍ਰੇਡ ਐਂਡ ਕਮਰਸ 5.2 ਸੀਗਾ। ਸਰ ਇੰਨਾ ਬਰੀਕ ਅਸੀਂ ਯਾਦ ਰੱਖੀਏ ਨਹੀਂ ਬੱਚੇ, ਓਵਰਆਲ ਯਾਦ ਰੱਖ ਲਿਓ ਕਿ ਪ੍ਰਾਇਮਰੀ ਸੈਕਟਰ 72-73 ਸੀਗਾ, ਸੈਕੰਡਰੀ 'ਚ 10 ਸੀਗਾ, ਔਰ ਟਰਸ਼ਰੀ ਸੈਕਟਰ ਦੇ ਵਿੱਚ 17.2% ਨੂੰ 17 ਕਰ ਲਓ, ਰਾਉਂਡ ਆਫ ਕਰਕੇ ਯਾਦ ਕਰਨਾ ਤੁਹਾਨੂੰ ਡਾਟਾ। ਟਰਾਂਸਪੋਰਟੇਸ਼ਨ, ਸਟੋਰੇਜ, ਕਮਿਊਨੀਕੇਸ਼ਨ 'ਚ 1 ਡਾਟਾ ਹੈ, ਜਸਟ ਤੁਹਾਨੂੰ ਇਹਨੂੰ ਦੇਖਣਾ। ਤਾਂ ਕਿਉਂਕਿ ਲੋਕ ਖੇਤੀਬਾੜੀ ਤੇ ਜ਼ਿਆਦਾ ਡਿਪੈਂਡ ਸੀਗੇ, ਲੇਕਿਨ GDP ਦੇ ਵਿੱਚ ਖੇਤੀਬਾੜੀ ਦਾ ਇੰਨਾ ਸਪੋਰਟ ਨਹੀਂ ਸੀ। 72% ਪੋਪੂਲੇਸ਼ਨ ਸਾਡੀ ਖੇਤੀਬਾੜੀ 'ਚ 73% ਲੱਗੀ ਹੋਈ ਹੈ, ਲੇਕਿਨ GDP ਦੇ ਵਿੱਚ ਜਸਟ 50% ਯੋਗਦਾਨ ਹੁੰਦਾ ਸੀ, ਕੰਟਰੀਬਿਊਸ਼ਨ ਹੁੰਦਾ ਸੀ। ਜਿੱਥੋਂ ਪਤਾ ਚੱਲਦਾ ਹੈ ਸਾਡੀ ਖੇਤੀਬਾੜੀ ਆਜ਼ਾਦੀ ਦੇ ਦਿਨਾਂ ਦੇ ਵਿੱਚ ਬਹੁਤ ਹੀ ਪਿਛੜੀ ਹੋਈ ਸੀਗੀ, ਔਰ ਡਿਸਗਾਈਜ਼ਡ ਅਨਇੰਪਲੋਇਮੈਂਟ ਸੀ। ਲੋਕ ਖੇਤੀਬਾੜੀ ਦੇ ਕੰਮਾਂ 'ਚ ਲੱਗੇ ਤਾਂ ਹੋਏ ਨੇ, ਲੇਕਿਨ ਪ੍ਰੋਡਕਸ਼ਨ, ਪੈਦਾਵਾਰ ਦੇ ਨਾਮ ਤੇ ਬਸ ਰੱਬ ਦਾ ਹੀ ਨਾਂ ਸਮਝੋ। ਔਰ ਇੰਡਸਟਰੀ ਸੀ ਜਿਹੜੀ, ਉਹ ਧੰਦੇ ਦਾ ਬਹੁਤ ਹੀ ਛੋਟਾ ਸਾਧਨ ਸੀ, ਜਦਕਿ USA ਦੇ ਵਿੱਚ, ਇੰਗਲੈਂਡ ਦੇ ਵਿੱਚ 32%, 42% ਲੋਕ, ਜਾਪਾਨ, ਇੰਗਲੈਂਡ ਦੇ ਵਿੱਚ ਸੀਗੇ ਕੰਮ ਕਰਦੇ। ਔਰ ਉਸ ਵਕਤ ਇੰਡੀਆ ਦੇ ਵਿੱਚ ਜਸਟ 10% ਲੋਕ ਸੀ ਜਿਹੜੇ ਉਹ ਸੈਕੰਡਰੀ ਇੰਡਸਟਰੀ ਵਾਲੇ ਸੈਕਟਰ ਦੇ ਵਿੱਚ ਸੀਗੇ। ਤਾਂ ਬੱਚੇ ਇਸੇ ਕਰਕੇ ਇੰਡੀਆ ਗਰੀਬ ਹੁੰਦਾ ਗਿਆ, ਡਾਲਰ ਦੀ ਪ੍ਰਾਈਸ ਘਟਦੀ ਗਈ, ਔਰ ਜਾਪਾਨ ਟੈਕਨੋਲੋਜੀ ਦੇ ਵਿੱਚ ਅੱਜ ਸਭ ਤੋਂ ਅੱਗੇ ਹੈ, ਔਰ ਉਹਦੇ ਪੈਸੇ ਦੀ ਵੀ ਚਲੋ ਵੈਲਿਊ ਹੈ, ਔਰ ਪੂਰਾ ਦੁਨੀਆ ਉਹਦਾ ਲੋਹਾ ਮੰਨਦੀ ਹੈ। ਅਨਬੈਲੈਂਸਡ ਗਰੋਥ ਬੱਚੇ, ਅਨਬੈਲੈਂਸਡ ਗਰੋਥ ਮਤਲਬ ਪਿੰਡਾਂ ਦਾ ਸ਼ਹਿਰਾਂ ਦਾ ਫਰਕ ਹੋਣਾ, ਔਰ ਪਿੰਡਾਂ ਦਾ ਡਿਵੈਲਪ ਘੱਟ ਹੋਣਾ, ਠੀਕ ਹੈ। ਅਨਬੈਲੈਂਸਡ ਗਰੋਥ ਸੀਗਾ। ਗਰੋਥ ਜਿਹੜੀ ਹੈਗੀ ਆ, ਜੋ ਬੈਲੈਂਸਡ ਹੁੰਦੀ ਤਾਂ ਵਧੀਆ ਹੁੰਦੀ। ਬਹੁਤ ਜਲਦੀ ਬਿਜਲੀ ਆ ਚੁੱਕੀ ਸੀ ਸ਼ਹਿਰਾਂ ਦੇ ਵਿੱਚ, ਲੇਕਿਨ ਬਹੁਤ ਲੇਟ ਪਹੁੰਚੀ ਹੈ ਪਿੰਡਾਂ ਦੇ ਵਿੱਚ। ਹਾਲੇ ਵੀ ਸਾਡਾ ਸੈਕੰਡਰੀ ਤੇ ਟਰਸ਼ਰੀ ਸੈਕਟਰ ਇਨਫੈਂਟ ਸਟੇਜ ਤੇ ਹੈ ਗਰੋਥ ਦੀ, ਪਰ ਫਿਰ ਵੀ ਬਹੁਤ ਬੜਾ ਰੋਲ ਲੈ ਗਿਆ, ਕਿਉਂਕਿ ਅੱਜ ਦਾ ਸਮਾਂ ਜੋ ਹੈ, ਕੋਈ ਵੀ ਬੰਦਾ, ਕਿਸਾਨ ਦਾ ਬੱਚਾ ਕਿਸਾਨ ਨਹੀਂ ਬਣਨਾ ਚਾਹੁੰਦਾ, ਮਿਸਤਰੀ ਦਾ ਬੱਚਾ ਮਿਸਤਰੀ ਨਹੀਂ ਬਣਨਾ ਚਾਹੁੰਦਾ। ਹਰ ਬੰਦੇ ਨੂੰ ਕੀ ਚਾਹੀਦਾ, ਬਾਬੂ ਬਣਨਾ ਹੈ, ਮਤਲਬ ਜੈਂਟਲਮੈਨ ਟਾਈਪ, ਵਕੀਲ, ਸੀਏ, ਡਾਕਟਰ, ਇੰਜੀਨੀਅਰਿੰਗ, ਮਤਲਬ ਹੱਥ ਨਾਲ ਕੰਮ ਕੋਈ ਨਹੀਂ ਕਰਨਾ ਚਾਹੁੰਦਾ। ਤਾਂ ਸਰਵਿਸ ਸੈਕਟਰ ਸਾਡਾ ਗਰੋਥ ਹੋ ਰਿਹਾ ਹੈ, ਲੇਕਿਨ ਫਿਰ ਵੀ ਉਸ ਅਕੋਰਡਿੰਗ ਨਹੀਂ ਗਰੋਥ ਹੋ ਰਹੀ ਜਿਸ ਅਕੋਰਡਿੰਗ ਅਸੀਂ ਗਰੋਥ ਦੀ ਡਿਮਾਂਡ ਚਾਹੁੰਦੇ ਹਾਂ ਜਾਂ ਡਿਵੈਲਪਡ ਕੰਟਰੀਜ਼ ਦੇ ਵਿੱਚ ਹੈ। ਇੰਡੀਆ ਦਾ ਇਨਫਰਾਸਟ੍ਰਕਚਰ ਕੀ ਸੀ? ਇਨਫਰਾਸਟ੍ਰਕਚਰ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਦੇਸ਼ ਦੀ ਆਧਾਰਭੂਤ ਸੰਰਚਨਾ, ਸੜਕ, ਪਰਿਵਹਨ, ਆਪਣਾ ਬੈਂਕਿੰਗ ਸਿਸਟਮ, ਡਰੇਨੇਜ ਸਿਸਟਮ, ਸੀਵਰੇਜ ਸਿਸਟਮ, ਮਤਲਬ ਗਵਰਨਮੈਂਟ ਦਾ ਬਿਜਲੀ ਦਾ ਸਿਸਟਮ, ਇਹ ਸਭ, ਐਜੂਕੇਸ਼ਨ, ਹੈਲਥ, ਹਾਊਸਿੰਗ, ਇਹ ਸਭ ਚੀਜ਼ਾਂ ਨੂੰ ਅਸੀਂ ਕਹਿ ਦਿੰਦੇ ਹਾਂ ਇਨਫਰਾਸਟ੍ਰਕਚਰ, ਠੀਕ ਹੈ। ਤਾਂ ਇਨਫਰਾਸਟ੍ਰਕਚਰ ਦੇ ਪੁਆਇੰਟ ਆਫ ਵਿਊ ਆਪਾਂ ਗੱਲ ਕੀਤੀ ਵੀ 2100 ਮੈਗਾਵਾਟ ਜਸਟ ਸਾਡੇ ਕੋਲ ਪਾਵਰ ਸੀਗੀ। ਰੇਲਵੇ ਸਾਡਾ ਬਹੁਤ ਸਟਰੋਂਗ ਬਣ ਚੁੱਕਿਆ ਸੀ, ਲੇਕਿਨ ਉਹ ਜਸਟ ਸਾਨੂੰ ਐਕਸਪਲੋਇਟ, ਲੁੱਟਣ ਲਈ ਬਣਾਇਆ ਸੀਗਾ ਬ੍ਰਿਟਿਸ਼ ਗਵਰਨਮੈਂਟ ਨੇ। ਸਾਡੇ ਬੰਦਰਗਾਹ ਬਹੁਤ ਅੱਛੇ ਸੀਗੇ, ਲੇਕਿਨ ਸਾਰੇ ਬੰਦਰਗਾਹ ਇੰਡੀਆ ਤੋਂ ਕੱਚਾ ਮਾਲ ਬਾਹਰ ਲੈ ਕੇ ਜਾਂਦੇ ਸੀਗੇ, ਔਰ ਇੰਡੀਆ 'ਚ ਬਾਹਰਲਾ ਮਾਲ ਇੰਡੀਆ 'ਚ ਛੱਡ ਕੇ ਜਾਂਦੇ ਸੀ। ਉਹਨਾਂ ਨੇ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਇੰਡੀਆ ਦੇ ਪੋਰਟਸ, ਇੰਡੀਆ ਦੇ ਰੇਲਵੇ, ਇੰਡੀਆ ਦਾ ਟੈਲੀਗ੍ਰਾਫ ਸਿਸਟਮ ਸਟਰੋਂਗ ਕਰਤਾ। ਹਾਲਾਂਕਿ ਇੰਨਾ ਸਟਰੋਂਗ ਕਰਤਾ ਕਿ ਵਰਲਡ ਦੇ ਵਿੱਚ ਸਭ ਤੋਂ ਬੜਾ ਰੇਲਵੇ ਦਾ ਸਿਸਟਮ ਆਪਣਾ। ਕੁਆਲਿਟੀ ਵਾਈਜ਼ ਮੈਂ ਨਹੀਂ ਜਾਊਂਗਾ, ਕੁਆਂਟੀਟੀ ਵਾਈਜ਼ ਸਭ ਤੋਂ ਲੈਂਦੀ ਰੇਲਵੇ ਲਾਈਨ ਆਪਣੀ ਹੈਗੀ ਇੰਡੀਆ ਦੇ ਵਿੱਚ। ਤਾਂ ਬ੍ਰਿਟਿਸ਼ ਰੂਲ ਜਦੋਂ ਇੰਡੀਆ ਦੇ ਵਿੱਚ ਰਿਹਾ ਤਾਂ ਕੀ ਉਹਨੇ ਕੋਈ ਪੋਜ਼ਿਟਿਵ ਇੰਪੈਕਟ ਦਿੱਤਾ ਇੰਡੀਆ 'ਚ? ਯੈਸ, ਕਾਫੀ ਓਪਰਚੁਨਿਟੀਜ਼ ਉਹਨਾਂ ਨੇ ਇੰਪਲੋਇਮੈਂਟ ਦੇ ਦੇਣ ਦੀ ਕੋਸ਼ਿਸ਼ ਕੀਤੀ, ਤੇ ਉਹਨਾਂ ਨੇ ਅਕਾਲ ਮ੍ਰਿਤਿੂ ਜਾਂ ਜਿਹੜੇ ਸੂਖੇ ਪੈ ਜਾਂਦੇ ਸੀਗੇ
ਉਹਨਾਂ ਦੇ ਵਿੱਚ ਵੀ ਹੈਲਪ ਹੋਈ, ਪੈਸੇ ਦੀ ਵੀ ਚਲੋ ਹੈਲਪ ਹੋਈ, ਐਡਮਿਨਿਸਟ੍ਰੇਸ਼ਨ ਦਾ ਐਫੀਸ਼ੀਐਂਟ ਸਿਸਟਮ ਦੇ ਕੇ ਗਏ। ਲੇਕਿਨ ਮੈਂ ਨਹੀਂ ਮੰਨਦਾ ਪਰਸਨਲੀ, ਠੀਕ ਹੈ, ਚਾਹੇ ਕੋਈ ਮੰਤਰੀ ਮੰਨਦਾ ਵੀ ਜਸਟਿਸ ਦਾ ਸਿਸਟਮ ਦੇ ਗਏ, ਵਧੀਆ ਨਿਆਂ ਦੇ ਗਏ, ਮਨਮੋਹਨ ਸਿੰਘ ਕੁਛ ਮਰਜ਼ੀ ਕਹੀ ਜਾਏ, ਲੇਕਿਨ ਅੰਗਰੇਜ਼ਾਂ ਨੇ ਜੋ ਕੀਤਾ ਉਹਦਾ ਚੰਗਾ ਮਾੜਾ ਹਰ ਇੱਕ ਬੰਦੇ ਦੇ ਆਪਣੇ ਉੱਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੂੰ ਉਹਦੇ ਵਿੱਚ ਕੀ ਚੰਗਾ ਲੱਗਿਆ, ਕੀ ਮਾੜਾ ਲੱਗਿਆ। ਤਾਂ ਕਮਰਸ਼ੀਅਲ ਉਹਨੇ ਸਾਨੂੰ ਬਿਜ਼ਨਸ ਕਰਨਾ ਸਿਖਾਇਆ, ਅਕਲ ਦਿੱਤੀ ਕਿ ਖੇਤੀਬਾੜੀ ਦਾ ਕਮਰਸ਼ੀਅਲਾਈਜੇਸ਼ਨ ਹੋ ਸਕਦਾ। ਅਸੀਂ ਹੌਲੀ ਹੌਲੀ ਇਹ ਚੀਜ਼ ਦੇ ਵਿੱਚ ਆਏ। ਅੰਗਰੇਜ਼ਾਂ ਨੇ ਸਾਨੂੰ ਜਾਂ ਬ੍ਰਿਟਿਸ਼ ਰੂਲ ਨੇ ਸਿਸਟਮ ਨੇ ਸਾਨੂੰ ਆਪਣਾ ਅੰਦਰਾ ਦੇਖਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਕਰ ਸਕਦੇ ਹਾਂ, ਸਾਨੂੰ EMPLOYMENT ਦੀ ਓਪਰਚੁਨਿਟੀਜ਼ ਦਿੱਤੀਆਂ। ਔਰ ਪਿੰਡਾਂ ਦੀਆਂ ਜਿਹੜੀਆਂ ਲੇਡੀਜ਼ ਨੇ ਉਹ ਬਹੁਤ ਘੱਟ ਕੰਮ ਕਾਰਾਂ ਦੇ ਵਿੱਚ ਸੀ, ਉਹਨਾਂ ਨੂੰ ਨਵੇਂ-ਨਵੇਂ ਪਲਾਨ ਦਿੱਤੇ। ਹਾਲਾਂਕਿ ਉਸ ਚੀਜ਼ ਦੇ ਵਿੱਚ ਬੀਕਾਮ ਦੇ ਵਿੱਚ ਜਦੋਂ ਕਦੇ ਵੀ ਤੁਸੀਂ ਸੁਣਿਆ ਐਂਟਰਪ੍ਰੇਨਿਓਰਸ਼ਿਪ ਦੀ ਬੁੱਕ ਪੜ੍ਹੀ ਤਾਂ ਉਸ ਦੇ ਵਿੱਚ ਆਂਦਾ ਹੈ ਕਿ ਈਸਟ ਇੰਡੀਆ ਕੰਪਨੀ ਜਾਂ ਜੌਨਸਨ ਜਾਂ ਕੁਝ ਇਸ ਤਰ੍ਹਾਂ ਦੀਆਂ ਹਿੰਦੁਸਤਾਨ ਲਈ ਯੂਨੀਲੀਵਰ ਲਿਮਟਿਡ, ਇਹ ਸਾਰੀਆਂ ਮਲਟੀਨੈਸ਼ਨਲ ਫੋਰਨ ਕੰਪਨੀਆਂ ਨੇ ਜਿਹੜੀਆਂ ਹਰ ਕੰਟਰੀ ਜਾ ਕੇ ਆਪਣਾ ਨਾਮ ਉਸ ਕੰਟਰੀ ਦੇ ਨਾਮ ਨਾਲ ਇਨਵੋਲਵ ਕਰ ਲੈਂਦੇ ਨੇ। ਇਹਨਾਂ ਨੇ ਲੇਡੀਜ਼ ਨੂੰ ਬਹੁਤ ਹੀ ਅੱਛੇ ਕੰਮ ਕਰਨ ਦੇ ਮੌਕੇ ਦਿੱਤੇ। ਉਹ ਲੇਡੀਜ਼ ਜਿਹੜੀਆਂ ਪਿੰਡਾਂ ਦੇ ਵਿੱਚ ਨੇ, ਜਿਨ੍ਹਾਂ ਕੋਲ ਕੋਈ ਰੋਜ਼ਗਾਰ ਦਾ ਸਿਸਟਮ ਨਹੀਂ ਜਾਂ ਕੰਮ ਦਾ ਕੁਝ ਪਤਾ ਹੀ ਨਹੀਂ ਹੋਇਆ, ਕੁਝ ਸਿਸਟਮ ਦੇ ਕੇ ਸਾਨੂੰ, ਬੈਂਕਿੰਗ ਸਿਸਟਮ ਦੇ ਕੇ, ਬਾਰਟਰ ਸਿਸਟਮ ਤੋਂ ਅਸੀਂ ਥੋੜਾ ਕਨਵਰਟ ਹੋ ਕੇ ਮੋਨੇਟਰੀ ਸਿਸਟਮ ਦੇ ਕੇ, ਪੈਸਾ ਦੇ ਕੇ, ਲੇਬਰ ਦੀ ਡਿਵੀਜ਼ਨ ਦੇ ਵਿੱਚ ਕਰਕੇ ਸਾਨੂੰ, ਲੇਕਿਨ ਬਹੁਤ ਜ਼ਿਆਦਾ ਫਰਕ ਪਾ ਗਏ। ਇੱਕ ਹੱਥੀ ਮਿਹਨਤ ਕਰਨ ਵਾਲੇ ਲੇਬਰ, ਇੱਕ ਦਿਮਾਗ ਵਾਲੇ ਬੰਦੇ ਦੀ ਲੇਬਰ ਦੇ ਵਿੱਚ ਬਹੁਤ ਫਰਕ ਪਾਤਾ ਇਹਨਾਂ ਨੇ। ਕੋਈ ਬੰਦਾ ਤਾਂ ਇੱਕ ਦਿਨ ਦਾ ਕਈ ਲੱਖ ਕਈ ਹਜ਼ਾਰ ਕਮਾ ਰਿਹਾ, ਔਰ ਕੋਈ ਬੰਦਾ ਜਸਟ ਕੁਝ 100 ਔਰ ਕੁਝ ਘੰਟੇ ਲਗਾ ਕੇ ਲਾਰਜ ਸਕੇਲ ਤੇ ਪ੍ਰੋਡਕਸ਼ਨ ਕਰਨਾ ਸਿਖਾ ਗਏ ਸਾਨੂੰ। ਐਫੀਸ਼ੀਐਂਟ ਸਿਸਟਮ ਆਫ ਐਡਮਿਨਿਸਟ੍ਰੇਸ਼ਨ ਆਪਾਂ ਕਰ ਲਿਆ। ਤਾਂ ਕੁੱਲ ਮਿਲਾ ਕੇ ਬੱਚੇ ਸਾਰਾ ਕੁਝ ਸਟੱਡੀ ਕਰਨ ਤੋਂ ਬਾਅਦ ਤੁਸੀਂ ਦੇਖਣਾ ਹੈ ਵੀ ਉਹ ਆਪਣਾ ਫਾਇਦਾ ਕਰਦੇ ਕਰਦੇ ਕੁਝ ਸਾਡਾ ਫਾਇਦਾ ਕਰਦੇ, ਜਿਸ ਰੇਲਵੇ, ਇਲੈਕਟ੍ਰਿਸਿਟੀ ਜਾਂ ਕੁਝ ਸਿਸਟਮ, ਸੜਕਾਂ ਵਗੈਰਾ ਆ ਜਾਂਦੀਆਂ ਨੇ ਜਾਂ ਕੁਝ ਕੰਸਟਰਕਸ਼ਨਸ ਆ ਜਾਂਦੀਆਂ ਨੇ। ਬਾਕੀ ਥੋੜੀ ਬਹੁਤੀ ਸਾਨੂੰ ਅਕਲ ਦੇ ਕੇ ਸਿਖਾ ਕੇ, ਫਰਕ ਵੀ ਪਾ ਕੇ, ਭੇਦਭਾਵ ਵੀ ਕਰਕੇ। ਬਾਕੀ ਆਪਣੇ ਇੰਡੀਅਨ ਜਿਹੜੇ ਜਿੰਨਾ ਸਾਹਿਬ ਨੇ ਤੇ ਗਾਂਧੀ ਸਾਹਿਬ ਨੇ, ਇਹਨਾਂ ਨੇ ਵੀ ਬੜਾ ਰੋਲ ਪਲੇ ਕੀਤਾ ਇੰਡੀਆ ਨੂੰ ਤੋੜਨ ਦੇ ਵਿੱਚ, ਜੋੜਨ ਦੇ ਵਿੱਚ, ਠੀਕ ਹੈ। ਹਰ ਬੰਦੇ ਦੀ ਆਪਣੀ ਰਾਏ ਹੈ। ਤਾਂ ਕੁੱਲ ਮਿਲਾ ਕੇ ਕਨਕਲੂਡ ਕਰਦੇ ਸੀ ਆਪਾਂ, ਇੰਡੀਅਨ ਇਕਨੋਮੀ ਜਿਹੜੀ ਹੈਗੀ ਹੈ ਆਜ਼ਾਦੀ ਦੇ ਟਾਈਮ ਦੇ ਵਿੱਚ ਉਹ ਬਹੁਤ ਹੀ ਦਇਆਨੀ ਸਥਿਤੀ ਦੇ ਵਿੱਚ ਸੀ। ਅਸੀਂ ਅੱਜ ਇੱਕ ਅੱਛੀ ਸਥਿਤੀ ਦੇ ਵਿੱਚ ਕਈ ਲੋਕ ਕਹਿੰਦੇ ਹੈ ਵੀ ਹੈ, ਔਰ ਕਈ ਲੋਕ ਕਹਿੰਦੇ ਨੇ ਵੀ ਜੇ ਹਲੇ ਵੀ ਅੰਗਰੇਜ਼ ਹੋਰ ਟਾਈਮ ਇੰਡੀਆ ਦੇ ਵਿੱਚ ਰਹਿ ਚੁੱਕੇ ਹੁੰਦੇ ਤਾਂ ਅੱਜ ਸ਼ਾਇਦ ਕੈਨੇਡਾ, ਅਮਰੀਕਾ ਜਾਣ ਦੀ ਇੰਡੀਅਨ ਲੋਕਾਂ ਨੂੰ ਜ਼ਰੂਰਤ ਨਾ ਪੈਂਦੀ। ਇਹ ਮੇਰੇ ਪਰਸਨਲ ਵਿਚਾਰ ਨੇ, ਕਿਤੇ ਨੂੰ ਵੀ ਲੈ ਸਕਦੇ ਆ, ਲੇਕਿਨ ਉਹ ਬਹੁਤ ਜ਼ਿਆਦਾ ਫਰਕ ਕਰਦੇ ਸੀਗੇ, ਐਕਸਪਲੋਇਟੇਸ਼ਨ ਕਰਦੇ ਸੀ। ਉਸ ਚੀਜ਼ ਤੋਂ ਸ਼ਾਇਦ ਆਪਾਂ ਦੇਖੋ ਜਿਹੜੀ ਚੀਜ਼ ਹੋਈ ਨਹੀਂ ਉਸ ਚੀਜ਼ ਦੇ ਲਈ ਅਸੀਂ ਕੁਝ ਵੀ ਡਿਸੀਜਨ ਨਹੀਂ ਲੈ ਸਕਦੇ, ਜਾਂ ਇਹ ਜਸਟ ਇੱਕ ਇਮੇਜਿਨੇਸ਼ਨ ਹੈ, ਠੀਕ ਹੈ। ਤਾਂ ਜਿਹੜੇ ਵੀ ਲੋਕਾਂ ਦੀ ਜਿਸ ਤਰ੍ਹਾਂ ਵੀ ਸੋਚ ਹੈ, ਠੀਕ ਹੈ, ਉਹ ਸੁਣਨੀ ਚਾਹੀਦੀ ਹੈ। ਉਹ ਸੁਣ ਕੇ ਤੁਹਾਨੂੰ ਆਪਣਾ ਦਿਮਾਗ ਅਪਲਾਈ ਕਰਕੇ ਫਿਰ ਦੇਖਣਾ ਚਾਹੀਦਾ, ਕਿਉਂਕਿ ਅਸੀਂ ਚੈਪਟਰ ਇੱਕ ਤਾਂ ਪੇਪਰ ਦੇ ਐਗਜ਼ਾਮ ਪੁਆਇੰਟ ਆਫ View ਡਾਟਾ ਸਿੱਖਣਾ ਹੀ ਸਿੱਖਣਾ ਹੈ, ਔਰ ਉਸ ਦੇ ਬਾਵਜੂਦ ਆਪਣਾ ਖੁਦ ਦਾ ਬ੍ਰੇਨ ਵੀ ਯੂਜ਼ ਕਰਨਾ ਹੈ। ਅਗਲੀ ਰਿਕਾਰਡਿੰਗ ਤੱਕ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।